सतनाम करता पुरख निर्भव निर्वैर अकाल मूरत आजुनी सैभं गुर प्रसाद जप आद सच जुगाद सच है भी सच नानक होसी भी सच। हे प्राणनाथ गोविंदे कृपा निदान जगत गुरो हे संसार ताप हरणे करुणा में सब दुख हरो। हे शरण जोग दयाल है दीना नाथ में आ करो। शरीर स्वस्थ खीन समय सिमरंत नानक राम दमोदर माधवै बेसुमार अथा अगंत अतुल्य ज्यों बुलावो त्यों नानक दास बोले। जागती जोत हाजरा हजूर चारा जहूर कलयुग दे बोहित नाम दे जहाज हलत पलत दे रखियक लोक परलोक दे सहायक हाजर नाजर ਸਾਹਿਬ श्री गुरु ग्रंथ साहिब जी की पावन पवित्र गोद दे विच बैठ के ਸਾਹਿਬ श्री गुरु तेग बहादुर सच्चे पातशाह तेग बहादुर सिमरिए करनो निध आवे धाए उन्हां दे 400 साला प्रकाश दिहाड़े नूं समर्पित गुर भगती शब्द जाप दे विच हाजरियां भर रही गुरु प्यारी गुरु सवारी साध संगत जी अपने सारिਆਂ ਦੇ भाग चंगे हैं। गुरु ने रहमत बख्शिश करके अपनी गोद विच बैठण दा सुभाग समा बख्शिया है। जिन्हां दे उपर गुरु की रहमत हुंदी है बख्शिश हुंदी है उन्हां नूं ही गुरु अपनी गोद दे विच बिठांदा है। नहीं तो बहुत सारे जग्यासू इहो जिहे हुंदे हन जिहड़े गुरु दे दर ते आए ते आके नमस्कार कीती ते चले गए। वो भी अच्छे हैं घट्टो घट आए तो सही ना। ते दास तकरीबन एक दृष्टांत दिया करता है कि गुरु की गोद च वही बैठ सकता है जो इंसान के भाग चंगे होण ते गुरु आप रहमत करे। दास दृष्टांत दिया करता है कि किसी घर दे विच कोई जग्यासू जावे ये भी गुरु का घर है। गुरुद्वारे के अर्थ ही इन्ने हैं कि गुरु का द्वार। इस द्वार के अंदर आके मिलता की है गुरु साहब कहते हैं गुरु द्वारे होए सोझी पाई सी। रब नूं मिलण दी इत्थे सोझी दर्शाई जाती है गुण दर्शाए जाते हैं। किसी इंसान दे विच कोई घर जाता है तो दूसरा इंसान जदों जाके बाहरों बैल दिंदा है घर का मालिक दरवाजा खोलता है उसकी गल सुनता है तो उसकी गल सुन के उतों दरवाजे चो ही विदा कर दिंदा उतों ही तोड़ दिंदा हूँ क्योंकि मालिक नहीं चाहता। मैं आप जी बेनती कर रहा इत्थे मालिक हैं साहिब श्री गुरु ग्रंथ साहिब जी। इत्थे मालिक हैं गुरु नानक देव सच्चे पातशाह गुरु तेग बहादुर सच्चे पातशाह। तो घर का मालिक नहीं चाहता कि जिहड़ा आया है वो मेरे कोल बैठे ਉਹਦੇ ਨਾਲ ਆਪਣੀਆਂ ਗੱਲਾਂ ਸਾਂਝੀਆਂ नहीं करना चाहता। एक कथा के राही एक कीर्तन के राही
ਗੁਰੂ ਦੀਆਂ ਗੱਲਾਂ ਦੀ ਸਾਂਝ ਆਪਾਂ ਆਪਸ ਦੇ ਵਿੱਚ ਪਾਉਂਦੇ ਹਾਂ। ਉਹਨੇ ਉੱਥੇ ਉਹਨੂੰ ਵਿਦਾ ਕਰ ਦਿੱਤਾ। ਤੇ ਆਪਾਂ ਦੇਖਦੇ ਹਾਂ ਕਈ ਨੌਜਵਾਨ ਬੱਚੇ ਆਉਂਦੇ ਆ, ਆਪਣੇ ਮਾਤਾ ਪਿਤਾ ਨੂੰ ਛੱਡਦੇ ਤੇ ਇੱਥੋਂ ਬਾਹਰੋਂ ਚਲੇ ਜਾਂਦੇ ਹਨ, ਅੰਦਰ ਮੱਥਾ ਟੇਕਣ ਵੀ ਨਹੀਂ ਆਉਂਦੇ। ਉਹ ਪਹਿਲੇ ਜਗਿਆਸੂ ਵਰਗੇ ਹਨ, ਉਹ ਪਹਿਲੇ ਪ੍ਰਾਹੁਣਿਆਂ ਵਰਗੇ ਹਨ। ਮੇਰੇ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਭੱਲ ਕੇ ਉੱਠ ਪ੍ਰਾਹੁਣਾ ਮੇਰੇ ਘਰ ਆਓ। ਗੁਰੂ ਸਾਹਿਬ ਕਹਿੰਦੇ ਹਨ, ਕਹਿੰਦੇ ਰੋਜ਼ ਰੋਜ਼ ਉੱਠ ਕੇ ਕਹਿੰਦੇ ਪ੍ਰਾਹੁਣਿਆਂ ਦੀ ਤਰ੍ਹਾਂ ਮੇਰੇ ਘਰ ਆਵੋ। ਕਹਿੰਦੇ ਮੈਂ ਕੀ ਕਰਾਂਗੇ, ਕਹਿੰਦੇ ਪਾਓ ਪਖਾਲੋ ਤਿੰਨ ਕੇ ਮਨ ਤਨ ਨਿਤ ਪਾਵੋ। ਕਹਿੰਦੇ ਮੇਰੇ ਮਨ ਨੂੰ ਭਾਉਂਦਾ ਹੈ ਮੈਂ ਉਹਨਾਂ ਦੇ ਚਰਨ ਸਪਰਸ਼ ਕਰਾਂ, ਭਾਵ ਕਿ ਸੰਗਤ ਨੂੰ ਵੀ ਗੁਰੂ ਸਾਹਿਬ ਸਤਿਕਾਰ ਦੇ ਰਹੇ ਹਨ। ਪਹਿਲਾ ਆਇਆ ਬਾਹਰੋਂ ਹੀ ਮੁੜ ਗਿਆ, ਤੇ ਦੂਸਰਾ ਆਇਆ ਉਹਨੇ ਆ ਕੇ ਬੈਲ ਦਿੱਤੀ ਤੇ ਘਰ ਦੇ ਮਾਲਕ ਨੇ ਦਰਵਾਜ਼ਾ ਖੋਲ੍ਹਿਆ, ਉਹਨੂੰ ਅੰਦਰ ਲੈ ਕੇ ਗਿਆ, ਬਿਠਾਇਆ, ਗੱਲਾਂ ਬਾਤਾਂ ਕੀਤੀਆਂ ਉਸ ਦੇ ਨਾਲ। ਉਹਨੂੰ ਪੁੱਛਿਆ ਹਾਂ ਕੰਮ ਦੱਸ ਕੀ ਹੈ। ਉਹਨੇ ਕੰਮ ਦੱਸਿਆ ਤਾਂ ਉਹ ਚਲਾ ਗਿਆ। ਪਹਿਲਾਂ ਤਾਂ ਬਿਲਕੁਲ ਬਾਹਰ ਨਹੀਂ ਚਲਾ ਗਿਆ, ਦੂਜਾ ਥੋੜਾ ਅੰਦਰ ਤੱਕ ਆਇਆ, ਮਾਲਕ ਨੇ ਬਿਠਾਇਆ ਤੇ ਉਹਨੂੰ ਵਿਦਾ ਕਰ ਦਿੱਤਾ। ਆਪਣੇ ਚੋਂ ਬਹੁਤੇ ਆਉਂਦੇ ਹਨ, ਆ ਕੇ ਆਪਣੀਆਂ ਜੋਦੜੀਆਂ ਰੱਖਦੇ ਹਨ, ਸੱਚੇ ਪਾਤਸ਼ਾਹ ਆ ਚਾਹੀਦਾ, ਆ ਚਾਹੀਦਾ, ਆ ਚਾਹੀਦਾ। ਉਹ ਵੀ ਬਹੁਤ ਚੰਗੀ ਗੱਲ ਹੈ, ਘੱਟੋ ਘੱਟ ਮਾਲਕ ਨੇ ਗੱਲ ਸੁਣੀ ਤਾਂ ਸਹੀ ਨਾ ਸਤਸੰਗੀ ਜਨੋ। ਪਰ ਇੱਕ ਤੀਜਾ ਪ੍ਰਾਹੁਣਾ ਆਉਂਦਾ, ਮੈਂ ਬੇਨਤੀ ਕਰਾਂ, ਤੀਜਾ ਪ੍ਰਾਹੁਣਾ ਆਉਂਦਾ ਹੈ, ਉਹ ਆ ਕੇ ਬੈਲ ਦਿੰਦਾ, ਮਾਲਕ ਬਾਹਰ ਤੱਕ ਜਾਂਦਾ, ਉਹਨੂੰ ਅੰਦਰ ਲੈ ਕੇ ਆਉਂਦਾ ਹੈ। ਉਹ ਆਪਣੀ ਗੱਲਾਂ ਬਾਤਾਂ ਕਰਦੇ ਆ। ਉਸ ਤੋਂ ਬਾਅਦ ਉਹ ਕਹਿੰਦਾ ਮੈਂ ਜਾਣਾ। ਮਾਲਕ ਕਹਿੰਦਾ ਨਹੀਂ ਨਹੀਂ, ਮੇਰਾ ਮਨ ਕਰਦਾ ਤੂੰ ਥੋੜਾ ਜਿਹਾ ਹੋਰ ਬੈਠ। ਤੀਜਾ ਪ੍ਰਾਹੁਣਾ ਇਸ ਤਰ੍ਹਾਂ ਦਾ। ਮੈਂ ਬੇਨਤੀ ਕਰਾਂ, ਜਿਹੜੇ ਤੁਸੀਂ ਗੁਰੂ ਦੀਆਂ ਕਥਾ ਕਹਾਣੀਆਂ ਸੁਣਦੇ ਹੋ, ਗੁਰੂ ਦੀ ਬਾਣੀ ਦਾ ਤੁਸੀਂ ਕੀਰਤਨ ਸਰਵਣ ਕਰਦੇ ਹੋ, ਤੁਸੀਂ ਤੀਜੇ ਪ੍ਰਾਹੁਣੇ ਦੀ ਤਰ੍ਹਾਂ ਹੋ। ਤਾਂ ਇਸ ਕਰਕੇ ਗੁਰੂ ਜਿਹਦੇ ਉੱਪਰ ਰਹਿਮਤ ਕਰੇ, ਗੁਰੂ ਸਦ ਬਹਾਲੇ ਪਾਸ, ਕਿ ਜਿਨ੍ਹਾਂ ਦੇ ਉੱਪਰ ਗੁਰੂ ਰਹਿਮਤ ਕਰਦਾ ਹੈ ਉਹਨਾਂ ਨੂੰ ਹੀ ਆਪਣੀ ਗੋਦ ਵਿੱਚ ਬਿਠਾਉਂਦਾ ਹੈ। ਕੱਲ ਜੋ ਹੁਕਮ ਆਪ ਸਭ ਸੰਗਤਾਂ ਦੇ ਵੱਲੋਂ ਮਹਾਂਪੁਰਸ਼ ਸੰਤ ਬਾਬਾ ਹਰਚਰਨ ਸਿੰਘ ਜੀ ਦੀ ਤਰਫੋਂ ਜੋ ਸ਼ਲੋਕਾਂ ਦੀ ਵਿਚਾਰ ਪ੍ਰਾਰੰਭ ਕੀਤੀ ਸਤਸੰਗੀ ਜਨੋਂ, 18ਵੇਂ ਸ਼ਲੋਕ ਤੱਕ ਵਿਚਾਰ ਹੋਈ ਸੀਗੀ। ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ, ਅੱਗੇ 19ਵੇਂ ਸ਼ਲੋਕ ਤੋਂ ਲੈ ਕੇ ਤਾਂ 23ਵੇਂ ਸ਼ਲੋਕ ਤੱਕ 6 ਸ਼ਲੋਕਾਂ ਦੀ ਵਿਚਾਰ ਦੀ ਸਾਂਝ ਆਪਾਂ ਆਪਸ ਦੇ ਵਿੱਚ ਪਾਣੀ ਹੈ। ਬਾਣੀ ਜਿਵੇਂ ਗੁਰੂ ਪਾਤਸ਼ਾਹ ਵਿਚਾਰ ਕਰਾਉਣ, ਅਲਪ ਬੁੱਧੀ ਮੈਂ ਬੇਨਤੀ ਕਰਿਆ ਕਰਦਾ, ਪਤਾ ਨਹੀਂ ਕਿਸ ਅਵਸਥਾ ਦੇ ਵਿੱਚ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੋਵੇਗੀ, ਕੀ ਸੰਦੇਸ਼ ਦੇਣਾ ਚਾਹੁੰਦੇ ਹੋਣਗੇ। ਕਥਾਕਾਰ ਕੀਰਤਨਤਾ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਏ ਹੈ ਤੇਤੀ। ਆਪੋ ਆਪਣੀ ਬੁੱਧ ਦੇ ਮੁਤਾਬਕ ਉਸ ਬਾਣੀ ਦਾ ਵਰਣਨ ਕਰ ਦਿੰਦੇ ਹਨ, ਪਰ ਅਸੀਂ ਪੂਰਾ ਨਹੀਂ ਕਹਿ ਸਕਦੇ ਜੋ ਗੁਰੂ ਕਹਿਣਾ ਚਾਹ ਰਿਹਾ ਹੋਵੇਗਾ ਸਤਸੰਗੀ ਜਨੋ। ਤਾਂ ਇਸ ਕਰਕੇ ਆਪਾਂ ਵਿਚਾਰਾਂ ਦੀ ਸਾਂਝ ਆਪਸ ਦੇ ਵਿੱਚ ਪਾਈਏ। ਜੋ ਵੀ ਗੁਰੂ ਪਾਤਸ਼ਾਹ ਬੁਲਾਣਗੇ, ਉਸ ਤੋਂ ਪਹਿਲਾਂ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਬਖਸ਼ਿਸ਼ ਦੇ ਵਿੱਚ ਮਿਲੀ ਹੋਈ ਫਤਿਹ ਸਾਰੇ ਹੀ ਪਿਆਰ ਸਤਿਕਾਰ ਨਿਮਰਤਾ ਦੇ ਨਾਲ ਗੱਜ ਵੱਜ ਕੇ ਬੁਲੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, 19ਵੇਂ ਸ਼ਲੋਕ ਦੇ ਅੰਦਰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਹ ਪ੍ਰਾਨੀ ਹੋਮੇ ਤਜੀ ਕਰਤਾ ਰਾਮ ਪਛਾਨ, ਕਹੋ ਨਾਨਕ ਵੋ ਮੁਕਤ ਨਰ ਇਹ ਮਨ ਸਾਚੀ ਮਾਨ। ਜਹ ਪ੍ਰਾਨੀ ਹੋਮੇ ਤਜੀ, ਮੈਂ ਆਪ ਜੀ ਨੂੰ ਬੇਨਤੀ ਕਰਾਂ ਤਜੀ, ਕਿਉਂਕਿ 17ਵੇਂ ਸ਼ਲੋਕ ਦੇ ਅੰਦਰ ਵੀ ਗੁਰੂ ਸਾਹਿਬ ਨੇ ਕਿਹਾ ਜਹਮ ਵਿਖਿਆ ਸਗਲੀ ਤਜੀ। 8ਵੇਂ ਸ਼ਲੋਕ ਚ ਪਹਿਲੀ ਪੰਕਤੀ ਚ ਅੱਧੀ ਪੰਕਤੀ ਕਿਹਾ ਜਹ ਮਾਇਆ ਮਮਤਾ ਤਜੀ। ਇਹ 3 ਸ਼ਲੋਕਾਂ ਵਿੱਚ ਤਜੀ ਦੇ ਉੱਪਰ ਬੜਾ ਜ਼ੋਰ ਦਿੱਤਾ ਹੈ। ਵੈਸੇ ਸਿੱਧੇ ਸਿੱਧੇ ਅਰਥ ਹਨ ਤਜੀ ਦੇ ਤਿਆਗਣਾ, ਤਜੀ ਦੇ ਅਰਥ ਹਨ ਕਿ ਛੱਡਣਾ ਸਤਸੰਗੀ ਜਨੋ। 17ਵੇਂ ਸ਼ਲੋਕ ਕਹਿੰਦੇ ਹਨ ਵਿਖਿਆ ਸਗਲੀ ਤਜੀ, ਕਹਿੰਦੇ ਜਿਹੜੀ ਜ਼ਹਿਰ ਹੈ ਉਹ ਤੂੰ ਛੱਡ ਦੇ। ਮੈਂ ਆਪ ਜੀ ਨੂੰ ਬੇਨਤੀ ਕਰਾਂ ਸਤਸੰਗੀ ਜਨੋ, ਸਹੀ ਮਾਇਨਿਆਂ ਦੇ ਵਿੱਚ ਜਿਹੜੀ ਵਿਖ ਹੈ ਨਾ, ਜਿਹੜੀ ਜ਼ਹਿਰ ਹੈ, ਉਹ ਪਤਾ ਕੀ ਕਰਦੀ ਹੈ? ਜ਼ਹਿਰ ਬੰਦੇ ਨੂੰ ਮਾਰ ਦਿੰਦੀ ਹੈ। ਪਰ ਇੱਥੇ ਜੋ ਗੁਰੂ ਸਾਹਿਬ ਕਹਿ ਰਹੇ ਹਨ ਉਹ ਹੈ ਸਹੀ ਮਾਇਨੇ 'ਚ ਪਕੜ, ਕਿ ਜਿਹੜੀ ਕਾਮ ਦੀ ਪਕੜ, ਜਿਹੜੀ ਕ੍ਰੋਧ ਦੀ ਪਕੜ, ਜਿਹੜੀ ਮਮਤਾ ਦੀ ਪਕੜ, ਜਿਹੜੀ ਲੋਭ ਦੀ ਪਕੜ ਸਾਡੇ ਅੰਦਰ ਹੈ। ਤੇ ਜਿਹੜੀ ਪਕੜ ਹੈ ਨਾ, ਉਹ ਪਤਾ ਕੀ ਕਰਦੀ ਹੈ? ਵਿਖਿਆ ਜਿਹੜੀ ਹੈ ਉਹ ਬੰਦੇ ਦੀ ਜਾਨ ਲੈ ਲੈਂਦੀ ਹੈ, ਬੰਦਾ ਮਰ ਜਾਂਦਾ ਹੈ। ਪਰ ਪਕੜ ਜਿਹੜੀ ਹੈ ਉਹ ਗੁਲਾਮ ਬਣਾ ਦਿੰਦੀ ਹੈ ਬੰਦੇ ਨੂੰ। ਤਾਂ ਜਿਹੜਾ ਗੁਲਾਮਾਂ ਦਾ ਜੀਵਨ ਹੈ, ਉਹ ਗੁਰੂ ਨਹੀਂ ਮੇਰਾ ਚਾਹੁੰਦਾ ਕਿ ਮੇਰਾ ਸਿੱਖ ਗੁਲਾਮਾਂ ਵਾਲਾ ਜੀਵਨ ਜੀਵੇ।
ਤਜੀ ਦੇ ਅਰਥ ਹਨ ਜੋ ਗੁਰੂ ਸਾਹਿਬ ਨੇ ਇੱਥੇ ਬਾਰ-ਬਾਰ ਕਿਹਾ, ਕਹਿੰਦੇ ਤੂੰ ਤਜ ਛੱਡ। ਹੁਣ ਦਾਸ ਸਾਹਿਬ ਜੀ ਨੂੰ ਇੱਕ ਬੇਨਤੀ ਕਰੇ ਸਤਸੰਗੀ ਜਨੋ, ਕਿਉਂਕਿ ਜਿਹੜੀ ਸਾਡੇ ਸਰੀਰ ਦੀ ਬਣਤਰ ਬਣੀ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ ਬਣੀ। ਜੇ ਆਪਾਂ ਚਾਹੀਏ ਕਿ ਇਹ ਮਾਰ ਦਈਏ, ਤੇ ਸਿਆਣੇ ਪੁਰਸ਼ਾਂ ਨੇ ਇਹ ਬੜੀ ਸੋਹਣੀ ਗੱਲ ਕਹੀ ਹੈ, ਕਹਿੰਦੇ ਇਹ ਪੰਜੋ ਤਾਂ ਇਸ ਤਰ੍ਹਾਂ ਹਨ ਜਿਵੇਂ ਕਿਸੇ ਰੱਥ ਦੇ 5 ਘੋੜੇ ਅੱਗੇ ਲੱਗੇ ਹੋਣ, ਤੇ ਜੇਕਰ ਘੋੜੇ ਹੀ ਨਾ ਹੋਣ ਤਾਂ ਰੱਥ ਸਫ਼ਰ ਕਿਵੇਂ ਤੈਅ ਕਰੇਗਾ? ਥੋੜਾ ਜਿਹਾ ਖਿਆਲ ਕਰੋ ਸਤਸੰਗੀ ਜਨੋ। ਜੇ ਘੋੜੇ ਹੀ ਮਰ ਜਾਣ ਤਾਂ ਰੱਥ ਜਿਹੜਾ ਉਹ ਤਾਂ ਸਫ਼ਰ ਹੀ ਤੈਅ ਨਹੀਂ ਕਰੇਗਾ। ਹਾਂ, ਪਰ ਇੱਕ ਗੱਲ ਦਾ ਧਿਆਨ ਰੱਖਣਾ, ਜੇਕਰ ਘੋੜੇ ਕੰਟਰੋਲ ਦੇ ਵਿੱਚ ਹੋਣ ਤੇ ਰੱਥ ਬੜਾ ਸੋਹਣਾ ਸਫ਼ਰ ਤੈਅ ਕਰਦਾ ਹੈ। ਉਸ ਦੇ ਉੱਪਰ ਜਿਹੜਾ ਸਵਾਰ ਬੈਠਾ ਹੈ, ਸਰੀਰ ਕੀ ਗੁਰੂ ਸਾਹਿਬ ਨੇ ਬਾਣੀ 'ਚ ਬਾਰ-ਬਾਰ ਕਿਹਾ ਇਹ ਰੱਥ ਹੈ। ਤਾਂ ਜਿਹੜਾ ਸਵਾਰ ਬੈਠਾ ਉਸ ਦੇ ਉੱਪਰ ਉਹਦਾ ਸਫ਼ਰ ਵੀ ਬੜਾ ਵਧੀਆ ਨਿਬੜਦਾ ਹੈ ਜਦੋਂ ਘੋੜੇ ਕੰਟਰੋਲ ਦੇ ਵਿੱਚ ਹੋਣ। ਪਰ ਥੋੜਾ ਜਿਹਾ ਖਿਆਲ ਕਰੋ, ਜਦੋਂ ਘੋੜੇ ਕੰਟਰੋਲ ਤੋਂ ਬਾਹਰ ਹੋ ਜਾਣ ਫਿਰ ਕੀ ਕਰਦੇ? ਉਹ ਰੱਥ ਨੂੰ ਉਲਟਾ ਦਿੰਦੇ ਹਨ, ਤੇ ਜਿਹੜਾ ਉਸ ਦੇ ਉੱਪਰ ਸਵਾਰ ਬੈਠਾ ਹੈ ਉਹ ਵੀ ਉਲਟ ਜਾਂਦਾ, ਸਤਸੰਗ ਨੂੰ ਉਹ ਵੀ ਗਿਰ ਜਾਂਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਹਨ, ਕਹਿੰਦੇ ਬੜੇ ਸੋਹਣੇ ਇੱਕ ਜਗ੍ਹਾ ਤੇ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਭਾਈ। ਕਹਿੰਦੇ ਕਾਮ ਤੇ ਕ੍ਰੋਧ ਨੂੰ ਕਹਿੰਦੇ ਖੁਰਪੇ ਬਣਾ ਲਵੋ ਨਾ। ਕਹਿੰਦੇ ਜਿਹੜੀ ਧਰਤੀ ਹੈ ਸਰੀਰ ਰੂਪੀ ਦਿੱਤੀ, ਕਹਿੰਦੇ ਉਹਦੇ ਨਾਲ ਹੁਣ ਖੁਰਪਾ ਕੀ ਕਰਦਾ? ਕਦੇ ਸੋਚਿਆ? ਬਸੋਲਾ ਕੀ ਕਰਦਾ? ਉਹ ਜਿਹੜੀ ਗੰਦ ਹੁੰਦਾ ਨਾ, ਕਾਫੂਸ ਹੁੰਦਾ, ਉਹਨੂੰ ਕੱਢਦੇ ਆ ਉਹਦੇ ਨਾਲ। ਉਹਦੇ ਨਾਲ ਜਿਹੜਾ ਬੂਟਾ ਉਹ ਜ਼ਿਆਦਾ ਪ੍ਰਫੁੱਲਤ ਹੁੰਦਾ ਹੈ। ਤਾਂ ਇਸ ਕਰਕੇ ਧਿਆਨ ਰੱਖਣਾ, ਜਿਹੜਾ ਕਾਮ ਹੈ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਸਰੀਰ ਰੂਪੀ ਬੂਟਾ ਮਾਂ ਬਾਪ ਦੇ ਸੰਜੋਗ ਦੇ ਨਾਲ ਬਣਿਆ, ਤੇ ਮਾਂ ਬਾਪ ਦੇ ਸੰਜੋਗ ਦੇ ਵਿੱਚ ਕਾਮ ਵੀ ਆ ਗਿਆ, ਕ੍ਰੋਧ ਵੀ ਆ ਗਿਆ, ਲੋਭ ਵੀ ਆ ਗਿਆ, ਮੋਹ ਵੀ ਆ ਗਿਆ, ਤੇ ਅਹੰਕਾਰ ਵੀ ਆ ਗਿਆ। ਤੇ ਜਦੋਂ ਆਪਾਂ ਬੀਜ ਦਾ ਹੀ ਨਾਸ ਕਰ ਦੇਵਾਂਗੇ ਤਾਂ ਬੀਜ ਨੂੰ ਫਲ ਕਿਵੇਂ ਲੱਗੇਗਾ? ਥੋੜਾ ਜਿਹਾ ਇਹ ਵੀ ਖਿਆਲ ਕਰੋ। ਤੇ ਇਸ ਵਾਸਤੇ ਗੁਰੂ ਸਾਡਾ ਇਹ ਨਹੀਂ ਕਹਿੰਦਾ ਕਿ ਇਹਨਾਂ ਨੂੰ ਮਾਰੋ ਸਤਸੰਗੀ ਜਨੋ। ਹਾਂ, ਗੁਰੂ ਕਹਿੰਦਾ ਇਹਨਾਂ ਦੀ ਥੋੜੀ ਜਿਹੀ ਦਿਸ਼ਾ ਬਦਲੋ। ਗੁਰੂ ਇਹ ਸਮਝਾਉਣਾ ਚਾਹੁੰਦਾ ਕਿ ਇਹਨਾਂ ਨੂੰ ਤੁਸੀਂ ਕੰਟਰੋਲ ਦੇ ਵਿੱਚ ਰੱਖੋ। ਜਿਵੇਂ ਦਾਸ ਨੇ ਪਹਿਲਾਂ ਕਿਹਾ ਕਿ ਰੱਥ ਦੇ ਜਿਹੜੇ ਘੋੜੇ ਹਨ ਉਹ ਕੰਟਰੋਲ ਦੇ ਵਿੱਚ ਹਨ ਤਾਂ ਸਫ਼ਰ ਬੜਾ ਵਧੀਆ ਨਿਬੜੇਗਾ ਸਤਸੰਗੀ ਜਨੋ। ਜਿਹਨੂੰ ਆਪਾਂ ਕਹਿ ਸਕਦੇ ਹਾਂ ਗੁਰਮੁਖੀ ਦੀ ਭਾਸ਼ਾ ਦੇ ਵਿੱਚ, ਗੁਰਮਤਿ ਦੀ ਭਾਸ਼ਾ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਸਤਸੰਗੀ ਨੂੰ, ਗੁਰੂ ਕਹਿੰਦਾ ਕਿ ਸਭ ਕਾਸੇ ਦੇ ਵਿੱਚ ਰਹਿੰਦੇ ਰਹਿੰਦੇ ਥੋੜਾ ਜਿਹਾ ਨਿਰਲੇਪ ਰਹਿਣਾ ਸਿੱਖ ਜਾਵੋ। ਬਸ ਇੱਕ ਅੰਦਰ ਤਿਆਗ ਦੀ ਭਾਸ਼ਾ ਰੱਖੋ, ਅੰਦਰ ਤਿਆਗ ਦੀ ਥੋੜੀ ਜਿਹੀ ਬਿਰਤੀ ਰੱਖੋ ਕਿ ਜਿਹੜੀ ਚੀਜ਼ਾਂ ਦੇ ਵਿੱਚ ਰਹਿੰਦਾ ਹਾਂ, ਜਦੋਂ ਮੈਂ ਇਹਨਾਂ ਨੂੰ ਛੱਡਾਂ ਤਾਂ ਮੈਨੂੰ ਕੋਈ ਦੁੱਖ ਨਾ ਪ੍ਰਤੀਤ ਹੋਵੇ, ਮੈਨੂੰ ਕੋਈ ਅਫਸੋਸ ਪ੍ਰਤੀਤ ਨਾ ਹੋਵੇ। ਮੇਰੇ ਤਾਂ ਹੀ ਤਾਂ ਗੁਰੂ ਸਾਹਿਬ ਨੇ ਕਿਹਾ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ। ਸਿੱਧਾ ਨੇ ਪੁੱਛਿਆ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਕਿ ਸੱਚੇ ਪਾਤਸ਼ਾਹ, ਜਗ੍ਹਾ ਜਗ੍ਹਾ ਤੇ ਆਪ ਜੀ ਦੇ ਬਚਨਾਂ 'ਚ ਅਤੇ ਧਰਮੀ ਪੁਰਸ਼ਾਂ ਦੇ ਬਚਨਾਂ ਦੇ ਵਿੱਚ ਇਹ ਹੈ ਕਿ ਸੰਸਾਰ ਸਮੁੰਦਰ ਦੀ ਨਿਆਈ ਹੈ, ਤੇ ਸਮੁੰਦਰ ਨੂੰ ਤਾਂ ਤੈਰ ਕੇ ਪਾਰ ਕਰਨਾ ਬੜੀ ਔਖੀ ਗੱਲ ਹੈ, ਤੇ ਤੁਸੀਂ ਦੱਸੋ ਇਹਨੂੰ ਕਿਵੇਂ ਪਾਰ ਕਰੀਏ? ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ ਸੀ, ਸ਼ਬਦ ਬੜਾ ਲੰਬਾ, ਕਹਿੰਦੇ ਜੈਸੇ ਜਲ ਮੈਂ, ਕਹਿੰਦੇ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਹੈ, ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ। ਕਹਿੰਦੇ ਬਸ ਇਸ ਤਰ੍ਹਾਂ ਰਹਿਣਾ ਸ਼ੁਰੂ ਕਰ ਦੇਵੋ, ਕਹਿੰਦੇ ਜਿਵੇਂ ਪਾਣੀ ਦੇ ਵਿੱਚ ਕਹਿੰਦੇ ਕਮਲ ਫੁੱਲ ਰਹਿੰਦਾ। ਦਾਸ ਬੇਨਤੀ ਕਰਿਆ ਕਰਦੇ, ਕਦੀ ਖਿਆਲ ਕਰਨਾ, ਕਮਲ ਦਾ ਫੁੱਲ ਚਿੱਕੜ ਚੋਂ ਪੈਦਾ ਹੁੰਦਾ ਹੈ ਤੇ ਉਸ ਤੋਂ ਬਾਅਦ ਪਾਣੀ ਆ ਜਾਂਦਾ, ਤੇ ਜਿਹੜਾ ਕਮਲ ਦਾ ਫੁੱਲ ਹੈ ਪਾਣੀ ਤੋਂ ਵੀ ਉੱਪਰ ਰਹਿੰਦਾ। ਸਾਡਾ ਵੀ ਤਾਂ ਜਨਮ ਚਿੱਕੜ ਚੋਂ ਹੀ ਹੈ। ਰਕਤ ਬਿੰਦ ਕਰ ਨੀਮੀਏ ਸਤਸੰਗੀ ਜਨੋ, ਜਿਹਨੂੰ ਆਪਾਂ ਦੂਜੇ ਲਫ਼ਜ਼ ਕਹਿ ਸਕਦੇ ਚਿੱਕੜ ਦੇ ਵਿੱਚੋਂ ਹੈ, ਤੇ ਸੰਸਾਰ ਹੈ, ਪਰਿਵਾਰ ਹੈ, ਇਹ ਪਾਣੀ ਦੀ ਤਰ੍ਹਾਂ, ਤੇ ਕਮਲ ਦਾ ਫੁੱਲ ਉਸ ਤੋਂ ਉੱਪਰ ਉੱਠ ਕੇ ਅੰਦਰ। ਗੁਰੂ ਸਾਹਿਬ ਕਹਿੰਦੇ ਹਾਂ ਤੇਰਾ ਜਨਮ ਕਹਿੰਦੇ ਚਿੱਕੜ ਦੇ ਵਿੱਚੋਂ ਹੈ, ਪਰਿਵਾਰ ਤੇਰਾ ਇੱਕ ਪਾਣੀ ਦੀ ਤਰ੍ਹਾਂ, ਪਰ ਕਹਿੰਦੇ ਤੂੰ ਉੱਪਰ ਰਹਿਣਾ ਸਿੱਖ ਜਾਣਾ। ਤੇ ਦੂਜੀ ਉਦਾਹਰਨ ਬੜੀ ਸੋਹਣੀ ਦਿੱਤੀ, ਕਮਲ ਦਾ ਫੁੱਲ ਤਾਂ ਉੱਪਰ ਉੱਪਰ ਰਹਿੰਦਾ, ਉਹ ਪਾਣੀ ਦੀ ਉੱਪਰੋਂ ਦੀ ਪੈਣ ਹੀ ਨਹੀਂ ਦਿੰਦਾ, ਪਾਣੀ 'ਚ ਡੁੱਬਦਾ ਹੀ ਨਹੀਂ ਹੈ। ਰੱਬ ਨੇ ਬਣਤਰ ਉਹਦੀ ਉਸ ਤਰ੍ਹਾਂ ਦੀ ਬਣਾ ਦਿੱਤੀ, ਪਰ ਜਿਹੜੀ ਅਗਲੀ ਉਦਾਹਰਨ ਦਿੱਤੀ ਤਾਂ ਉਹ ਤਾਂ ਉਸ ਤੋਂ ਵੀ ਅੱਗੇ ਦਾ ਕੰਮ ਕਰ ਜਾਂਦੀ ਹੈ। ਮੁਰਗਾਬੀ ਸਤਸੰਗੀ ਜਨੋ, ਮੁਰਗਾਬੀ ਦਾ ਜਿਹੜਾ ਰਿਜ਼ਕ ਹੈ, ਜਿਹੜਾ ਪੇਟ ਭਰਨਾ, ਉਹ ਸਾਰਾ ਪਾਣੀ ਦੇ ਵਿੱਚ ਹੈ। ਉਹ 5-5 7-7 ਮਿੰਟ ਚੁੱਭੀ ਵੀ ਲਗਾ ਜਾਂਦੀ ਹੈ, ਜਦੋਂ ਬਾਹਰ ਨਿਕਲਦੀ ਹੈ ਫਿਰ ਸੁੱਕੀ ਦੀ ਸੁੱਕੀ। ਗੁਰੂ ਕਹਿੰਦਾ ਤੂੰ ਕੰਮ ਕਾਜ ਦੇ ਵਿੱਚ ਰਹਿ, ਤੈਨੂੰ ਜਿਹੜੇ ਇਹ ਰਸ ਲੱਗੇ ਹਨ ਉਹਨਾਂ ਦੇ ਵਿੱਚ ਰਹਿ, ਪਰ ਕਹਿੰਦੇ ਥੋੜਾ ਜਿਹਾ ਨਿਰਲੇਪ ਰਹਿਣਾ ਸਿੱਖ ਜਾਣਾ, ਥੋੜੀ ਜਿਹੀ ਬਸ ਆਪਣੀ ਤਿਆਗ ਦੀ ਬਿਰਤੀ ਬਣਾ ਲੈਣਾ। ਤੇਰੀ ਬਿਰਤੀ ਇਹ ਹੋਣੀ ਚਾਹੀਦੀ ਕਿ ਜਦੋਂ ਮੈਂ ਇਸ ਸਭ ਕਾਸੇ ਨੂੰ ਛੱਡ ਕੇ ਜਾਵਾਂ ਤਾਂ ਫਿਰ ਮੈਨੂੰ ਬਿਲਕੁਲ ਵੀ ਕੁਝ ਪ੍ਰਤੀਤ ਨਾ ਹੋਵੇ। ਦਾਸ ਬੇਨਤੀ ਕਰੇ, ਇਸ ਤਰ੍ਹਾਂ ਛੱਡ ਕੇ ਚਲੀ ਜਾ ਜਿਵੇਂ ਸੱਪ ਕੁੰਝ ਲਾ ਦਿੰਦਾ ਹੈ ਸਤਸੰਗੀ ਜਨੋ,
ਜਦੋਂ ਸੱਪ ਕੁੰਜ ਉਤਾਰਦਾ ਹੈ ਨਾ, ਪਤਾ ਹੈ ਬਸ ਉਸ ਕੁੰਜ ਨੂੰ ਉੱਥੇ ਹੀ ਛੱਡ ਜਾਂਦਾ, ਆਪ ਵਿੱਚੋਂ ਬਿਲਕੁਲ ਨਿਰਲੇਪ ਨਿਕਲ ਜਾਂਦਾ ਹੈ, ਸਾਫ਼ ਸੁਥਰਾ ਨਿਕਲ ਜਾਂਦਾ ਹੈ, ਉਸ ਦੇ ਸਰੀਰ ਦੇ ਉੱਪਰ ਕੋਈ ਜ਼ਖਮ ਨਹੀਂ ਆਉਂਦਾ ਤੇ ਤਕਰੀਬਨ ਝਾੜੀਆਂ ਦੇ ਵਿੱਚ ਜਾ ਕੇ ਉਹ ਆਪਣੀ ਕੁੰਜ ਉਤਾਰਦਾ ਹੈ। ਪਰ ਉਹਦੇ ਜ਼ਖਮ ਆਪਣੇ ਸਰੀਰ ਤੇ ਨਹੀਂ ਆਉਣ ਦਿੰਦਾ, ਭਾਵ ਕਿ ਕਾਮ, ਕ੍ਰੋਧ, ਲੋਭ, ਮੋਹ, ਇਹ ਜਿਹੜੇ ਰਸ ਲੱਗੇ ਹੋਏ ਹਨ, ਇਹਨਾਂ ਦਾ ਤੇਰੇ ਮਨ ਦੇ ਉੱਪਰ ਅਸਰ ਨਾ ਹੋਵੇ। ਮਨ ਤੇਰਾ ਬੜਾ ਨਿਰਮਲ ਜਿਹਾ ਰਹਿਣਾ ਚਾਹੀਦਾ ਹੈ। ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 19ਵੇਂ ਸਲੋਚ ਕਹਿੰਦੇ ਹਨ, ਕਹਿੰਦੇ ਜਹ ਪ੍ਰਾਣੀ ਹੋਮੇ ਤਜੀ। ਦੱਸ ਥੋੜਾ ਜਿਹਾ ਇੱਥੇ ਥੋੜੇ ਜਿਹੇ ਇੱਕ ਆਪ ਜੀ ਨੂੰ ਦ੍ਰਿਸ਼ਟਾਂਤ ਦੇ ਦੇਵੇ, ਕਿਉਂਕਿ ਦ੍ਰਿਸ਼ਟਾਂਤ ਦੇ ਨਾਲ ਸਤਸੰਗੀ ਜੀ ਨੂੰ ਗੱਲ ਬੜੀ ਸਪਸ਼ਟ ਹੋ ਜਾਂਦੀ ਹੈ। ਬਾਣੀ ਦਾ ਪ੍ਰਮਾਣ 20 ਗੱਲਾਂ ਸਪਸ਼ਟ ਕਰਦਾ ਹੈ, ਮੈਂ ਬੇਨਤੀ ਕਰਾਂ ਬਚਨ ਸਪਸ਼ਟ ਕਰਦਾ ਹੈ, ਪਰ ਜਿਹੜਾ ਦ੍ਰਿਸ਼ਟਾਂਤ ਹੁੰਦਾ ਇਹ ਆਪਾਂ ਦੁਨਿਆਵੀ ਲੋਕ ਹਾਂ ਤੇ ਸਿੱਧੀ ਆਕਾਸ਼ ਦੀ ਹੀ ਗੱਲ ਕਰੀ ਜਾਈਏ ਨਾ, ਤੇ ਧਰਤੀ ਦੇ ਲੋਕਾਂ ਨੂੰ ਆਕਾਸ਼ ਦੀ ਸਿੱਧੀ ਗੱਲ ਘੱਟ ਸਮਝ ਵਿੱਚ ਆਉਂਦੀ ਹੈ, ਤੇ ਧਰਤੀ ਦੀ ਹੀ ਗੱਲ ਕੀਤੀ ਜਾਵੇ ਜ਼ਿਆਦਾ ਸਮਝ ਵਿੱਚ ਆ ਜਾਂਦੀ ਹੈ। ਅਸੀਂ ਸਭ ਕਾਸ ਦੇ ਵਿੱਚ ਅੰਦਰ ਇੱਕ ਤਿਆਰੀ ਰੱਖਣੀ ਹੈ, ਤਿਆਗਣ ਦੀ, ਛੱਡਣ ਦੀ। ਬੜਾ ਸੋਹਣਾ ਇੱਕ ਦ੍ਰਿਸ਼ਟਾਂਤ ਹੈ ਕਿ ਕਿਸੇ ਰਾਜ ਦੇ ਵਿੱਚ ਇੱਕ ਕੋਈ ਫਕੀਰ ਚਲਾ ਗਿਆ ਤੇ ਜਿਹੜੀ ਉੱਥੇ ਦੀ ਪ੍ਰਜਾ ਸੀ ਉਸ ਨੂੰ ਨਮਸਕਾਰਾਂ ਕਰਨ ਜਾਂਦੀ, ਉਹਦੇ ਬਚਨ ਸਰਵਣ ਕਰਦੀ, ਬੜੀ ਭੀੜ ਜੁਟਣੀ ਸ਼ੁਰੂ ਹੋ ਗਈ। ਰਾਜੇ ਨੂੰ ਪਤਾ ਲੱਗਿਆ ਕਿ ਕੋਈ ਮਹਾਪੁਰਸ਼ ਆਏ ਹਨ। ਉਹਨਾਂ ਨੇ ਇੱਕ ਦਿਨ ਆਪਣੇ ਵਜ਼ੀਰ ਨੂੰ ਕਿਹਾ ਕਿ ਬੜੀ ਦੁਨੀਆ ਜਾਂਦੀ ਹੈ, ਬੜੇ ਲੋਕੀ ਆ ਕੇ ਉਹਨਾਂ ਦੀ ਉਪਮਾ ਕਰਦੇ ਹਨ ਕਿ ਚਲੋ ਆਪਾਂ ਵੀ ਤਾਂ ਚੱਲ ਕੇ ਦੇਖੀਏ। ਕਹਿੰਦੇ ਜਦੋਂ ਰਾਜਾ ਗਿਆ ਵਜ਼ੀਰ ਦੇ ਨਾਲ ਤੇ ਉਸ ਨੂੰ ਲੱਗਿਆ ਕਿ ਇਸ ਜਿਗਿਆਸੂ ਨੂੰ ਮੈਂ ਕਿਤੇ ਦੇਖਿਆ ਹੋਇਆ। ਉਹਨੇ ਆਪਣਾ ਥੋੜਾ ਚਿੰਤਨ ਕੀਤਾ, ਉਹਨੂੰ ਲੱਗਿਆ ਇਹ ਤਾਂ ਬਚਪਨ 'ਚ ਮੇਰੇ ਨਾਲ ਪੜ੍ਹਦਾ ਰਿਹਾ ਹੈ। ਰਾਜੇ ਨੇ ਉਸ ਨੂੰ ਪੁੱਛਿਆ ਵੀ ਤੇਰਾ ਨਾਮ ਕੀ, ਕਿੱਥੇ ਪੜ੍ਹਿਆ? ਆਪਸ 'ਚੋਂ ਕਲਾਸ ਫੈਲੋ ਨਿਕਲੇ, ਮਿੱਤਰ ਸਨ। ਤਾਂ ਉਹ ਇੱਕ ਸਾਧੂ ਬਣ ਗਿਆ, ਇੱਕ ਰਾਜਾ ਬਣ ਗਿਆ ਸਤਸੰਗੀ ਜਨੋਂ। ਕਹਿੰਦੇ ਜਦੋਂ ਕਹਿੰਦੇ ਉਹ ਥੋੜੀ ਦੇਰ ਬੈਠਾ, ਰਾਜੇ ਨੇ ਉਸ ਨੂੰ ਇਨਵਾਈਟ ਕੀਤਾ ਕਿ ਤੁਸੀਂ ਮੇਰੇ ਰਾਜ ਮਹੱਲਾਂ 'ਚ ਚੱਲੋ। ਫਕੀਰ ਸੀ, ਮੈਂ ਬੇਨਤੀ ਕਰਾਂ ਉਹਦੀ ਅੰਦਰ ਦੀ ਅਵਸਥਾ ਇਹ ਸੀ ਜਿਹਨੂੰ ਗੁਰੂ ਸਾਹਿਬ ਇਹ ਕਹਿੰਦੇ ਹਨ, ਕਹਿੰਦੇ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਕਹਿੰਦੇ ਅੰਦਰੋਂ ਰੇਸ਼ਮ ਵਰਗੀ ਅਵਸਥਾ ਹੋਵੇ, ਰੱਬ ਨਾਲ ਜੁੜੇ ਹੋਏ ਹਨ, ਭਾਵੇਂ ਜਿਸ ਤਰ੍ਹਾਂ ਦਾ ਵੀ ਰਹਿਣਾ, ਬਾਹਰੋਂ ਭਾਵੇਂ ਬਿਲਕੁਲ ਫੱਕੜਾਂ ਵਰਗੇ ਹੋਣ, ਫਟੇ ਪੁਰਾਣੇ ਕੱਪੜੇ ਹੋਣ, ਕਹਿੰਦੇ ਉਹ ਕੋਈ ਵਾਸਤਾ ਨਹੀਂ ਰੱਖਦਾ। ਅੰਦਰ ਦੀ ਅਵਸਥਾ ਉਹਦੀ ਬਹੁਤ ਵਧੀਆ, ਪਰ ਬਾਹਰ ਫਿਕਰੀਆਂ ਵਾਂਗੂ ਸੀ। ਰਾਜ ਨੇ ਉਸ ਨੂੰ ਇਨਵਾਈਟ ਕੀਤਾ, ਮੈਂ ਬੇਨਤੀ ਕਰਦਾ ਤਿਆਗਣ ਦੀ ਇੱਕ ਬਿਰਤੀ ਬਣਾ ਕੇ ਰੱਖੀਏ, ਜਦੋਂ ਤਿਆਗੀ ਤਾਂ ਸਾਨੂੰ ਦੁੱਖ ਨਾ ਮਹਿਸੂਸ ਹੋਵੇ। ਮੈਂ ਤਾਂ ਆਪ ਜੀ ਨੂੰ ਇਹ ਦ੍ਰਿਸ਼ਟਾਂਤ ਦੇਣ ਲੱਗਾ ਹਾਂ। ਰਾਜੇ ਨੇ ਇਨਵਾਈਟ ਕੀਤਾ, ਉਹ ਫਕੀਰ ਕਹਿੰਦਾ ਠੀਕ ਹੈ ਮੈਂ ਕੱਲ ਹੀ ਆ ਜਾਵਾਂਗਾ। ਮੇਰੇ ਵਰਗਾ ਪਖੰਡੀ ਹੁੰਦਾ ਤਾਂ ਸ਼ਾਇਦ ਕਹਿੰਦਾ ਨਹੀਂ ਜੀ ਮੈਂ ਤਾਂ ਕੱਲ ਬੜਾ ਬਿਜ਼ੀ ਹਾਂ, ਫਲਾਨਾ ਟਮਕਾਨਾ। ਉਹ ਬੜਾ ਸਪਸ਼ਟ ਕਹਿੰਦਾ ਮੈਂ ਕੱਲ ਹੀ ਤੇਰੇ ਘਰ ਆ ਜਾਵਾਂਗਾ। ਰਾਜੇ ਨੇ ਉਹ ਮਹਿਲ ਨੂੰ ਬੜਾ ਸਜਾਇਆ, ਅੱਛੀਆਂ ਅੱਛੀਆਂ ਵਿਛਾਈਆਂ ਕੀਤੀਆਂ, ਬੈਂਡ ਵਾਜੇ ਵਜਾਏ। ਫਕੀਰ ਗਿਆ ਬੜੇ ਰਸ ਨਾਲ, ਬੜੇ ਆਨੰਦ ਦੇ ਨਾਲ ਤੁਰਿਆ ਗਿਆ ਮਸਤ ਹੋ ਕੇ। ਰਾਜੇ ਨੇ ਦੇਖਿਆ ਕਿ ਇਹਨੂੰ ਤਾਂ ਕੋਈ ਫਰਕ ਹੀ ਨਹੀਂ ਹੈ। ਉਸਨੇ ਉਸ ਨੂੰ ਬੜਾ ਅੱਛਾ ਭੋਜਨ ਛਕਾਇਆ, ਜਿੰਨੀ ਕੁ ਉਹਨੂੰ ਭੁੱਖ ਸੀ ਉਹ ਬੜਾ ਆਨੰਦ ਨਾਲ ਉਹ ਵੀ ਛਕ ਲਿਆ। ਰਾਜਾ ਮਨ ਹੀ ਮਨ ਸੋਚਦਾ ਹੈ ਕਿ ਇਹਦਾ ਤੇ ਮੇਰਾ ਆਪਸ 'ਚ ਫਰਕ ਕੀ ਹੈ? ਹਾਂ ਬਸ ਇੰਨਾ ਕੁ ਫਰਕ ਲੱਗਦਾ ਹੈ ਕਿ ਸਾਨੂੰ ਇਹ ਸਾਰੇ ਸੁੱਖ ਉਪਲਬਧ ਹਨ, ਇਹਨਾਂ ਦੇ ਅੰਦਰ ਅਜੇ ਤੜਪ ਹੈ, ਭੁੱਖ ਹੈ। ਰਾਜੇ ਦੀ ਇਸ ਤਰ੍ਹਾਂ ਦੀ ਬਿਰਤੀ ਬਣ ਗਈ। ਕਈ ਵਾਰੀ ਗ੍ਰਸਤੀ ਦੀ ਬਣ ਜਾਂਦੀ ਹੈ ਸਾਧੂ ਨੂੰ ਦੇਖ ਕੇ। ਤੇ ਰਾਜੇ ਨੇ ਕਿਹਾ ਕਿ ਫਕੀਰ ਮਿੱਤਰ ਤੁਸੀਂ ਰਾਤ ਮੇਰੇ ਘਰ ਰਹੋ। ਫਕੀਰ ਕਹਿੰਦਾ ਠੀਕ ਹੈ ਮੈਂ ਤਾਂ ਸੌਣਾ ਹੀ ਹੈ, ਮੈਂ ਇੱਥੇ ਸੌਂ ਜਾਵਾਂਗਾ। ਰਾਜੇ ਨੇ ਅੱਛੇ ਅੱਛੇ ਬਿਛਾਣੇ ਵਿਛਾਏ, ਸਭ ਕੀਤਾ। ਫਕੀਰ ਰਾਤ ਨੂੰ ਸੌਂ ਗਿਆ, ਪਰ ਰਾਜੇ ਨੂੰ ਸਾਰੀ ਰਾਤ ਇਹ ਸੋਚ ਕੇ ਨੀਂਦ ਨਾ ਆਈ। ਫਕੀਰ ਦੇ ਲਈ ਤਾਂ ਮਖਮਲੀ ਬਿਸਤਰਾ ਵੀ ਉਸ ਤਰ੍ਹਾਂ ਦਾ, ਤੇ ਸਤਸੰਗੀ ਜਨੋਂ 70 ਵੀ ਉਸ ਤਰ੍ਹਾਂ ਦਾ। ਮੇਰੇ ਕਲਗੀਧਰ ਸੱਚੇ ਪਾਤਸ਼ਾਹ ਨੇ ਵੀ ਤਾਂ ਕਿਹਾ ਸੀ ਨਾ, ਮਾਛੀਵਾੜੇ ਦੇ ਜੰਗਲਾਂ 'ਚ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦੇ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦੇ ਸੈਣਾ, ਯਾਰੜੇ ਦਾ ਸਾਨੂੰ 70 ਜੰਗਾ ਪਟ ਖੜਿਆਂ ਦੇ ਰਹਿਣਾ। ਸਾਧੂ ਨੂੰ ਤਾਂ ਕੋਈ ਫਰਕ ਨਹੀਂ ਸੀ। ਸਾਧੂ ਮਖਮਲੀ ਬਚਾਉਣੇ ਤੇ ਲੇਟਿਆ, ਨੀਂਦ ਦੇ ਵਿੱਚ ਚਲੇ ਗਿਆ। ਜਿੰਨੇ ਕਿ ਨੀਂਦ ਸੀ ਬਾਕੀ ਉੱਠ ਕੇ ਸਿਮਰਨ ਕਰਨ ਲੱਗ ਪਿਆ। ਪਰ ਰਾਜੇ ਨੂੰ ਸਾਰੀ ਰਾਤ ਇਹ ਸੋਚ ਕੇ ਚਿੰਤਾ ਨਾ ਆਈ ਕਿ ਬਸ ਇਹ ਫਕੀਰ ਕਾਦੇ ਹਨ, ਕਿਉਂਕਿ ਅਸੀਂ ਤਾਂ ਸੋਚਦੇ ਹਾਂ ਫਕੀਰ ਤਾਂ ਉਹ ਜਿਹੜਾ ਰੁੱਖੀ ਰੋਟੀ ਖਾਵੇ। ਦਾਸ ਨੇ ਕੱਲ ਬੇਨਤੀ ਕੀਤੀ ਸੀ, ਨਹੀਂ ਗੁਰੂ ਨਾਨਕ ਦਾ ਸਿੱਖ ਰਾਜ ਜੋਗੀ ਸਤਸੰਗੀ ਜਨੋਂ ਕਹਿੰਦੇ ਜਦੋਂ ਸੁਬਹ ਹੋਈ ਨਾ, ਮਿੱਤਰ ਮਿਲੇ ਆਪਸ ਦੇ ਵਿੱਚ। ਹੁਣ ਰਾਜੇ ਤੋਂ ਬਰਦਾਸ਼ਤ ਨਾ ਹੋਇਆ ਤੇ ਉਹ ਫਕੀਰ ਨੂੰ ਕਹਿਣ ਲੱਗਾ, ਫਕੀਰ ਮੈਨੂੰ ਦੱਸ ਸਕਦਾ ਤੇਰੇ ਤਾਂ ਮੇਰੇ ਵਿੱਚ ਫਰਕ ਕੀ ਹੈ? ਕਹਿੰਦਾ ਜਿਸ ਤਰ੍ਹਾਂ ਦੀ ਰੋਟੀ ਮੈਂ ਖਾਧੀ ਉਹੋ ਜੀ ਤੂੰ ਖਾ ਗਿਆ ਬੜੇ ਆਰਾਮ ਦੇ ਨਾਲ।
ਕਹਿੰਦੇ ਜਿਸ ਤਰ੍ਹਾਂ ਦੇ ਵਿਛਾਉਣੇ ਤੇ ਮੈਂ ਸੁੱਤਾ ਉਹੋ ਜਿਹੇ ਵਿਛਾਉਣੇ ਤੇ ਤੂੰ ਸੌਂ ਗਿਆ, ਜਿਸ ਆਸਣ ਤੇ ਮੈਂ ਬੈਠਾ ਸੀ ਉਹੋ ਜਿਹੀ ਤਿਆਰੀ ਤੇਰੇ ਵਾਸਤੇ ਆਸਣ ਲਗਾਇਆ ਸੀਗਾ, ਤੂੰ ਵੀ ਉਹੋ ਜਿਹੇ ਆਸਣ ਤੇ ਬੈਠ ਕੇ, ਤੇਰੇ 'ਚ ਤੇ ਮੇਰੇ 'ਚ ਫਰਕ ਕੀ ਆ? ਫਕੀਰ ਮੁਸਕਰਾਇਆ, ਕਹਿੰਦਾ ਮੈਨੂੰ ਪਤਾ ਸੀ ਤੂੰ ਮੈਨੂੰ ਪੁੱਛੇਂਗਾ ਕਿ ਤੇਰੇ 'ਚ ਤਾਂ ਮੇਰੇ 'ਚ ਫਰਕ ਕੀ ਆ, ਕਿਉਂਕਿ ਮੈਂ ਤੇਰੀ ਸੁਰਤੀ ਬਿਰਤੀ ਦੇਖ ਲਈ ਸੀਗੀ, ਮੈਨੂੰ ਪਤਾ ਸੀ ਤੂੰ ਪੁੱਛੇਂਗਾ। ਕਹਿੰਦਾ ਦੱਸਾਂ ਤੇਰੇ ਤੇ ਮੇਰੇ 'ਚ ਫਰਕ ਕੀ? ਕਹਿੰਦਾ ਹਾਂ ਦੱਸ ਕੀ ਫਰਕ ਹੈ। ਉਹ ਕਹਿੰਦਾ ਰਾਜਾ ਰਾਜ ਮਹਿਲਾਂ ਤੋਂ ਬਾਹਰ ਚੱਲ, ਬਾਹਰ ਜਾ ਕੇ ਜਵਾਬ ਦੇਵਾਂਗਾ। ਅੰਦਰ ਤੜਪ ਸੀ, ਰਾਜ ਮਹਿਲਾਂ ਤੋਂ ਬਾਹਰ ਲੈ ਗਿਆ। ਕਹਿੰਦਾ ਦੱਸ ਤੇਰੇ 'ਚ ਤੇ ਮੇਰੇ ਫਰਕ ਕੀ ਹੈ? ਉਹ ਕਹਿੰਦਾ ਨਹੀਂ ਸ਼ਹਿਰ ਤੋਂ ਬਾਹਰ ਚੱਲ, ਸ਼ਹਿਰ ਤੋਂ ਬਾਹਰ ਲੈ ਗਿਆ। ਸ਼ਹਿਰ ਤੋਂ ਬਾਹਰ ਜਾ ਕੇ ਕਹਿੰਦਾ ਹੁਣ ਦੱਸ ਤੇਰੇ 'ਚ ਮੇਰੇ 'ਚ ਫਰਕ ਕੀ ਹੈ? ਕਹਿੰਦਾ ਥੋੜਾ ਹੋਰ ਬਾਹਰ ਚੱਲ। ਉਹਨੂੰ ਬਾਉਂਡਰੀ ਤੇ ਲੈ ਗਏ ਜਿੱਥੇ ਰਾਜ ਦੀ ਬਾਉਂਡਰੀ ਸੀ। ਅੱਗੇ ਦੂਜੇ ਰਾਜੇ ਦਾ ਰਾਜ ਸ਼ੁਰੂ ਹੁੰਦਾ ਸੀ, ਉੱਥੇ ਬਾਉਂਡਰੀ ਤੇ ਖੜਾ ਹੋ ਕੇ ਰਾਜਾ ਕਹਿੰਦਾ ਫਕੀਰ ਨੂੰ, ਫਕੀਰ ਦੱਸ ਤੇਰੇ ਤੇ ਮੇਰੇ 'ਚ ਫਰਕ ਕੀ ਹੈ? ਫਕੀਰ ਕਹਿੰਦਾ 2 ਕਦਮ ਹੋਰ ਅੱਗੇ ਚੱਲ, ਉੱਥੇ ਜਾ ਕੇ ਦੱਸਾਂਗਾ। ਉਹ ਕਹਿੰਦਾ ਅੱਗੇ ਮੇਰੀ ਹੱਦ ਹੈ, ਮੈਂ ਉੱਥੇ ਨਹੀਂ ਜਾ ਸਕਦਾ। ਫਕੀਰ ਨੇ ਛਾਲ ਮਾਰੀ, ਉਸ ਹੱਦ ਨੂੰ ਟੱਪ ਗਿਆ, ਪਰਲੇ ਪਾਸੇ ਖੜਾ ਹੋ ਕੇ ਕਹਿੰਦਾ ਰਾਜਾ ਮੈਂ ਜਿਹੜੇ ਭੋਗ ਭੋਗੇ ਉਹਨਾਂ ਨੂੰ ਤਿਆਗਣ ਦੀ ਹਿੰਮਤ ਰੱਖਦਾ, ਪਰ ਕਹਿੰਦੇ ਰਾਜਾ ਜਿਹੜੇ ਭੋਗਾਂ 'ਚ ਤੂੰ ਫਸਿਆ ਹੋਇਆ, ਕਹਿੰਦੇ ਇਹਨਾਂ ਨੂੰ ਤਿਆਗਣ ਦੀ ਹਿੰਮਤ ਨਹੀਂ ਤੂੰ ਰੱਖਦਾ। ਬਸ ਗੁਰੂ ਸਾਡਾ ਕਹਿੰਦਾ ਤਿਆਗਣ ਦੇ ਅੰਦਰ ਇੱਕ ਬਿਰਤੀ ਬਣਾ ਕੇ ਰੱਖੋ, ਸਭ ਕਾਸੇ ਦੇ ਵਿੱਚ ਰਹਿੰਦੀ ਹੋਈ। ਗੁਰੂ ਕਹਿੰਦਾ ਬਸ ਥੋੜਾ ਨਿਰਲੇਪ ਰਹੋ। ਗੁਰੂ ਸਾਹਿਬ ਕਹਿੰਦੇ ਜਹ ਪ੍ਰਾਣੀ ਹੋਮੇ ਤਜੀ, ਅੱਗੇ ਕਹਿੰਦੇ ਕਰਤਾ ਰਾਮ ਪਛਾਣ। ਕਹਿੰਦੇ ਜਿਹੜਾ ਕਰਨ ਕਾਰਨ ਪਰਮਾਤਮਾ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ। ਉਸ ਪਰਮਾਤਮਾ ਦੀ ਕਹਿੰਦੇ ਜਿਹੜੀ ਹੈ ਨਾ ਪਹਿਚਾਨ ਕਰ। ਮੈਂ ਬੇਨਤੀ ਕਰਾਂ, ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਤਾਂ ਜਦੋਂ ਬਈ 'ਚ ਚੁੱਭੀ ਲਗਾਈ, ਜਦੋਂ ਆ ਕੇ ਬਾਣੀ ਉਚਾਰਨੀ ਸ਼ੁਰੂ ਕੀਤੀ, ਇਸੇ ਗੱਲ ਦਾ ਪ੍ਰਤੀਕ ਕਰਤਾ ਸਿਰਫ ਤੇ ਸਿਰਫ ਪਰਮਾਤਮਾ ਹੈ, ਜਿਹੜਾ ਏਕ ਓਂਕਾਰ ਸਤਸੰਗ ਨੂੰ ਉਹਨਾਂ ਨੇ ਉਚਾਰਨ ਕੀਤਾ। ਜਿਹੜਾ ਇੱਕ ਦਾ ਹੈ ਨਾ, ਇੱਕ ਓਂਕਾਰ, ਇੱਕ ਪ੍ਰਤੀਕ ਹੀ ਇਸ ਗੱਲ ਦਾ ਹੈ ਕਿ ਉਹ ਜਿਹੜਾ ਪਰਮਾਤਮਾ ਹੈ ਬਸ ਉਹ ਹੀ ਕਰਤਾ ਹੈ, ਅਸੀਂ ਤਾਂ ਸਾਰੇ ਕਿਰਤਾ ਹਾਂ। ਤਾਂ ਮੈਂ ਆਪ ਜੀ ਨੂੰ ਬੇਨਤੀ ਕਰ ਰਹਾ, ਕਰਤਾ ਬਣਨ ਦੀ ਕਦੀ ਕੋਸ਼ਿਸ਼ ਵੀ ਨਾ ਕਰਨਾ। ਜਿਹੜੇ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋ, ਤਕਰੀਬਨ ਇੱਥੇ ਵੀ ਰੋਜ਼ ਪਾਠ ਸੰਗਤਾਂ ਰਲ ਕੇ ਕਰਦੀਆਂ ਹਨ। ਗੁਰੂ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੇ ਕਿੰਨਾ ਸੋਹਣਾ ਕਿਹਾ, ਕਹਿੰਦੇ ਜਬ ਇਹ ਜਾਣੇ ਮੈਂ, ਹਾਂ ਬੋਲਦੇ ਪਾਠ ਤਾਂ ਯਾਦ ਆਪ ਜੀ ਨੂੰ, ਜਬ ਇਹ ਜਾਣੇ ਮੈਂ ਕਿਛ, ਫਿਰ ਹਾਲਤ ਕੀ ਹੈ? ਤਬ ਲਗ ਗਰਭ ਜੋਨ ਮੇਂ। ਕਹਿੰਦੇ ਗਰਭ ਜੋਨ ਭਾਵ ਜੰਮਣ ਮਰਨ ਦੇ ਚੱਕਰ 'ਚ ਪੈ ਜਾਂਦਾ ਜਦੋਂ ਇਨਸਾਨ ਆਪਣੇ ਆਪ ਨੂੰ ਕਰਤਾ ਸਮਝਣਾ ਸ਼ੁਰੂ ਕਰ ਦਿੰਦਾ। ਮੈਂ ਆਪ ਜੀ ਨੂੰ ਥੋੜੇ ਥੋੜੇ ਦ੍ਰਿਸ਼ਟਾਂਤ ਦਿੰਦਾ ਜਾਵਾਂ ਕਰਤਾ ਸਤਸੰਗੀ ਜਨੋਂ। ਇਹ ਆਪਾਂ ਨੂੰ ਅਨੁਭਵ ਕਰਨਾ ਪਵੇਗਾ, ਇਹ ਗੱਲਾਂ ਬਾਤਾਂ ਨਾਲ ਗੱਲ ਕੋਈ ਨਹੀਂ ਬਣਨੀ। ਮੈਂ ਤੁਹਾਨੂੰ ਸੁਣਾ ਦਿੱਤਾ, ਤੁਸੀਂ ਸੁਣ ਲਿਆ, ਹਾਂਜੀ ਪਰਮਾਤਮਾ ਕਰਤਾ ਹੈ, ਪਰ ਜੇ ਆਪਾਂ ਅਨੁਭਵ ਨਾ ਕਰਨਾ ਸ਼ੁਰੂ ਕੀਤਾ ਤਾਂ ਗੱਲ ਕੋਈ ਨਹੀਂ ਬਣਨ ਵਾਲੀ। ਬਸ ਆਪਾਂ ਸੁੱਖ ਅਤੇ ਦੁੱਖ ਹਰ ਕਰਮ ਦੇ ਪਿੱਛੇ ਬਸ ਕਰਤਾ ਦੇ ਹੱਥ ਦੇਖਣੇ ਸ਼ੁਰੂ ਕਰ ਦਈਏ। ਮੈਂ ਬੇਨਤੀ ਕਰਾਂ, ਇਹ ਦੇਖਣੇ ਬੜੇ ਔਖੇ ਹਨ। ਜੇ ਸਾਨੂੰ ਸੁੱਖ ਮਿਲਿਆ ਤਾਂ ਵੀ ਮਨ ਹੀ ਮਨ ਆਪਾਂ ਇਹ ਚਿੰਤਨ ਕਰੀਏ ਕਿ ਇਹਦੇ ਪਿੱਛੇ ਰੱਬ ਦੇ ਕਰਤਾ ਦੇ ਹੱਥ ਹਨ, ਤੇ ਜੇ ਦੁੱਖ ਮਿਲਿਆ ਤਾਂ ਵੀ ਆਪਾਂ ਸੋਚੀਏ ਕਿ ਇੱਥੇ ਵੀ ਰੱਬ ਦੇ ਕਰਤਾ ਦੇ ਹੱਥ ਹਨ। ਸਤਸੰਗੀ ਜਨੋ, ਪਰ ਇਨਸਾਨ ਕਹਿੰਦਾ ਜਦੋਂ ਸੁੱਖ ਮਿਲਿਆ ਮੇਰੇ ਹੱਥ ਹਨ, ਮੇਰੀ ਮਿਹਨਤ ਦੇ ਹੱਥ ਹਨ। ਜਦੋਂ ਦੁੱਖ ਮਿਲਿਆ ਉਦੋਂ ਜਿਹਦੇ ਨਾਲ ਥੋੜੀ ਜਿਹੀ ਨਹੀਂ ਬਣ ਆਂਦੀ ਉਹਦੇ ਪ੍ਰਤੀ ਸੋਚਣਾ ਸ਼ੁਰੂ ਕਰ ਦਿੰਦਾ ਕਿ ਉਹਦੇ ਹੱਥ ਹਨ। ਪਰ ਜਿਹੜੇ ਸਤਸੰਗ ਨੂੰ ਧਰਮ ਦੇ ਮਾਰਗ ਤੇ ਚੱਲਦੇ ਹਨ, ਉਹ ਕਰਦੇ ਨੂੰ ਪਤਾ ਕਿਵੇਂ ਪਛਾਣਦੇ ਹਨ। ਇੱਕ ਦ੍ਰਿਸ਼ਟਾਂਤ ਬੜਾ ਸੋਹਣਾ ਸਤਸੰਗੀ ਜਨੋ, ਕੋਈ ਰਾਜਾ ਸੀ, ਇੱਕ ਦਿਨ ਸ਼ਿਕਾਰ ਦੇ ਵਾਸਤੇ ਚੱਲਿਆ। ਕਹਿੰਦੀ ਜਦੋਂ ਸ਼ਿਕਾਰ ਵਾਸਤੇ ਚੱਲਿਆ ਉਹਨੇ ਆਪਣਾ ਇੱਕ ਮਿੱਤਰ ਨਾਲ ਲੈ ਲਿਆ। ਜਦੋਂ ਉਸਨੇ ਆਪਣਾ ਮਿੱਤਰ ਨਾਲ ਲਿਆ ਤੇ ਕਹਿੰਦੇ ਰਸਤੇ 'ਚ ਰਾਜੇ ਨੂੰ ਭੁੱਖ ਲੱਗ ਗਈ। ਜਿਹੜੇ ਉਹਦੇ ਨਾਲ ਸਿਪਾ ਸਲਾਰ ਸਨ, ਇੰਤਜ਼ਾਮ ਕਰਨ ਵਾਲੇ ਸਨ, ਉਹ ਦੂਰ ਰਹਿ ਗਏ। ਬਸ ਮਿੱਤਰ ਤੇ ਰਾਜਾ ਸੀ। ਰਾਜੇ ਨੂੰ ਭੁੱਖ ਲੱਗੀ, ਉਹਨੇ ਦੇਖਿਆ ਜੰਗਲ ਦੇ ਵਿੱਚ ਇੱਕ ਦਰਖਤ ਹੈ, ਉਹਨੂੰ 5 ਫਲ ਲੱਗੇ ਹਨ। ਰਾਜਾ ਉਸ ਦਰਖਤ ਦੇ ਨੇੜੇ ਗਿਆ, ਘੋੜੇ ਤੇ ਸਵਾਰ ਸੀ, ਫਲ ਤੋੜਿਆ, ਮਿੱਤਰ ਨੂੰ ਦਿੱਤਾ ਤੇ ਉਸਨੇ ਇਹ ਲਫ਼ਜ਼ ਆਖੇ ਕਿ ਮਿੱਤਰ ਮੈਨੂੰ ਭੁੱਖ ਲੱਗੀ ਹੈ, ਤੈਨੂੰ ਵੀ ਭੁੱਖ ਲੱਗੀ ਹੋਵੇਗੀ। ਮੈਂ ਬੇਨਤੀ ਕਰਾਂ, ਪਦਾਰਥਾਂ ਦੀ ਵੀ ਤਾਂ ਆਪਾਂ ਨੂੰ ਭੁੱਖ ਹੀ ਤਾਂ ਹੈ ਨਾ ਸਤਸੰਗੀ ਜਨੋ। ਤੇ ਭੁੱਖ ਵੀ ਕਹੋ ਜੀ ਜਿਹਨੂੰ ਰੋਜ਼ ਆਪਾਂ ਪੜ੍ਹਦੇ ਕਿ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ। ਜਿਹੜਾ ਇਨਸਾਨ ਕਾਮ ਦੇ ਵਿੱਚ ਲੋਭ ਕਰਨ ਲੱਗ ਪਿਆ ਉਹਦੀ ਭੁੱਖ ਨਹੀਂ ਮਿਟਦੀ ਸਤਸੰਗੀ ਜਨੋ। ਜਿਹੜਾ ਧਨ ਦੇ ਵਿੱਚ ਲੋਭ ਕਰਨ ਲੱਗ ਪਿਆ ਉਹਦੀ ਭੁੱਖ ਨਹੀਂ ਮਿਟਦੀ। ਲੋਭ ਕੀ ਹੈ ਸਤਸੰਗੀ? ਹੋਰ ਚਾਹੀਦਾ, ਹੋਰ ਚਾਹੀਦਾ, ਹੋਰ ਚਾਹੀਦਾ, ਬਸ ਇਹ ਲੋਭ ਦੀ ਪਰਿਭਾਸ਼ਾ ਹੈ। ਜੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਗਿਆ ਤਾਂ ਹੋਰ ਚਾਹੀਦਾ ਹੈ, ਹੋਰ ਚਾਹੀਦਾ ਹੈ। ਰਾਜੇ ਨੇ ਫਲ ਤੋੜਿਆ ਤੇ ਮਿੱਤਰ ਦੇ ਹੱਥਾਂ 'ਚ ਦਿੱਤਾ। ਕਹਿੰਦੇ ਲੈ ਮਿੱਤਰ, ਮੈਨੂੰ ਭੁੱਖ ਲੱਗੀ ਹੈ, ਤੈਨੂੰ ਵੀ ਲੱਗੀ ਹੋਗੀ, ਇਹ ਖਾ ਤੇ ਮੈਨੂੰ ਥੋੜਾ ਸਵਾਦ ਦੱਸ ਦੇ। ਕਹਿੰਦੇ ਮਿੱਤਰ ਨੇ ਫਲ ਪਕੜਿਆ ਤੇ ਖਾ ਗਿਆ।
ਕਹਿੰਦੇ ਰਾਜੇ ਨੇ ਦੂਜਾ ਫਲ ਤੋੜਿਆ, ਮਿੱਤਰ ਦੇ ਹੱਥਾਂ 'ਚ ਦਿੱਤਾ, ਉਹ ਵੀ ਖਾ ਗਿਆ। ਤੀਜਾ ਤੋੜਿਆ, ਉਹਦੇ ਹੱਥਾਂ 'ਚ ਦਿੱਤਾ, ਉਹ ਵੀ ਖਾ ਗਿਆ। ਹੁਣ 5 ਫਲ ਸਨ। ਜਦੋਂ ਚੌਥਾ ਫਲ ਤੋੜਿਆ ਨਾ, ਮਿੱਤਰ ਉਸ ਦੇ ਵੀ ਝਪਟੇ ਕਿ ਮੈਨੂੰ ਦੇ। ਪਰ ਰਾਜੇ ਨੇ ਪਕੜੀ ਰੱਖਿਆ ਤੇ ਮਿੱਤਰ ਨੂੰ ਕਹਿੰਦਾ, ਚੰਗਾ ਮਿੱਤਰ ਹੈ, ਤੈਨੂੰ ਪਤਾ 5 ਫਲ ਹੈ, 3 ਖਾ ਚੁੱਕਾ, ਤੈਨੂੰ ਪਤਾ ਕਿ ਮੈਂ ਤੈਨੂੰ ਕਿਹਾ ਮੈਨੂੰ ਵੀ ਭੁੱਖ ਲੱਗੀ। ਹੁਣ ਫਰਜ਼ ਤਾਂ ਤੇਰਾ ਇਹ ਬਣਦਾ ਸੀ 2 ਤੋਂ ਬਾਅਦ ਤੂੰ ਮੈਨੂੰ ਕਹਿੰਦਾ ਕਿ ਨਹੀਂ ਮਿੱਤਰ ਤੂੰ ਖਾ, ਰਾਜਾ ਤੂੰ ਖਾ। ਪਰ ਉਹ ਮਿੱਤਰ ਫਿਰ ਵੀ ਝਪਟੇ ਕਿ ਨਹੀਂ ਮੈਨੂੰ ਤੇ। ਰਾਜੇ ਨੇ ਬੜੀ ਜਲਦੀ ਨਾਲ ਮੂੰਹ 'ਚ ਪਾ ਲਿਆ। ਜਦੋਂ ਮੂੰਹ 'ਚ ਪਾਇਆ ਨਾ, ਫਲ ਇੰਨਾ ਕੌੜਾ ਸੀ, ਦੂਜੇ ਪਲ ਉਹਨੇ ਥੁੱਕ ਦਿੱਤਾ। ਜਦੋਂ ਉਸਨੇ ਥੁੱਕਿਆ, ਅੱਖਾਂ ਦੇ ਵਿੱਚੋਂ ਹੰਝੂ ਆ ਗਏ, ਕੁੜੱਤਣ ਦੇ ਕਾਰਨ ਪਸੀਨਾ ਛੁੱਟ ਗਿਆ। ਰਾਜਾ ਆਪਣੇ ਮਿੱਤਰ ਨੂੰ ਕਹਿੰਦਾ, ਮਿੱਤਰ ਇੰਨੇ ਕੌੜੇ ਫਲ ਖਾ ਗਿਆ, ਸੀ ਤੱਕ ਨਹੀਂ ਕੀਤੀ, ਦੱਸਿਆ ਨਹੀਂ। ਜਦੋਂ ਰਾਜੇ ਨੇ ਕਿਹਾ ਨਾ ਕਿ ਮਿੱਤਰ ਤੂੰ ਦੱਸਿਆ ਨਹੀਂ, ਇੰਨੇ ਕੌੜੇ ਫਲ ਖਾ ਗਿਆ, ਮਿੱਤਰ ਦੀਆਂ ਅੱਖਾਂ 'ਚ ਜਲ ਆ ਗਿਆ। ਕਹਿੰਦਾ, ਰਾਜਾ ਰੋਜ਼ ਤਾਂ ਤੇਰੇ ਹੱਥਾਂ ਤੋਂ ਮਿੱਠੀਆਂ ਵਸਤਾਂ ਮਿਲਦੀਆਂ ਹਨ। ਕਹਿੰਦੇ ਜੇ ਅੱਜ ਅਚਨਚੇਤ ਕੋਈ ਕੌੜੀ ਫਲ ਮਿਲ ਗਿਆ, ਕੌੜਾ ਦੀ ਦਾਤ ਦੇ ਦਿੱਤੀ ਹੈ, ਕਹਿੰਦੇ ਕੀ ਮੈਂ ਇਹਨੂੰ ਦੁਰਕਾਰ ਦਿਆਂ, ਕੀ ਮੈਂ ਤੇਰੇ ਤੇ ਸ਼ਿਕਵੇ ਕਰਾਂ? ਕਹਿੰਦਾ ਮੈਂ ਤਾਂ ਤੇਰੇ ਹੱਥਾਂ ਨੂੰ ਦੇਖਿਆ ਹੈ। ਬਸ ਮੈਂ ਬੇਨਤੀ ਕਰਾਂ, ਹਰ ਪਿੱਛੇ ਆਪਾਂ ਕਰਤਾ ਦੀ ਤਾਂ ਆਪਣੇ ਅੰਦਰ ਹੋਂਦ ਪ੍ਰਗਟ ਹੋਏਗੀ ਸਤਸੰਗ ਨੂੰ, ਤਾਂ ਅਹਿਸਾਸ ਆਪਾਂ ਨੂੰ ਹੋਏਗਾ ਜਦੋਂ ਆਪਾਂ ਆਪਣੀ ਚਿਤਵਨੀ ਇਸ ਤਰ੍ਹਾਂ ਦੀ ਬਣਾਵਾਂਗੇ, ਜਦੋਂ ਆਪਾਂ ਆਪਣੇ ਕਰਮਾਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਲਿਆਵਾਂਗੇ। ਮੇਰੇ ਗੁਰੂ ਪਾਤਸ਼ਾਹ ਕਹਿੰਦੇ ਪਛਾਣ ਕਰਤਾ ਰਾਮ ਪਛਾਣ। ਕਹਿੰਦੇ ਪਰਮਾਤਮਾ ਕਰਤਾ ਹੈ, ਉਹਨੂੰ ਪਛਾਣਨ ਦੀ ਕੋਸ਼ਿਸ਼ ਕਰ। ਮੈਂ ਦ੍ਰਿਸ਼ਟਾਂਤ ਤਾਂ ਆਪ ਜੀ ਨੂੰ ਦਿੱਤਾ ਕਿ ਤਾਂ ਕਿ ਪਛਾਣਨਾ ਕਿਵੇਂ ਹੈ। ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਹਨ, ਕਹੋ ਨਾਨਕ ਵੋ ਮੁਕਤ ਨਰ, ਇਹ ਮਨ ਸਾਚੀ ਮਾਨ। ਮੈਂ ਕਹਿੰਦੇ ਇਹ ਜੋ ਤੈਨੂੰ ਕਹਿ ਰਿਹਾ ਨਾ, ਕਹਿੰਦੇ ਉਹੀ ਬੰਦਾ ਮੁਕਤ ਹੈ ਜਿਸ ਤਰ੍ਹਾਂ ਕਹਿੰਦੇ ਉਹ ਜੋ ਮੈਂ ਉੱਪਰ ਬਚਨ ਕਰਕੇ ਆਇਆ ਹਾਂ, 2 ਗੱਲਾਂ ਤੈਨੂੰ ਸਪਸ਼ਟ ਕਰਕੇ ਆਇਆ ਕਿ ਹੋਮੇ ਨੂੰ ਤਿਆਗ, ਕਰਤੇ ਦੀ ਰਾਮ ਪਛਾਣ ਕਰ, ਰਾਮ ਦੀ ਪਹਿਚਾਨ ਕਰ, ਕਰਤੇ ਦੀ ਪਹਿਚਾਨ ਕਰ, ਤਾਂ ਤੂੰ ਮੁਕਤ ਹੈ। ਕਹਿੰਦੇ ਇਹ ਗੱਲ ਮੈਂ ਤੈਨੂੰ ਬਿਲਕੁਲ ਸੱਚੀ ਕਹਿ ਰਿਹਾ ਹਾਂ। ਅਗਲੇ ਸ਼ਲੋਕ 'ਚ ਫਰਮਾਨ ਕਰਦੇ ਹਨ, ਪੈ ਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ, ਨਿਸ ਦਿਨ ਜੋ ਨਾਨਕ ਭਜੈ, ਸਫਲ ਹੋਏ ਤੈ ਕਾਮ। ਪੈ ਨਾਸਨ ਕਹਿੰਦੇ ਤੇਰੇ ਅੰਦਰੋਂ ਜਿਹੜੇ ਡਰ ਹਨ ਉਹ ਖਤਮ ਹੋ ਜਾਣ। ਕੱਲ ਵੀ ਸ਼ਲੋਕ ਆਏ ਸੀ, ਪੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ। ਮੈਂ ਆਪ ਜੀ ਨੂੰ ਇੱਕ ਗੱਲ ਸਪਸ਼ਟ ਕਰ ਦੇਵਾਂ, ਸਾਰਾ ਧਰਮ ਸਤਸੰਗੀ ਨੂੰ ਸਤ ਸੰਤੋਖ ਧਰਮ ਦਿਆ ਧੀਰਜ, ਇਹਨਾਂ 5 ਦਾ ਹੀ ਬਸ ਵਰਣਨ ਹੈ। ਤੇ ਵਿਕਾਰਾਂ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਇਹਨਾਂ 5 ਦਾ ਹੀ ਵਰਣਨ ਹੈ। ਹਾਂ, ਗੱਲ ਅਲੱਗ-ਅਲੱਗ ਢੰਗ ਨਾਲ ਗੁਰੂ ਸਾਹਿਬ ਨੇ ਕੀਤੀ ਹੋਈ ਹੈ। ਸ਼ਲੋਕਾਂ ਦੇ ਅੰਦਰ ਬਾਰ-ਬਾਰ ਹਉਮੈ ਦੀ ਗੱਲ, ਅਪਮਾਨ ਦੀ ਗੱਲ, ਲੋਭ ਦੀ ਗੱਲ, ਮੋਹ ਦੀ ਗੱਲ ਸਤਸੰਗੀ ਨੂੰ ਗੁਰੂ ਪਾਤਸ਼ਾਹ ਨੇ ਕੀਤੀ ਹੋਈ ਹੈ। ਪਹਿਲਾਂ ਵੀ ਕੱਲ ਵੀ ਭੈ ਦੀ ਗੱਲ ਆਈ ਸੀ, ਅੱਜ ਵੀ ਗੁਰੂ ਸਾਹਿਬ ਕਹਿ ਰਹੇ ਹਨ, ਕਹਿੰਦੇ ਭੈ ਨਾਸਨ, ਕਹਿੰਦੇ ਤੇਰੇ ਅੰਦਰੋਂ ਡਰ ਖਤਮ ਹੋ ਜਾਣ। ਤੇ ਡਰ ਉਨੀ ਦੇਰ ਖਤਮ ਨਹੀਂ ਹੋਏਗਾ। ਆਪਾਂ ਰੋਜ਼ ਪੜ੍ਹਦੇ ਹਾਂ ਸਤਸੰਗੀ ਜਨੋ, ਜੇਕਰ ਆਪਾਂ ਡਰ ਖਤਮ ਕਰਨਾ ਚਾਹੁੰਦੇ ਹਾਂ ਨਾ, ਬੜੇ ਲੋਕੀ ਹੈ ਕਥਾ ਕਰਦੇ ਹਾਂ, ਆਂਦੇ ਜੀ ਸਾਨੂੰ ਡਰ ਲੱਗਦਾ ਜੀ, ਰਾਤ ਨੂੰ ਸੁਪਨੇ ਪਏ, ਸੁਪਨਿਆਂ ਦੇ ਵਿੱਚ ਡਰ ਲੱਗਦਾ ਹੈ, ਰਾਤ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਬਾਹਰ ਨਿਕਲਦਿਆਂ ਡਰ ਲੱਗਦਾ ਹੈ। ਮੈਂ ਬੇਨਤੀ ਕਰਾਂ, ਕਈਆਂ ਇਨਸਾਨਾਂ ਦੀ ਤਾਂ ਸੁਰਤੀ ਬਿਰਤੀ ਇਹੋ ਜਿਹੀ ਬਣ ਜਾਂਦੀ ਹੈ, ਰਾਤ ਨੂੰ ਸੌਣ ਲੱਗੇ ਲਾਈਟ ਨਹੀਂ ਬੰਦ ਕਰਦੇ, ਕਹਿੰਦੇ ਡਰ ਲੱਗਦਾ ਹੈ। ਤੇ ਡਰ ਪਤਾ ਕਿਵੇਂ ਖਤਮ ਹੋਏਗਾ? ਰੋਜ਼ ਜਪ ਪੜ੍ਹਦੇ ਹੋ ਸਤਸੰਗ, ਨਿਰਭਉ ਜਪੇ, ਗੱਜ ਵੱਜ ਕੇ ਬੋਲਦੇ ਹੋ, ਨਿਰਭਉ ਜਪੇ ਸਗਲ ਭਉ। ਹਾਂ, ਬਸ ਕੁਛ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ। ਕਿਸੇ ਪ੍ਰਕਾਰ ਦਾ ਵੀ ਡਰ ਹੈ, ਭਾਵੇਂ ਕਿਸੇ ਅਫਸਰ ਦਾ ਡਰ ਹੈ, ਭਾਵੇਂ ਵਿਕਾਰਾਂ ਦਾ ਡਰ ਹੈ, ਭਾਵੇਂ ਕਿਸੇ ਵੀ ਪ੍ਰਕਾਰ, ਭਾਵੇਂ ਮੈਂ ਬੇਨਤੀ ਕਰਾਂ ਸਕਦੇ ਮਰਨ ਤੋਂ ਬਾਅਦ ਜਮਦੂਤਾਂ ਦਾ ਡਰ ਹੈ। ਸਾਰੇ ਡਰ ਖਤਮ ਹੋ ਜਾਣਗੇ ਜਦੋਂ ਆਪਾਂ ਨਿਰਭਉ ਜਪੇ। ਹਾਂ, ਬਸ ਜਪਣਾ ਪਵੇਗਾ, ਉਸ ਦੀ ਬੰਦਗੀ ਕਰਨੀ ਪਵੇਗੀ। ਨਿਰਭਉ ਜਪੇ ਸਗਲ ਭਉ ਮਿਟੇ ਵਾਲੀ ਜਦੋਂ ਅਵਸਥਾ ਬਣੇਗੀ ਸਤਸੰਗੀ ਜਨੋ, ਤਾਂ ਇਹ ਜਾ ਕੇ ਗੱਲ ਬਣੇਗੀ। ਤੇ ਗੁਰੂ ਪਾਤਸ਼ਾਹ ਕਹਿੰਦੇ ਹਨ, ਭੈ ਨਾਸਨ ਦੁਰਮਤ ਹਰਨ। ਦੁਰਮਤ ਬੁਰੀ ਮਤ, ਹਰਨ ਖਤਮ ਹੋ ਜਾਵੇ। ਇੱਕ ਗੱਲ ਦਾ ਧਿਆਨ ਰੱਖਣਾ ਸਤਸੰਗੀ ਜਨੋ, ਦੁਰਮਤ ਤੇ ਗੁਰਮਤ ਇਸ ਸੰਗਤ ਦਾ ਪ੍ਰਭਾਵ ਹੈ, ਇਹ ਧਿਆਨ ਰੱਖ ਲੈਣਾ। ਕਾਹੋਂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੋਂ ਕੀ ਸੰਗਤ ਮਿਲ ਜੰਮਪੁਰ ਜਾਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਿਸੇ ਭਲੇ ਪੁਰਸ਼ਾਂ ਦੀ ਸੰਗਤ ਮਿਲ ਜਾਏ, ਕਹਿੰਦੇ ਫਿਰ ਕੀ ਹੁੰਦਾ? ਕਾਹੋਂ ਕੀ ਸੰਗਤ ਮਿਲ ਜੀਵਨ ਮੁਕਤ ਹੋਏ। ਕਹਿੰਦੇ ਇਨਸਾਨ ਕਹਿੰਦੇ ਮੁਕਤ ਹੋ ਜਾਂਦਾ ਹੈ ਜਿਉਂਦੇ ਜੀ ਹੀ। ਤੇ ਕਹਿੰਦੇ ਕਾਹੋਂ ਕੀ ਸੰਗਤ ਮਿਲ ਜੰਮਪੁਰ ਜਾਤ ਹੈ, ਕਹਿੰਦੇ ਕਿਸੇ ਬੁਰਿਆਂ ਦੀ
ਜਿਨ੍ਹਾਂ ਦੇ ਖਿਆਲ ਨਹੀਂ ਚੰਗੇ, ਜਿਨ੍ਹਾਂ ਦੇ ਵਿਚਾਰ ਨਹੀਂ ਚੰਗੇ, ਜਿਨ੍ਹਾਂ ਦਾ ਆਚਰਣ ਨਹੀਂ ਚੰਗਾ, ਜਿਨ੍ਹਾਂ ਦੇ ਬੋਲ ਨਹੀਂ ਚੰਗੇ, ਜਿਨ੍ਹਾਂ ਦੀ ਦੇਖਣੀ ਨਹੀਂ ਚੰਗੀ, ਜਿਨ੍ਹਾਂ ਦਾ ਸੁਣਨਾ ਨਹੀਂ ਚੰਗਾ, ਉਹੋ ਜਿਹਾਂ ਦੀ ਸੰਗਤ ਹੋ ਜਾਏ। ਤੇ ਸੰਗਤ ਦਾ ਪਤਾ ਕਿੰਨਾ ਅਸਰ ਹੈ ਸਤਸੰਗੀ ਜਨੋ। ਦਾਨੇ ਪੁਰਸ਼ ਕਹਿੰਦੇ ਕੁਛ ਵੀ ਨਾ ਕਰੋ, ਗੰਦਗੀ ਦੇ ਢੇਰ ਦੇ ਵਿੱਚ ਤੇ ਨਿਕਲ ਜਾਓ। ਕੁਛ ਵੀ ਨਹੀਂ ਕੀਤਾ, ਉਹਨੂੰ ਸਪਰਸ਼ ਨਹੀਂ ਕੀਤਾ ਤੁਸੀਂ, ਗੰਦਗੀ ਦੇ ਢੇਰ ਦੇ ਵਿੱਚ ਤੇ ਨਿਕਲ ਜਾਓ। ਦੂਜੀ ਵਾਰੀ ਨਿਕਲ ਜਾਓ, ਤੀਜੀ ਵਾਰੀ ਨਿਕਲ ਜਾਓ, ਤੁਹਾਡੇ ਕੱਪੜਿਆਂ 'ਚੋਂ ਬਦਬੂ ਆਣੀ ਸ਼ੁਰੂ ਹੋ ਜਾਏਗੀ। ਤੇ ਫੁੱਲਾਂ ਦੀ ਵਾੜੀ ਦੇ ਵਿੱਚ ਦੇ ਨਿਕਲ ਜਾਓ, 2-3 ਵਾਰੀ ਤਾਂ ਤੁਹਾਡੇ ਕੱਪੜਿਆਂ 'ਚੋਂ ਖੁਸ਼ਬੂ ਆਣੀ ਸ਼ੁਰੂ ਹੋ ਜਾਏਗੀ। ਤਾਂ ਹੀ ਤਾਂ ਕਬੀਰ ਜੀ ਨੇ ਗੱਲ ਕਹਿ ਦਿੱਤੀ, ਕਹਿੰਦੇ ਸਾਖਤ ਸੰਗ ਨਾ ਕੀਚੀ ਹੈ, ਦੂਰੋਂ ਜਾਈਏ ਭਾਗ। ਕਹਿੰਦੇ ਜਿਹੜੇ ਨਿੰਦਕ ਹਨ, ਸਾਤਕ ਲੋਕ ਹਨ, ਕਹਿੰਦੇ ਉਹਨਾਂ ਦੇ ਨੇੜੇ ਵੀ ਨਾ ਜਾਇਓ। ਕਹਿੰਦੇ ਕਿਉਂਕਿ ਕਹਿੰਦੇ ਕੁਛ ਨਾ ਕੁਛ, ਕਹਿੰਦੇ ਜਦੋਂ ਕਾਜਲ ਦੀ ਕੋਠੜੀ ਦੇ ਨੇੜੇ ਤੇ ਵੀ ਤੁਸੀਂ ਲੰਘੋ ਨਾ, ਕਿੰਨਾ ਤੁਸੀਂ ਉਪਰਾਲਾ ਕਰ ਲਵੋ। ਕੱਜਲ ਦੀ ਕੋਠੜੀ ਦੇ ਵਿੱਚ ਤੇ ਨਿਕਲ ਜਾ, ਤੁਹਾਡੇ ਕੱਪੜਿਆਂ ਨੂੰ ਕਾਜਲ ਦੀ ਰੇਖ ਲਾਗੇ ਹੀ ਕਿ ਲਾਗੇ ਹੈ, ਕੋਈ ਨਾ ਕੋਈ ਕੱਪੜਿਆਂ ਨੂੰ ਰੇਖ ਲੱਗ ਹੀ ਜਾਣੀ ਹੈ ਸਤਿ ਉਹਨੂੰ ਕਾਲਕ ਦੀ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ ਦੁਰਮਤ, ਬੁਰੀ ਮਤ ਸਤਸੰਗੀਆਂ ਨੂੰ। ਹੁਣ ਮੈਂ ਬੇਨਤੀ ਕਰਾਂ, ਦੁਰਮਤ ਕੀ ਚਾਹੁੰਦੀ ਹੈ? ਦੁਰਮਤ ਇਹ ਚਾਹੁੰਦੀ ਹੈ ਕਿ ਵਿਨਾਸ਼ ਕਰਾਂ ਇਹਦਾ ਮੈਂ। ਦੁਰਮਤ ਇਹ ਚਾਹੁੰਦੀ ਕਿ ਇਹਨੂੰ ਬਿਲਕੁਲ ਬਸ ਨਰਕਾਂ ਦਾ ਭਾਗੀਦਾਰ ਬਣਾ ਦੇ। ਇਹ ਦੁਰਮਤ ਇਹ ਚਾਹੁੰਦੀ ਹੈ। ਦੁਰਮਤ ਇਹ ਚਾਹੁੰਦੀ ਹੈ ਕਿ ਜਿਹਦੇ ਅੰਦਰ ਵੀ ਦੁਰਮਤ ਹੈ ਕਿ ਇਹਨਾਂ ਦਾ ਮੈਂ ਜੀਵਨ ਖਤਮ ਕਰ ਦਿਆਂ, ਇਹਦਾ ਮੈਂ ਕੰਮ ਕਾਜ ਖਤਮ ਕਰ ਦਿਆਂ। ਤਾਂ ਜਿਹੜੀ ਗੁਰਮਤ ਹੈ ਉਹ ਚਾਹੁੰਦੀ ਹੈ ਕਿ ਇਹਨੂੰ ਮੈਂ ਉਜਾਗਰ ਕਰ ਦਿਆਂ। ਗੁਰਮਤ ਇਹ ਚਾਹੁੰਦੀ ਹੈ ਇਹਦਾ ਜੀਵਨ ਮੈਂ ਸਫਲਮਈ ਬਣਾ ਦਿਆਂ। ਗੁਰਮਤ ਇਹ ਚਾਹੁੰਦੀ ਹੈ ਇਹਦਾ ਜੀਵਨ ਮੈਂ ਫੁੱਲਾਂਮਈ ਬਣਾ ਦਿਆਂ, ਖੁਸ਼ਬੂਮਈ ਬਣਾ ਦਿਆਂ। ਮੇਰੇ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੁਲੰਬੇ ਦੀ ਧਰਤੀ ਤੇ ਗਏ ਆ, ਤੇ ਉੱਥੇ ਕਿਹਨੂੰ ਮਿਲੇ ਸਨ? ਸੱਜਣ ਠੱਗ ਨੂੰ ਮਿਲੇ ਨਾ ਸਤਸੰਗੀ ਜਨੋ। ਤੇ ਸੱਜਣ ਠੱਗ ਕੀ ਸੀ? ਦੁਰਮਤ ਦਾ ਭਰਿਆ ਹੋਇਆ ਸੀ। ਮੈਂ ਹੁਣ ਬੇਨਤੀ ਕਰ ਰਿਹਾ ਕਿ ਦੁਰਮਤ ਕੀ ਚਾਹੁੰਦੀ ਹੈ? ਸੱਜਣ ਠੱਗ ਨੇ ਦਰਸ਼ਨ ਕਰ ਲਏ, ਪਰ ਮੈਂ ਬੇਨਤੀ ਕਰਾਂ ਇੱਕ ਗੱਲ ਦਾ ਧਿਆਨ ਰੱਖਣਾ, ਇਕੱਲੇ ਦਰਸ਼ਨਾਂ ਨਾਲ ਗੱਲ ਕੋਈ ਨਹੀਂ ਬਣਨ ਵਾਲੀ। ਇਹ ਨਾ ਸੋਚੋ ਮੈਂ ਦਰਸ਼ਨਾਂ ਦਾ ਕੋਈ ਖੰਡਨ ਕਰ ਰਿਹਾ, ਦਰਸ਼ਨਾਂ ਦੀ ਬੜੀ ਮਹਾਨਤਾ ਬਾਣੀ ਦੇ ਅੰਦਰ। ਪਰ ਜੇ ਸੋਚੋ ਕਿ ਇਕੱਲੇ ਦਰਸ਼ਨਾਂ ਨਾਲ ਗੱਲ ਬਣ ਜਾਵੇਗੀ ਤਾਂ ਗੁਰੂ ਸਾਹਿਬ ਨੇ ਤਾਂ ਕਹਿ ਦਿੱਤਾ, ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠਿਆ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਕੱਲੇ ਮੈਂ ਬੇਨਤੀ ਕਰਾਂ, ਸੱਜਣ ਨੇ ਦਰਸ਼ਨ ਤਾਂ ਕਰ ਲਏ ਸਨ, ਪਰ ਉਸ ਤੋਂ ਅੰਦਰ ਵੀ ਉਹਦੇ ਅੰਦਰ ਜਿਹੜੀ ਦੁਰਮਤ ਹੈ ਉਹ ਇਹ ਸੋਚ ਰਹੀ ਹੈ ਕਿ ਇਹਨਾਂ ਨੂੰ ਮੈਂ ਮਾਰਨਾ ਤੇ ਇਹਨਾਂ ਦਾ ਮਾਲ ਸਬਾਬ ਲੁੱਟਣਾ। ਦੁਰਮਤ ਇਹ ਚਾਹੁੰਦੀ ਹੈ ਸਤਸੰਗੀ ਜਨੋ। ਪਰ ਗੁਰੂ ਦੀ ਮੱਤ ਕੀ ਚਾਹੁੰਦੀ ਹੈ? ਉਹ ਤਾਂ ਮਾਰਨ ਦੀ ਸੋਚ ਰਿਹਾ। ਤੇ ਗੁਰੂ ਦੀ ਮੱਤ ਇਹ ਚਾਹੁੰਦੀ ਹੈ ਕਿ ਨਹੀਂ, ਇਹਦੇ ਅੰਦਰ ਜਿਹੜੀ ਬੁਰੀ ਮੱਤ ਹੈ ਨਾ, ਮੈਂ ਉਹਦਾ ਵਿਨਾਸ਼ ਕਰਨਾ ਹੈ, ਇਹਦਾ ਜੀਵਨ ਮੈਂ ਉਜਲ ਕਰਨਾ ਹੈ। ਤਾਂ ਹੀ ਤਾਂ ਮੇਰੇ ਗੁਰੂ ਸਾਹਿਬ ਨੇ ਸ਼ਬਦ ਵੀ ਉਜਲ ਵਾਲਾ ਲਿਆ। ਉਜਲ ਕੇ ਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤੀਆਂ ਝੂਠ ਨਾ ਉਤਰੇ ਜੇ ਸੋ ਧੋਵਣ ਤਿਸ। ਗੁਰੂ ਸਾਹਿਬ ਨੇ ਗੱਲ ਹੀ ਉਜਲ ਦੀ ਕੀਤੀ। ਬਸ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਜਿਹੜੀ ਦੁਰਮਤ ਹੈ ਉਹ ਬਸ ਸਭ ਕਾਸੇ ਦਾ ਵਿਨਾਸ਼ ਚਾਹੁੰਦੀ ਹੈ, ਖਤਮ ਕਰਨਾ ਚਾਹੁੰਦੀ ਹੈ। ਤੇ ਜਿਹੜੀ ਗੁਰਮਤ ਹੈ ਸਤਸੰਗੀ ਜਨੋ, ਉਹ ਚਾਹੁੰਦੀ ਹੈ ਕਿ ਇਹ ਪ੍ਰਫੁੱਲਤ ਹੋਵੇ, ਇਹ ਖੇੜੇ ਦੇ ਵਿੱਚ ਆਵੇ, ਇਹਦਾ ਰਸ ਜਿਹੜਾ ਅੰਦਰ ਪਰਮਾਤਮਾ ਦਾ ਉਹ ਇੰਨਾ ਉਜਾਗਰ ਹੋ ਜਾਏ ਕਿ ਉਹ ਰਸ ਪਰਮ ਰਸ ਦੇ ਵਿੱਚ ਅਭੇਦ ਹੋ ਜਾਵੇ। ਪੈਗ ਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ। ਕਹਿੰਦੇ ਕਲ ਮੈਂ ਹਰ ਕੋ ਨਾਮ, ਕਈਆਂ ਨੇ ਅਰਥ ਇਹਦੇ ਕੀਤੇ ਹਨ ਕਿ ਕਲਯੁਗ 'ਚ ਹਰੀ ਦਾ ਨਾਮ ਜਪੋ, ਪਰ ਕਲ ਮੈਂ ਇੱਥੇ ਅਰਥ ਹਨ ਕਿ ਜਿਹੜਾ ਸਾਡੇ ਅੰਦਰ ਕਲ ਚੱਲਦੀ ਹੈ, ਜਿਹੜਾ ਸਾਡੇ ਅੰਦਰ ਕਲੇਸ਼ ਚੱਲਦਾ ਹੈ। ਕਹਿੰਦੇ ਇਹ ਤਾਂ ਨਾਸਨ ਹੋਵੇਗਾ, ਕਹਿੰਦੇ ਜਦੋਂ ਤੂੰ ਕਹਿੰਦੇ ਹਰੀ ਪਰਮਾਤਮਾ ਦੇ ਨਾਮ ਨੂੰ ਜਪੇਗਾ। ਅੱਗੇ ਗੁਰੂ ਸਾਹਿਬ ਕਹਿੰਦੇ ਨਿਸ ਦਿਨ ਜੋ ਨਾਨਕ ਭਜੇ ਸਫਲ ਹੋਏ ਤੈ ਕੰਮ। ਕਹਿੰਦੇ ਰਾਤ ਦਿਨ ਉਸ ਪਰਮਾਤਮਾ ਦਾ ਨਾਮ ਜਪ। ਹੁਣ ਇਨਸਾਨ ਕਹੇਗਾ ਜੀ ਰਾਤ ਦਿਨ ਕਿਵੇਂ ਰੱਬ ਦਾ ਨਾਮ ਜਪ ਲਈ, ਅਸੀਂ ਕੰਮ ਧੰਦਾ ਵੀ ਤਾਂ ਕਰਨਾ ਨਾ। ਗੁਰੂ ਸਾਹਿਬ ਨੇ ਕਿੰਨਾ ਸੋਹਣਾ ਕਿਹਾ, ਇੱਕ ਬੜਾ ਸੋਹਣਾ ਸੰਵਾਦ ਬਾਣੀ ਦੇ ਅੰਦਰ ਹੈ ਨਾਮਦੇਵ ਜੀ ਦਾ ਤਾਂ ਤਰਲੋਚਨ ਜੀ ਦਾ। ਤਰਲੋਚਨ ਜੀ ਨੂੰ ਸੁਣਨ ਦੇ ਵਿੱਚ ਮਿਲਿਆ ਕਿ ਨਾਮਦੇਵ ਜੀ ਹਰ ਵਕਤ ਰੱਬ ਦੇ ਨਾਮ ਦੇ ਵਿੱਚ ਲੀਨ ਰਹਿੰਦੇ ਹਨ। ਉਹਨਾਂ ਦਾ ਮਨ ਕੀਤਾ ਕਿ ਚਲੋ ਦਰਸ਼ਨ ਤਾਂ ਕਰਕੇ ਆਈਏ, ਕਿਉਂਕਿ ਆਪਣੇ ਅੰਦਰ ਤੜਪ ਸੀ। ਕਿਉਂਕਿ ਜਿਸ ਤਰ੍ਹਾਂ ਦੀ ਇਨਸਾਨ ਦੇ ਆਪਣੇ ਵਿਚਾਰ ਹੁੰਦੇ ਹਨ, ਉਸੇ ਤਰ੍ਹਾਂ ਦੇ ਵਿਚਾਰਾਂ ਨੂੰ ਇਨਸਾਨ ਮਿਲਣਾ ਚਾਹੁੰਦਾ ਤੇ ਉਹਨੂੰ ਮਿਲ ਕੇ ਹੀ ਖੁਸ਼ ਹੁੰਦਾ। ਸ਼ਰਾਬੀ ਨੂੰ ਮਿਲ ਕੇ ਖੁਸ਼ ਹੁੰਦਾ, ਵਿਕਾਰੀ ਨੂੰ ਮਿਲ ਕੇ ਖੁਸ਼ ਹੁੰਦਾ। ਜਿਹੜਾ ਸੰਗਤ ਕਰਨ ਵਾਲਾ, ਸਤ ਸੰਗਤ ਕਰਨ ਵਾਲਾ, ਉਹ ਸਤਸੰਗੀ ਨੂੰ ਮਿਲ ਕੇ ਖੁਸ਼ ਹੁੰਦਾ। ਗੁਰੂ ਸਾਹਿਬ ਨੇ ਬਾਣੀ 'ਚ ਕਹਿ ਦਿੱਤਾ, ਉੱਡਤੇ ਕੋ ਉੜਤਾ ਮਿਲੇ, ਚਲਤੇ ਕੋ ਚਲਤਾ, ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਤਾਂ ਇਸ ਕਰਕੇ ਸਤਸੰਗੀ ਜਨੋ ਕੀ ਹੁੰਦਾ, ਇਨਸਾਨ ਉਸੇ ਤਰ੍ਹਾਂ ਦੇ ਵਿਚਾਰਾਂ ਵਾਲਿਆਂ ਨੂੰ ਮਿਲਦਾ। ਤਰਲੋਚਨ ਜੀ ਦੇ ਮਨ 'ਚ ਆਇਆ
ਕਿ ਮੈਂ ਵੀ ਭਗਤੀ ਕਰਨ ਦੇ ਮਾਰਗ ਤੇ ਚੱਲ ਰਿਹਾ, ਮੈਂ ਘੱਟੋ ਘੱਟ ਮਿਲ ਕੇ ਤਾਂ ਆਵਾਂ, ਉਹਨਾਂ ਦੇ ਦਰਸ਼ਨ ਤਾਂ ਕਰਾਂ ਕਿਸ ਤਰ੍ਹਾਂ ਦਾ ਜੀਵਨ ਜਿਉਂਦੇ ਆ। ਤੇ ਜਾਂਦਿਆਂ ਨੂੰ ਸਤਸੰਗੀ ਜਨੋ ਉਹ ਤਾਂ ਆਪਣਾ ਕੰਮ ਕਰੀ ਜਾ ਰਹੇ ਸਨ, ਛਿੰਬੇ ਸਨ ਜਾਤੀ ਦੇ, ਕੱਪੜੇ ਛਾਪ ਰਹੇ ਸਨ। ਤੇ ਤਰਲੋਚਨ ਜੀ ਨੇ ਉੱਥੇ ਸਵਾਲ ਖੜਾ ਕਰ ਦਿੱਤਾ, ਨਾਮਾ ਮਾਇਆ ਮੋਹਿਆ ਕਹੇ ਤਰਲੋਚਨ ਮੀਤ, ਕਾਹੇ ਛੀਪੋ ਛਾਇਲੇ ਰਾਮ ਨਾ ਲਾਵੋ ਚੀਤ। ਕਹਿੰਦੇ ਨਾਮ ਦੇ ਮੈਂ ਤਾਂ ਸੁਣਿਆ ਸੀ ਤੂੰ ਬੜਾ ਨਾਮ ਜਪਦਾ, ਤੂੰ ਤਾਂ ਆਪਣੇ ਕੰਮ ਧੰਦੇ 'ਚ ਫਸਿਆ ਫਿਰਦਾ ਹੈ। ਰਾਮ ਨਾ ਲਾਵੋ ਚੀਤ, ਤੂੰ ਰੱਬ ਦੇ ਨਾਲ ਚਿੱਤ ਤਾਂ ਲਗਾਇਆ ਨਹੀਂ ਹੋਇਆ, ਚਿਤਵਨੀ ਤਾਂ ਤੂੰ ਕਰ ਨਹੀਂ ਰਿਹਾ। ਤੇ ਉੱਥੇ ਨਾਮਦੇਵ ਜੀ ਨੇ ਪਤਾ ਕੀ ਕਹਿੰਦੇ, ਹਾਥ ਪਾਮ ਕਰ ਕਾਮ ਸਭ ਚੀਤ ਨਰੰਜਨ ਨਾਲ। ਕਹਿੰਦੇ ਮੈਂ ਹੱਥਾਂ ਪੈਰਾਂ ਨਾਲ ਕੰਮ ਕਰਦਾ ਹਾਂ, ਪਰ ਕਹਿੰਦੇ ਮੇਰਾ ਅੰਦਰੋਂ ਜਿਹੜੀ ਚਿੱਤ ਹੈ ਨਾ, ਕਹਿੰਦੇ ਉਹ ਰੱਬ ਨਾਲ ਜੁੜਿਆ ਹੋਇਆ। ਮੈਨੂੰ ਲੱਗਦਾ ਹੈ ਕਿ ਇੰਨੀ ਗੱਲ ਨਾਲ ਜਿਵੇਂ ਸਾਡੀ ਤਸੱਲੀ ਨਹੀਂ ਨਾ ਹੁੰਦੀ, ਤਰਲੋਚਨ ਜੀ ਦੀ ਵੀ ਨਹੀਂ ਹੋਏਗੀ। ਜਦੋਂ ਬਾਣੀ ਦਾ ਚਿੰਤਨ ਕਰੋ ਇਹ ਗੱਲ ਸਪਸ਼ਟ ਹੁੰਦੀ ਕਿ ਤਰਲੋਚਨ ਜੀ ਦੀ ਇਸ ਇੰਨੀ ਗੱਲ ਸੁਣ ਕੇ ਸਹਿਮਤੀ ਨਹੀਂ ਹੋਈ ਹੋਏਗੀ, ਅੰਦਰੋਂ ਨਹੀਂ। ਫਿਰ ਨਾਮਦੇਵ ਜੀ ਨੇ ਇੱਕ ਹੋਰ ਸ਼ਬਦ ਉਚਾਰਨ ਕੀਤਾ, ਆਨੀ ਲੈ ਕਾਗਜ਼। ਮੈਂ ਸਾਰਾ ਸ਼ਬਦ ਨਹੀਂ ਵਿਚਾਰ ਰੱਖਾਂਗਾ, ਸਮਾਂ ਬੜਾ ਲੱਗ ਜਾਏਗਾ। ਫਿਰ ਉਹਨਾਂ ਨੂੰ ਦੱਸਿਆ ਉਹਨੇ ਕਿਆ ਹੋਏਗਾ ਤਰਲੋਚਨ, ਕਿ ਇਹ ਕਿਵੇਂ ਹੋ ਜਾਏਗਾ, ਹਾਥ ਪਾਮ ਕਰ ਕਾਮ ਸਭ ਚੀਤ ਨਰੰਜਨ ਨਾਲ ਕਿਵੇਂ ਹੋ ਜਾਏਗਾ। ਫਿਰ ਨਾਮਦੇਵ ਜੀ ਨੇ ਦੂਜਾ ਸ਼ਬਦ ਉਚਾਰਨ ਕੀਤਾ, ਕਹਿੰਦੇ ਆਨੀ ਲੈ ਕਾਗਜ਼ ਕਾਟੀ ਲੈ ਗੁੱਡੀ, ਆਕਾਸ਼ ਮਦੇ ਪੰਜ ਪਰਮਈਏ ਲੈ, ਪੰਜ ਜਨਾਂ ਸੋ ਬਾਤ ਬਤੂਆ ਚੀਤ ਸੋ ਡੋਰੀ ਰਾਖੀ ਲੈ। ਉਦਾਹਰਨ ਦਿੱਤੀ, ਕਹਿੰਦੇ 5-7 ਦੋਸਤ ਸਨ, ਕਹਿੰਦੇ ਬਾਜ਼ਾਰ 'ਚ ਗਏ, ਕਾਗਜ਼ ਲੈ ਕੇ ਆਏ, ਪਤੰਗ ਬਣਾਇਆ, ਕਹਿੰਦੇ ਕੋਠੇ ਤੇ ਚੜੇ, ਕਹਿੰਦੇ ਉਹਨਾਂ ਨੇ ਪਤੰਗ ਉਡਾਣੀ ਸ਼ੁਰੂ ਕਰ ਦਿੱਤੀ। ਹੁਣ ਕਹਿੰਦੇ ਪੰਜੋ ਹੀ ਆਪਸ 'ਚ ਗੱਲਾਂ ਕਰਦੇ ਹਨ। ਕਹਿੰਦੇ ਦੱਸੋ, ਕਹਿੰਦੇ ਉਹਨਾਂ ਦਾ ਚਿੱਤ ਕਿੱਧਰ ਹੈ। ਕਹਿੰਦੇ ਜਿਹਦੇ ਹੱਥ ਵਿੱਚ ਹੈ ਨਾ ਗੁੱਡੀ ਡੋਰ, ਕਹਿੰਦੇ ਉਹਦਾ ਚਿੱਤ ਉੱਧਰ ਹੈ, ਕਿਤੇ ਮੇਰੀ ਪਤੰਗ ਨਾ ਕੱਟ ਜਾਏ, ਕਿਤੇ ਪਤੰਗ ਨਾ ਗਿਰ ਜਾਏ। ਮੈਂ ਬੇਨਤੀ ਕਰਾਂ, ਸਾਡੇ ਜੀਵਨ ਦੀ ਵੀ ਇੱਕ ਪਤੰਗ ਹੈ, ਇਹਨੂੰ ਗਿਰਨ ਨਾ ਤੇ ਉਹਨੂੰ ਉੱਪਰ ਲੈ ਕੇ ਜਾਇਓ, ਇੰਨੀ ਉੱਪਰ ਲੈ ਜਾਓ ਕਿ ਬਸ ਉਸ ਪਰਮਾਤਮਾ ਨੂੰ ਇਹ ਸਾਡੀ ਜੀਵਨ ਦੀ ਗੁੱਡੀ ਪ੍ਰਵਾਨ ਚੜ ਜਾਏ। ਸਤਸੰਗੀ ਚਲੋ, ਮੇਰੇ ਗੁਰੂ ਪਾਤਸ਼ਾਹ ਕਹਿੰਦੇ ਹਨ, ਕਹਿੰਦੇ ਇਹ ਇਨਸਾਨ ਕਹਿੰਦੇ ਇਹ ਇਨਸਾਨ ਨਿਸ ਦਿਨ ਜੋ ਨਾਨਕ ਭਜੇ। ਮੈਂ ਆਪ ਜੀ ਨੂੰ ਬੇਨਤੀ ਕਰਦਾ ਸੀ, ਇਹ ਗੁਰੂ ਸਾਹਿਬ ਕਹਿੰਦੇ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦਕਾ। ਕਹਿੰਦੇ ਸਿੱਖਾ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਜਿੱਥੇ ਹੋਰ ਤੇਰੇ ਅੰਦਰ ਇੰਨੀਆਂ ਚਿਤਵਨੀਆਂ ਚੱਲੀ ਜਾਂਦੀਆਂ ਹਨ, ਕਹਿੰਦੇ ਵਧੀਆ ਗੱਲ ਹੈ ਨਾ, ਵਾਹਿਗੁਰੂ ਵਾਹਿਗੁਰੂ ਕਰ ਲਾ, ਮੂਲ ਮੰਤਰ ਦਾ ਪਾਠ ਕਰ ਲਾ, ਕੋਈ ਸ਼ਬਦ ਜਾਪ ਹੈ ਉਹਦਾ ਜਾਪ ਕਰ ਲਾ। ਗੁਰੂ ਸਾਹਿਬ ਕਹਿੰਦੇ ਨਿਸ ਦਿਨ, ਕਹਿੰਦੇ ਰਾਤ ਨੂੰ ਵੀ ਮੈਂ ਬੇਨਤੀ ਕਰਾਂ, ਰਾਤ ਨੂੰ ਸੌਣ ਲੱਗੇ ਜਿਹੜੇ ਗੁਰਮੁਖ ਪਿਆਰੇ ਕਦੀ ਕਰਕੇ ਦੇਖਣਾ, ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਸੌਂਦੇ ਹਨ ਨਾ, ਰਾਤ ਨੂੰ ਜਾਗ ਖੁੱਲ ਜਾਏ ਸਤਸੰਗੀ ਜਨੋ, ਤਾਂ ਉਹਨਾਂ ਦੀ ਰਸਨਾ ਤੇ ਵਾਹਿਗੁਰੂ ਹੀ ਹੁੰਦਾ ਹੈ। ਦਾਸ ਕਈ ਵਾਰੀ ਸ਼ਬਦ ਯਾਦ ਕਰਦੇ ਹਨ, ਤਾਂ ਜਿਹੜਾ ਸ਼ਬਦ ਯਾਦ ਕਰਦੇ ਹਨ ਰਾਤ ਨੂੰ ਜਾਗ ਖੁੱਲ ਜਾਏ ਤਾਂ ਉਹ ਪੰਕਤੀਆਂ ਚੱਲ ਰਹੀਆਂ ਹੁੰਦੀਆਂ ਹਨ। ਸਤਸੰਗੀ ਜਨੋ, ਗੁਰੂ ਪਾਤਸ਼ਾਹ ਕਹਿੰਦੇ ਹਨ, ਕਹਿੰਦੇ ਦਿਨ ਤੇ ਰਾਤ, ਰਾਤ ਤੇ ਦਿਨ, ਕਹਿੰਦੇ ਨਿਸ ਦਿਨ, ਕਹਿੰਦੇ ਨਿਸ ਦਿਨ ਜੋ ਨਾਨਕ ਭਜੇ ਸਫਲ ਹੋਏ ਤਾਂ ਕੰਮ, ਕਹਿੰਦੇ ਤਾਂ ਤੇਰਾ ਜੀਵਨ ਦੇ ਵਿੱਚ ਆਇਆ ਹੋਇਆ ਸਫਲ ਹੋਵੇਗਾ। ਮੈਂ ਬੇਨਤੀ ਕਰਾਂ, ਦੁਨਿਆਵੀ ਕੰਮ ਧੰਦੇ ਆਪਾਂ ਕਰੋ ਸਤਸੰਗੀ ਜਨੋ, ਇਹ ਵੀ ਪ੍ਰਾਪਤੀਆਂ ਕਰੋ, ਪਰ ਜਿਹੜਾ ਲਕਸ਼ ਹੈ ਆਪਣਾ, ਹੁਣ ਇਨਸਾਨ ਜਿਹੜੀ ਚੀਜ਼ ਵਾਸਤੇ ਨਿਕਲਿਆ ਉਹ ਆਪਣੇ ਲਕਸ਼ ਤੱਕ ਹੀ ਨਾ ਪਹੁੰਚੇ, ਰਸਤੇ ਦੇ ਵਿੱਚ ਇਹ ਖਿੱਲਾਂ ਤਮਾਸ਼ਿਆਂ ਦੇ ਵਿੱਚ ਹੀ ਫਸ ਜਾਵੇ, ਤੇ ਜਦੋਂ ਵਾਪਸ ਆਏਗਾ ਪਿਓ ਤਾਂ ਕਹੇਗਾ ਵੀ ਤੈਨੂੰ ਭੇਜਿਆ ਤੇ ਮੈਂ ਫਲਾਨੀ ਚੀਜ਼ ਵਾਸਤੇ ਸੀਗਾ, ਆਪਣਾ ਲਕਸ਼ ਤਾਂ ਤੂੰ ਪੂਰਾ ਨਹੀਂ ਕਰਕੇ ਆ, ਤੂੰ ਤਾਂ ਰਸਤੇ ਵਿੱਚ ਜਿਹੜੀਆਂ ਖੇਡਾਂ ਸਨ ਉਹਨਾਂ ਵਿੱਚ ਫਸ ਕੇ ਰਹਿ ਗਿਆ। ਆ ਵੀ ਤਾਂ ਸਭ ਖੇਡਾਂ ਹੀ ਹਨ, ਬੱਚੇ ਵੀ ਤਾਂ ਖੇਡਾਂ ਹੀ ਹਨ ਸਤਸੰਗੀ ਜਨੋ, ਪਰਿਵਾਰ ਵੀ ਤਾਂ ਖੇਡਾਂ ਹੀ ਹਨ, ਇਹ ਕੰਮ ਕਾਜ ਵੀ ਤਾਂ ਖੇਡਾਂ ਹੀ ਹਨ, ਪਦਾਰਥ ਵੀ ਤਾਂ ਖੇਡਾਂ ਹੀ ਹਨ। ਆਪਾਂ ਇਹਨਾਂ 'ਚ ਫਸ ਕੇ ਰਹਿ ਜਾਂਦੇ ਹਾਂ। ਜਿਹੜਾ ਲਕਸ਼ ਸੀਗਾ ਲੈ ਕੇ ਆਏ, ਜਿਹੜਾ ਗੁਰੂ ਸਾਹਿਬ ਕਹਿੰਦੇ ਹਨ, ਜਿਹੜਾ ਰੋਜ਼ ਆਪਾਂ ਪੜ੍ਹਦੇ ਸੁਣਦੇ ਹਾਂ, ਭਈ ਪ੍ਰਾਪਤ ਮਾਨੁਖ ਦਿਓਰੀਆ, ਲਕਸ਼ ਕੀ ਹੈ? ਗੋਬਿੰਦ ਮਿਲਣ ਕੀ। ਗੱਜ ਵੱਜ ਕੇ ਬੋਲਦੇ, ਲਕਸ਼ ਕੀ ਹੈ? ਗੋਬਿੰਦ ਮਿਲਣ ਕੀ। ਹਾਂ, ਬਸ ਇਹ ਲਕਸ਼ ਨੂੰ ਧਿਆਨ 'ਚ ਰੱਖਿਆ ਕਰੋ। ਆਪਾਂ ਸੰਸਾਰ ਵਿੱਚ ਖੱਚਤ ਹੋ ਕੇ, ਪਰਿਵਾਰ ਵਿੱਚ ਖੱਚਤ ਹੋ ਕੇ ਆਪਣਾ ਲਕਸ਼ ਹੀ ਭੁੱਲ ਗਏ ਆ। ਤਾਂ ਜਿਹੜਾ ਬੱਚਾ ਹੀ ਲਕਸ਼ ਹੀ ਭੁੱਲ ਜਾਵੇ, ਮੈਂ ਬੇਨਤੀ ਕਰਾਂ, ਕੋਈ ਪੜ੍ਹਾਈ ਕਰੀ ਜਾਵੇ, ਲਕਸ਼ ਉਹਨੇ ਪਹਿਲਾਂ ਪਕੜ ਲਿਆ ਹੋਵੇ, ਮਾਂ ਬਾਪ ਕਹਿੰਦੇ ਤੇਰਾ ਲਕਸ਼ ਡਾਕਟਰੀ ਹੈ, ਪਰ ਉਹਨੂੰ ਲਕਸ਼ ਹੀ ਨਾ ਯਾਦ ਰਵੇ ਤਾਂ ਉੱਥੇ ਤੱਕ ਪਹੁੰਚੇਗਾ ਕਿਵੇਂ? ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨਿਸ ਦਿਨ ਜੋ ਨਾਨਕ ਭਜੇ ਸਫਲ ਹੋਏ ਤੇ ਕਾਮ। ਅਗਲੇ ਸ਼ਲੋਕ 'ਚ ਫਰਮਾਨ ਕਰਦੇ ਹਨ, ਕਹਿੰਦੇ ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਨ ਰੇ ਮਨਾ ਪਰੇ ਨਾ ਜਮ ਕੈ ਧਾਮ। ਜਿਹਬਾ ਗੁਣ ਗੋਬਿੰਦ ਸੁਣੋ। ਮੈਂ ਬੇਨਤੀ ਕਰਾਂ, ਗੁਰਮਤਿ ਦੇ ਵਿੱਚ ਰੱਬ ਨੂੰ ਮਿਲਣ ਦਾ ਜੋ ਢੰਗ ਦਰਸਾਇਆ ਗਿਆ, ਜਿਹਦਾ ਜ਼ਿਆਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ, ਉਹ ਹੈ ਸ਼ਬਦ ਤੇ ਸੁਰ ਦਾ ਮਿਲਾਪ।
ਸ਼ਬਦ ਤੇ ਸੁਰ ਦਾ ਮਿਲਾਪ ਹੋਵੇਗਾ ਕਿ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਿਆ ਜਾਵੇ ਤੇ ਕੰਨਾਂ ਨਾਲ ਵਾਹਿਗੁਰੂ ਸ਼ਬਦ ਸੁਣਿਆ ਜਾਵੇ। ਇਸ ਗੱਲ ਦਾ ਨੌਵੇਂ ਪਾਤਸ਼ਾਹ ਨੇ ਇੱਥੇ ਜ਼ਿਕਰ ਕੀਤਾ। ਕਹਿੰਦੇ ਜਿਹਬਾ ਗੁਣ ਗੋਬਿੰਦ, ਕਹਿੰਦੇ ਗੋਬਿੰਦ ਦੇ ਗੁਣ ਜੀਭਾਂ ਨਾਲ ਕਹਿੰਦੇ ਉਚਾਰਨੇ ਸ਼ੁਰੂ ਕਰ। ਕਹਿੰਦੇ ਕੀ ਕਰ? ਜਿਹਬਾ ਗੁਣ ਗੋਬਿੰਦ ਭਜੋ, ਕਹਿੰਦੇ ਭਜ ਜਪ, ਕਹਿੰਦੇ ਕਰਨ ਸੁਣੋ ਹਰ ਨਾਮ। ਕਹਿੰਦੇ ਜਿਹੜਾ ਹਰੀ ਪ੍ਰਮਾਤਮਾ ਦਾ ਨਾਮ ਤੂੰ ਜਪਣਾ ਸ਼ੁਰੂ ਕੀਤਾ ਰਸਨਾ ਦੇ ਨਾਲ, ਉਹਨੂੰ ਕੰਨਾਂ ਨਾਲ ਸੁਣਨ ਦਾ ਕੰਮ ਵੀ ਕਰ, ਕੰਨਾਂ ਨਾਲ ਸੁਣ। ਜਿਹਨੂੰ ਨੌਵੇਂ ਪਾਤਸ਼ਾਹ ਨੇ ਬੜਾ ਸੋਹਣਾ ਆਪਣੇ ਬਚਨਾਂ ਵਿੱਚ ਕਿਹਾ, ਕਹਿੰਦੇ ਸਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਕਹਿੰਦੇ ਸਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਕਹਿੰਦੇ ਰਸਨਾ ਗੋਬਿੰਦ ਦੇ ਗੀਤ ਗਾਵੇ। ਮੈਂ ਬੇਨਤੀ ਕਰਾਂ, ਗੀਤ ਤੋਂ ਧਿਆਨ 'ਚ ਆ ਗਿਆ, ਗੀਤ ਤਾਂ ਆਪਾਂ ਨੂੰ ਗਾਣੇ ਹੀ ਪੈਣਗੇ, ਭਾਵੇਂ ਸੰਸਾਰ ਦੇ ਗਾ ਲਓ ਤੇ ਭਾਵੇਂ ਨਿਰੰਕਾਰ ਦੇ ਗਾ ਲਓ। ਸੰਸਾਰ ਦੇ ਗਾ ਕੇ ਤਾਂ ਮੈਂ ਜਿੰਨੇ ਅੱਜ ਤੱਕ ਦੇਖਿਆ ਦੁਖੀ ਹੀ ਦੁਖੀ ਦੇਖੇ ਹਨ, ਸੁਖੀ ਤਾਂ ਮੈਂ ਕੋਈ ਦੇਖਿਆ ਨਹੀਂ, ਭਾਵੇਂ ਕੋਈ ਕਿੰਨਾ ਧਨਵਾਨ ਬਣ ਜਾਏ ਸਤਸੰਗੀ ਜਨੋਂ। ਪਰ ਇੱਕ ਗੀਤ ਹੈ ਜਿਹਨੂੰ ਗੁਰੂ ਸਾਹਿਬ ਕਹਿੰਦੇ ਹਨ, ਨਾਨਕ ਭਉ ਜਲ ਪਾਰ ਪਰੇ ਜੋ ਗਾਏ, ਗੱਜ ਵੱਜ ਕੇ ਬੋਲੋ, ਜੋ ਗਾਏ ਪ੍ਰਭ ਕੇ ਗੀਤ। ਗੱਲ ਉੱਥੇ ਵੀ ਗੀਤ ਦੀ ਕੀਤੀ ਹੈ। ਕਹਿੰਦੇ ਉਹ ਭਵ ਸਾਗਰ ਤੋਂ ਕਹਿੰਦੇ ਪਾਰ ਹੋ ਜਾਂਦਾ। ਕਹਿੰਦੇ ਜਿਹੜੇ ਰੱਬ ਤੇ ਪਰਮਾਤਮਾ ਦੇ ਗੀਤ ਗਾਉਂਦਾ ਹੈ, ਗੀਤ ਤਾਂ ਗਾਣੇ ਪੈਣਗੇ ਆਪਾਂ ਨੂੰ। ਮੈਂ ਇਹ ਨਹੀਂ ਕਹਿੰਦਾ ਕਿ ਸਾਰਾ ਟਾਈਮ ਆਪਣਾ ਪਰਿਵਾਰ ਵੀ ਪਾਲੋ, ਸੰਸਾਰ ਵੀ ਚਲਾਓ। ਭਾਈ ਗੁਰਦਾਸ ਜੀ ਨੇ ਇੱਕ ਉਦਾਹਰਨ ਦਿੱਤੀ ਹੋਈ ਹੈ ਨਾ, ਕਹਿੰਦੇ ਜੈਸੇ ਬੋਝ ਭਰੀ ਨਾਵ ਅੰਗਰੀ ਦਵੈ ਬਾਹਰ ਹਵੈ ਪਾਰ ਪਰੇ ਪੂਰ ਸਭੇ ਕੁਸਲ ਬਿਆਤ ਹੈ। ਉਹ ਕਹਿੰਦੇ ਘੱਟੋ ਘੱਟ ਕਹਿੰਦੇ ਕਸ਼ਤੀ ਜਿਹੜੀ ਕਹਿੰਦੇ ਪਾਣੀ 'ਚ ਰਹਿੰਦੀ ਹੈ, ਉਹ 'ਚ ਕਹਿੰਦੇ ਤੁਸੀਂ ਪਾਰ ਰੱਖ ਦਿਓ, ਕੁਝ ਬੰਦੇ ਬਹਿ ਜਾਣ, ਉਹ ਕਹਿੰਦੇ ਕਿਸ਼ਤੀ ਪਤਾ ਕੀ ਕਰਦੀ, ਸਾਰੀ ਦੀ ਸਾਰੀ ਪਾਣੀ 'ਚ ਡੁੱਬ ਜਾਂਦੀ ਆ। ਕਹਿੰਦੇ ਜਦੋਂ ਸਾਰੀ ਦੀ ਸਾਰੀ ਪਾਣੀ 'ਚ ਡੁੱਬ ਗਈ, ਉਸ ਤੋਂ ਬਾਅਦ ਕਹਿੰਦੇ ਇੱਕ ਖਿਆਲ ਰੱਖਣਾ, 2-4 ਉਂਗਲਾਂ ਬਾਹਰ ਹੈ। ਪੰਗਤੀ ਮੈਂ ਦੁਬਾਰਾ ਆਪ ਜੀ ਨੂੰ ਦ੍ਰਿੜ ਕਰਵਾ ਦੇਵਾਂ। ਕਹਿੰਦੇ ਜੈਸੇ ਬੋਝ ਭਰੀ ਨਾਵ ਅੰਗਰੀ ਦਵੈ ਬਾਹਰ ਹਵੈ ਪਾਰ ਪਰੇ ਪੂਰ ਸਭੇ ਕੁਸਲ ਬਿਹਾਤ ਹੈ। ਕਹਿੰਦੇ ਖੁਸ਼ ਹੁੰਦੇ ਹਨ ਜਦੋਂ ਪਰਲੇ ਕੰਢੇ ਤੇ ਜਾ ਕੇ ਉਤਰ ਜਾਂਦੇ ਹਨ, ਜਦੋਂ ਸਮਾਨ ਵੀ ਬਚ ਜਾਂਦਾ ਹੈ। ਭਾਈ ਸਾਹਿਬ ਜੀ ਨੇ ਇਹਦੇ ਵਿੱਚ ਉਦਾਹਰਨਾਂ ਦਿੱਤੀਆਂ। ਸਾਰੇ ਸ਼ਬਦ ਮੈਂ ਆਪ ਜੀ ਨੂੰ ਬੇਨਤੀ ਕਰਾਂ। ਹੁਣ ਭਾਈ ਸਾਹਿਬ ਜੀ ਸਮਝਾਉਣਾ ਇਹ ਚਾਹੁੰਦੇ ਹਨ, ਕਹਿੰਦੇ ਭਰਾਵਾ ਤੇਰੀ ਜੀਵਨ ਦੀ ਕਸ਼ਤੀ 'ਚ ਪਰਿਵਾਰ ਹੈ, ਸੰਸਾਰ ਹੈ, ਕਾਰੋਬਾਰ ਹੈ, ਸਭ ਕੁਝ ਹੈ। ਕਹਿੰਦੇ ਸਾਰਾ ਤੂੰ ਆਪਣਾ ਜੀਵਨ ਕਹਿੰਦੇ ਕਾਫੀ ਉਹਦੇ ਵਿੱਚ ਰੱਖ, ਜਿਵੇਂ ਕਸ਼ਤੀ ਪਾਣੀ 'ਚ ਚਲੀ ਗਈ, ਪਰ ਕਹਿੰਦੇ 2-4 ਉਂਗਲਾਂ ਪਾਵ ਥੋੜਾ ਸਮਾਂ ਤਾਂ ਰੱਬ ਦੀ ਯਾਦ ਵਿੱਚ ਕੱਢ ਨਾ। ਇਸੇ ਸ਼ਬਦ ਦੇ ਵਿੱਚ ਭਾਈ ਜੀ ਗੁਰਦਾਸ ਜੀ ਨੇ ਉਦਾਹਰਨ ਦਿੱਤੀ ਹੈ। ਕਹਿੰਦੇ ਘੱਟੋ ਘੱਟ ਜੈਸੇ ਪਾਕਸ਼ਾਲਾ ਬੈਠ ਭੋਜਨ ਕੇ ਬਿਜਨਾਤ ਸਵਾਦ ਕੇ ਅਕਾਤ ਹੈ। ਕਹਿੰਦੇ ਘੱਟੋ ਘੱਟ ਜਿੰਨਾ ਟਾਈਮ ਰੋਟੀ ਖਾਣ ਦੇ ਵਾਸਤੇ ਤੈਨੂੰ ਰਸੋਈ 'ਚ ਲੱਗਦਾ 15-20 ਮਿੰਟ, ਕਹਿੰਦੇ ਉਨਾ ਸਮਾਂ ਹੀ ਕਹਿੰਦੇ ਤੂੰ ਕੱਢ ਲਾ, ਕਹਿੰਦੇ ਤਾਂ ਵੀ ਗੱਲ ਬਣ ਜਾਵੇਗੀ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ, ਕਹਿੰਦੇ ਇਹ ਇਨਸਾਨ ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰੇ ਨਾ ਜਮ ਕੇ ਤਾਂ। ਕਹਿੰਦੇ ਜਦੋਂ ਕਹਿੰਦੇ ਤੁਸੀਂ ਰਸਨਾ ਨਾਲ ਉਚਾਰਨਾ ਸ਼ੁਰੂ ਕਰੋਗੇ। ਭਾਈ ਗੁਰਦਾਸ ਜੀ ਨੇ ਨਾ ਇੱਕ ਪੰਕਤੀ 'ਚ ਹੋਰ ਬੜਾ ਇਹਨੂੰ ਸਪਸ਼ਟ ਕੀਤਾ। ਕਹਿੰਦੇ ਸ਼ਬਦ ਸੁਰਤ, ਗੁਰਮਤਿ ਵਿੱਚ ਸ਼ਬਦ ਸੁਰਤ ਦਾ ਮਿਲਾਪ ਹੀ ਮੈਂ ਬੇਨਤੀ ਕਰਾਂ ਜਗਿਆਸੂ ਤੇ ਪਰਮਾਤਮਾ ਦਾ ਮਿਲਾਪ ਮੰਨਿਆ ਹੈ। ਜਦੋਂ ਸ਼ਬਦ ਜਿਹੜਾ ਉਚਾਰਨਾ ਕੀਤਾ ਤੇ ਕੰਨਾਂ ਨਾਲ ਜੋ ਸੁਣਨਾ ਕੀਤਾ, ਸਰੋਧ ਕੰਨਾਂ ਨਾਲ ਸੁਣਨਾ ਤੇ ਜਿਹੜਾ ਉਚਾਰਨ ਦੇ ਜਦੋਂ ਇੱਕ ਜਗ੍ਹਾ ਤੇ ਮਿਲਾਪ ਹੁੰਦਾ ਤੇ ਮਨ ਟਿਕ ਜਾਂਦਾ ਸਤਸੰਗੀ ਜਨੋਂ। ਇਸੇ ਗੱਲ ਨੂੰ ਭਾਈ ਗੁਰਦਾਸ ਜੀ ਨੇ ਇੱਕ ਪੰਕਤੀ 'ਚ ਬੜਾ ਸੋਹਣਾ ਸਪਸ਼ਟ ਕੀਤਾ। ਕਹਿੰਦੇ ਸ਼ਬਦ ਸੁਰਤ, ਕਹਿੰਦੇ ਸ਼ਬਦ ਤੇ ਸੁਰ ਦਾ ਮਿਲਾਪ ਕਰਨਾ। ਕਹਿੰਦੇ ਹੋਏਗਾ ਕਿਵੇਂ? ਕਹਿੰਦੇ ਸ਼ਬਦ ਸੁਰਤ ਸੁਣ ਗਾਓ, ਕਹਿੰਦੇ ਸੁਣਨ ਨਾਲ ਤੇ ਗਾਣ ਦੇ ਨਾਲ। ਕਹਿੰਦੇ ਸ਼ਬਦ ਸੁਰਤ ਸੁਣ ਗਾਓ ਅੰਦਰ ਆਣੀਏ। ਕਹਿੰਦੇ ਜੇ ਤੂੰ ਚਾਹੁੰਦਾ ਕਿ ਸ਼ਬਦ ਤੇਰੇ ਅੰਦਰ ਚਲੇ ਜਾਏ, ਮੈਂ ਬੇਨਤੀ ਕਰਾਂ ਜਦੋਂ ਇਨਸਾਨ, ਮੈਂ ਇਹ ਵੀ ਆਪ ਜੀ ਥੋੜਾ ਜਿਹਾ ਸਪਸ਼ਟ ਕਰ ਦੇਵਾਂ ਸਤਸੰਗੀ ਨੂੰ, ਕੋਈ ਜਾਪ ਕਰਦਾ, ਕੋਈ ਜਾਪ ਕਰਦਾ, ਪਰ ਜਦੋਂ ਆਪਾਂ ਗੁਰਬਾਣੀ ਦਾ ਚਿੰਤਨ ਕਰੀਏ, ਗੁਰਬਾਣੀ ਜ਼ਿਆਦਾ ਇਸ ਗੱਲ ਦੀ ਦ੍ਰਿੜਤਾ ਕਰਦੀ ਹੈ ਕਿ ਗੁਰਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਕਹੋ ਨਾਨਕ ਗੁਰਮੰਤਰ ਚਿਤਾਰ ਸੁਖ ਪਾਵੇ ਸਾਚੇ ਦਰਬਾਰ। ਤੇ ਗੁਰਮੰਤਰ ਕੀ ਹੈ? ਵਾਹਿਗੁਰੂ ਗੁਰਮੰਤਰ ਹੈ। ਜਪ ਹੋਮੇ ਕੋਈ, ਜਿਹੜੀ ਹੋਮੇ ਦਾ ਨੌਵੇਂ ਪਾਤਸ਼ਾਹ ਬਾਰ-ਬਾਰ ਜ਼ਿਕਰ ਕਰਦੇ ਹਨ।
ਤੇ ਸਪਸ਼ਟ ਵੀ ਕਰ ਦਿੱਤਾ, ਕਹਿੰਦੇ ਹੋਮੇ ਜੇ ਤੂੰ ਖਤਮ ਕਰਨੀ ਚਾਹੁੰਦਾ, ਹੰਕਾਰ ਖਤਮ ਕਰਨਾ ਚਾਹੁੰਦਾ, ਕਹਿੰਦੇ ਫਿਰ ਕੀ ਹੋਏਗਾ? ਕਹਿੰਦੇ ਤੂੰ ਵਾਹਿਗੁਰੂ ਸ਼ਬਦ ਦਾ ਜਾਪ ਕਰ, ਕਹਿੰਦੇ ਆਪੇ ਆਹਿਸਤਾ ਆਹਿਸਤਾ ਤੇਰਾ ਅੰਦਰ ਦਾ ਹੰਕਾਰ ਖਤਮ ਹੋ ਜਾਏਗਾ। ਦਾਸ ਬੇਨਤੀ ਕਰਦਾ ਸੀ, ਜਦੋਂ ਆਪਾਂ ਰਸਨਾ ਦੇ ਨਾਲ ਉਚਾਰਨਾ ਸ਼ੁਰੂ ਕਰਾਂਗੇ, ਕੰਨਾਂ ਨਾਲ ਸੁਣਨਾ ਸ਼ੁਰੂ ਕਰਾਂਗੇ, ਜਦੋਂ ਆਪਾਂ ਇਹ ਨਹੀਂ ਹੈ ਕਿ ਇੱਕ ਦਿਨ ਕਰ ਲਿਆ ਤੇ ਬਸ ਦੂਜੇ ਦਿਨ ਛੱਡ ਦਿੱਤਾ। ਉਦਮ ਕਰਿੰਦਿਆਂ ਜਿਉ ਤੂੰ ਕਮਾਉਂਦਿਆਂ ਸੁਖ ਪੁੰਚ। ਅਗਲੀ ਪੰਕਤੀ ਵੱਲ ਜ਼ਿਆਦਾ ਧਿਆਨ ਦੇਣਾ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜਿਹੜੀ ਚੀਜ਼ਾਂ ਦੀ ਅਸੀਂ ਸੁੱਖਾਂ ਦੀ ਜ਼ਿਆਦਾ ਚਿੰਤਨ ਕਰਦੇ, ਇਹ 'ਚੋਂ ਸੁੱਖ ਤਾਂ ਮਿਲ ਜਾਂਦਾ ਹੈ, ਪਰ ਇੱਕ ਗੱਲ ਦਾ ਧਿਆਨ ਰੱਖਣਾ, ਪਰਮ ਸੁੱਖ ਨਹੀਂ ਮਿਲਦਾ। ਇਹਨਾਂ ਰਸਾਂ ਦੇ ਵਿੱਚੋਂ ਤਾਂ ਸਾਨੂੰ ਦੁੱਖ ਮਿਲਦਾ ਹੈ ਸਤਸੰਗੀ ਜਨੋ। ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ, ਬਸ ਪਕੜ ਛੱਡ ਦਿਓ, ਰਸਾਂ ਦੇ ਵਿੱਚ ਤਾਂ ਸਾਨੂੰ ਰਹਿਣਾ ਹੀ ਪਵੇਗਾ। ਕਿਵੇਂ ਰਸ ਤੋਂ ਬਾਹਰ ਜਾ ਸਕਦੇ ਹਾਂ ਸਤਸੰਗੀ ਜਨੋ? ਜੇ ਆਪਾਂ ਬਾਣੀ ਵੀ ਸਰਵਣ ਕਰਨੀ, ਕੰਨਾਂ ਦਾ ਰਸ, ਤਾਂ ਬਾਣੀ ਵੀ ਕੰਨਾਂ ਦਾ ਰਸ ਹੀ ਹੈ ਨਾ। ਪਰ ਜਿਹੜੇ ਵਿਕਾਰਾਂ ਦੇ ਰਸ ਹਨ, ਉਹ ਪਤਾ ਕਿਵੇਂ? ਬੜੀ ਸੋਹਣੀ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ, ਕਹਿੰਦੇ ਜਿਹੜੇ ਰਸਾਂ ਦੇ ਵਿੱਚ ਗਲਤਾਨ ਹੋ ਜਾਂਦੇ ਹਨ, ਕਹਿੰਦੇ ਮਰਕਟ ਮੁਸ਼ਟੀ ਅਨਾਜ ਕੀ ਉਦਾਹਰਨ ਦਿੱਤੀ। ਕਹਿੰਦੇ ਕਿਵੇਂ ਤੁਹਾਨੂੰ ਰਸ ਫਸਾਉਂਦੇ ਹਨ? ਕਹਿੰਦੇ ਜਿਹੜਾ ਬੰਦਰ ਹੈ ਨਾ, ਉਹਨੂੰ ਜਿਹੜੇ ਫੜਦੇ ਆ, ਪਤਾ ਕੀ ਕਰਦੇ ਆ? ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾਰੇ। ਜਿਹੜੇ ਬਾਂਦਰ ਨੂੰ ਫੜਦੇ ਆ, ਉਹ ਛੋਟਾ ਜਿਹੇ ਮੂੰਹ ਵਾਲਾ ਬਰਤਨ ਹੁੰਦਾ, ਜੇ 'ਚ ਬੰਦਰ ਦਾ ਹੱਥ ਖੁੱਲਾ ਤਾਂ ਚਲਾ ਜਾਵੇ ਪਰ ਮੁੱਠੀ ਬੰਦ ਹੋ ਕੇ ਬਾਹਰ ਨਾ ਆਵੇ, ਤੇ ਉਹਦੇ ਵਿੱਚ ਭੁੱਜੇ ਹੋਏ ਚਣੇ ਪਾ ਦਿੰਦੇ, ਧਰਤੀ 'ਚ ਕੱਢ ਦਿੰਦੇ। ਬੰਦਰ ਆਂਦਾ, ਉਹ ਹੱਥ ਉਸਦਾ ਖੁੱਲਾ ਹੁੰਦਾ, ਲੀਨੋ ਹੱਥ ਪਸਾਰ, ਅੱਗੇ ਗੁਰੂ ਸਾਹਿਬ ਕਹਿੰਦੇ ਉਹਨਾਂ ਨੂੰ ਲੈਣ ਵਾਸਤੇ ਉਹਨੇ ਹੱਥ ਪਸਾਰਿਆ। ਅਸੀਂ ਵੀ ਤਾਂ ਹੱਥ ਹੀ ਪਸਾਰਦੇ ਹਾਂ। ਮੈਂ ਬੇਨਤੀ ਕਰਾਂ, ਐਵੇਂ ਦੁਨੀਆ ਦੇ ਅੱਗੇ ਹੱਥ ਪਸਾਰਨ ਦੀ ਕੋਈ ਜ਼ਰੂਰਤ ਨਹੀਂ ਹੈ, ਬਸ ਗੁਰੂ ਦੇ ਅੱਗੇ ਹੱਥ ਪਸਾਰਿਆ ਕਰੋ। ਉਹ ਜਦੋਂ ਹੱਥ ਪਸਾਰ ਕੇ ਅੰਦਰ ਪਾਉਂਦਾ ਹੈ, ਬੰਦਰ ਜਾ ਕੇ ਜਦੋਂ ਮੁੱਠੀ ਭਰ ਲੈਂਦੀ ਹੈ, ਵੈਸੇ ਤਾਂ ਮੁੱਠੀ ਥੋੜੀ ਛੋਟੀ ਹੁੰਦੀ ਹੈ, ਪਰ ਪਦਾਰਥਾਂ ਨਾਲ ਭਰੀ ਹੋਵੇ ਮੁੱਠੀ ਵੀ ਸਾਡੀ ਥੋੜੀ ਵੱਡੀ ਹੋ ਜਾਂਦੀ ਹੈ। ਉਹ ਜਦੋਂ ਬਾਹਰ ਕੱਢਦਾ, ਬਾਹਰ ਨਿਕਲਦੀ ਨਹੀਂ, ਤੇ ਲੋਭ ਛੱਡਦਾ ਨਹੀਂ ਹੈ। ਮਾਇਆ ਮਾੜੀ ਨਹੀਂ ਹੈ, ਮਾਇਆ ਦਾ ਲੋਭ ਮਾੜਾ ਸਤਸੰਗੀ ਜਨੋ। ਹੋਰ ਚਾਹੀਦਾ, ਹੋਰ ਚਾਹੀਦਾ, ਹੋਰ ਚਾਹੀਦਾ। ਕੱਲ ਵੀ ਦਾਸ ਨੇ ਬੇਨਤੀ ਕੀਤੀ ਸੀ, ਸਹਿਜ ਖਟੇ ਲੱਖ ਕੋ ਉਠਤਾਵੈ। ਬਸ ਜਦੋਂ ਇਹ ਅੰਦਰ ਦੀ ਹਾਲਤ ਬਣਦੀ ਨਾ ਕਿ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੇ, ਜਦੋਂ ਇਹ ਹਾਲਤ ਅੰਦਰ ਦੀ ਬਣਦੀ ਹੈ, ਉਹ ਗੁਰੂ ਨੂੰ ਮਨਜ਼ੂਰ ਨਹੀਂ ਹੈ। ਗੁਰੂ ਨੂੰ ਇਹ ਨਹੀਂ ਕਿ ਤੁਹਾਡੇ ਕੋਲ ਮਾਇਆ ਬੜੀ ਜ਼ਿਆਦਾ, ਇਹ ਨਹੀਂ ਚਾਹ ਗੁਰੂ ਨੂੰ ਉਹ ਮਾਇਆ ਮਨਜ਼ੂਰ ਹੈ ਜਿਹੜੀ 10 ਨੋਹਾਂ ਦੀ ਕਿਰਤ ਕਮਾਈ ਨਾਲ ਤੁਹਾਡੇ ਕੋਲ ਹੈ। ਜਦੋਂ ਦੂਜੇ ਦੀਆਂ ਜੇਬਾਂ ਕੱਟ ਕੇ, ਦੂਜਿਆਂ ਦੀਆਂ ਠੱਗੀਆਂ ਮਾਰ ਕੇ, ਦੂਜਿਆਂ ਦੀਆਂ ਉਹ ਕਰਕੇ ਆਪਾਂ ਕਰਦੇ ਹਾਂ, ਉਹ ਭਾਵੇਂ ਡਾਕਟਰੀ ਵਿੱਚ ਹੋਵੇ, ਭਾਵੇਂ ਵਕਾਲਤ ਦੇ ਵਿੱਚ ਹੋਵੇ, ਭਾਵੇਂ ਆਮ ਕੰਮ ਪਾ ਕੇ, ਭਾਵੇਂ ਤੁਸੀਂ ਦੁਕਾਨ ਤੇ ਬੈਠ ਕੇ ਕਿਸੇ ਦੀ ਜੇਬ ਕੱਟਦੇ ਹੋ, ਉਹ ਗੁਰੂ ਨੂੰ ਕੋਈ ਮਨਜ਼ੂਰ ਨਹੀਂ। ਉਹ ਲੋਭ ਦਾ ਹੀ ਧਨ ਤੁਹਾਡੇ ਘਰ 'ਚ ਆ ਰਿਹਾ ਹੈ। ਤੇ ਦਾਸ ਬੇਨਤੀ ਕਰਦਾ ਸੀ, ਜਦੋਂ ਸਤਸੰਗੀ ਜਦੋਂ ਮੁੱਠੀ ਪਾਉਂਦਾ ਹੈ, ਬਾਹਰ ਕੱਢਦਾ, ਬਾਹਰ ਮੁੱਠੀ ਨਹੀਂ ਨਿਕਲਦੀ। ਜਿਹੜਾ ਫੜਨ ਵਾਲਾ, ਜਿਹਨੇ ਸਾਰਾ ਇੰਤਜ਼ਾਮ ਕੀਤਾ, ਉਹ ਫੜਦਾ ਤੇ ਉਹਨੂੰ ਘਰ ਘਰ ਨਚਾਉਂਦਾ ਹੈ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਹਨ, ਕਹਿੰਦੇ ਪਿਆਰਿਆ, ਕਹਿੰਦੇ ਕੀ ਹੈ? ਕਹਿੰਦੇ ਇੱਕ ਗੱਲ ਦਾ ਧਿਆਨ ਰੱਖੀ, ਕਹੋ ਨਾਨਕ ਸੁਨ ਰੇ ਮਨਾ ਪਰੇ ਨਾ ਜਮ ਕੇ ਤਾਮ। ਕਹਿੰਦੇ ਜਦੋਂ ਸ਼ਬਦ ਤੇ ਸੁਰ ਦਾ ਮਿਲਾਪ ਹੋਇਆ, ਕਹਿੰਦੇ ਫਿਰ ਤੈਨੂੰ ਜੰਮ ਨਹੀਂ ਸਤਾ ਸਕਦੇ, ਜੰਮ ਨਹੀਂ ਤੈਨੂੰ ਤੰਗ ਕਰ ਸਕਦੇ। ਜਦੋਂ ਤੇਰੀ ਇਕਾਗਰਤਾ ਪਰਮਾਤਮਾ ਦੇ ਚਰਨ 'ਚ ਬਣ ਗਈ, ਜਦੋਂ ਇਨਸਾਨ ਵਾਹਿਗੁਰੂ ਸ਼ਬਦ ਦਾ ਜਾਪ ਕਰਦਾ, ਮੈਂ ਬੇਨਤੀ ਕਰਾਂ, ਫਿਰ ਅਵਸਥਾਵਾਂ ਬਣਦੀਆਂ ਹਨ। ਧਰਮੀ ਪੁਰਸ਼ਾਂ ਨੂੰ ਉਹਨਾਂ ਅਵਸਥਾਵਾਂ ਦਾ, ਜਿਹੜਾ ਆਪਾਂ ਰਸਨਾ ਨਾਲ ਜਾਪ ਕਰਦੇ ਹਾਂ, ਕੰਨ ਦੇ ਨਾਲ ਸੁਣਦੇ ਹਾਂ, ਤੇ ਸਤਸੰਗੀ ਜਿਹਨੂੰ ਇਹਨੂੰ ਕਿਹਾ ਬੈਠੜੀ ਬਾਣੀ। ਇਹ ਕੰਮ ਬੜਾ ਔਖਾ ਜਿਹਾ ਹੈ, ਇਹ ਸੌਖਾ ਨਾ ਸਮਝਣਾ। ਵੈਸੇ ਵਾਹਿਗੁਰੂ ਵਾਹਿਗੁਰੂ ਕਰਨਾ ਕੋਈ ਔਖਾ ਨਹੀਂ ਹੈ, ਪਰ ਜਦੋਂ ਰਸਨਾ ਨਾਲ ਉਚਾਰਨ ਕਰਨਾ, ਕੰਨਾਂ ਨਾਲ ਸੁਣਨਾ, ਉਹ ਬਹੁਤ ਔਖਾ ਹੈ। ਆਖਣ ਔਖਾ, ਵੈਸੇ ਸਾਚੇ ਨਾਲ ਵਾਹਿਗੁਰੂ ਕਰਨਾ ਕੀ ਔਖਾ ਹੈ? ਘੰਟਾ ਘੰਟਾ, ਡੇਢ ਘੰਟਾ ਕਈ ਵਾਰ ਸਿਮਰਨ 'ਚ ਆਪਾਂ ਕੀਰਤਨੀਆਂ ਵਿੱਚ ਬੈਠ ਕੇ ਕਰੀ ਜਾਂਦੇ ਹਾਂ ਸਤਸੰਗੀ ਜਨੋ, ਪਰ ਸੁਰਤ ਟਿਕ ਜਾਣੀ, ਉਸ ਸ਼ਬਦ ਦੇ ਵਿੱਚ ਬਿੰਨੀ ਜਾਣੀ ਸਤਸੰਗੀ ਜਨੋ, ਭੇਦੀ ਜਾਣੀ। ਭੇਜੀ ਦੇ ਅਰਥ ਪਤਾ ਕਿ ਜਿਵੇਂ ਮੋਤੀ ਦੇ ਵਿੱਚ ਸਤਸੰਗ ਨੂੰ ਛੇਕ ਕੀਤਾ ਹੁੰਦਾ ਨਾ, ਫਿਰ ਉਹਦੇ ਵਿੱਚ ਦੀ ਧਾਗਾ ਕੱਟਿਆ ਹੁੰਦਾ, ਉਹਦੇ ਆਲੇ ਦੁਆਲੇ ਪਰਿਕਰਮਾ ਕਰੀ ਜਾਂਦਾ, ਧਾਗੇ ਦੇ ਆਲੇ ਦੁਆਲੇ ਮੋਤੀ ਫਿਰ ਕੋਈ ਪਾਸੇ ਨਹੀਂ ਜਾਂਦਾ। ਸੁਰਤ ਦੀ ਵੀ ਇਹ ਹਾਲਤ ਬਣ ਜਾਂਦੀ ਹੈ, ਬਸ ਉਹਦੇ ਆਲੇ ਦੁਆਲੇ ਵਾਹਿਗੁਰੂ ਸ਼ਬਦ ਦੇ ਆਲੇ ਦੁਆਲੇ ਹੀ ਸਾਰੀ ਪਰਿਕਰਮਾ ਕਰਦੀ ਹੈ ਸੁਰਤ। ਫਿਰ ਜਦੋਂ ਸ਼ਬਦ ਤੇ ਸੁਰ ਦਾ ਮਿਲਾਪ ਹੁੰਦਾ, ਫਿਰ ਵੀ ਜਦੋਂ ਇਨਸਾਨ ਕਰੀ ਜਾਂਦਾ ਹੈ ਸਤਸੰਗੀ ਜਨੋ। स्वामी विवेकानंद जी ने एक बड़ा सोना लिखा, कहते उठो जागो और उतनी देर मत रुको जब तक कि तुम अपने लक्ष्य की प्राप्ति ना कर लो। उठो जागो। हुण ऐसा महान शख्सियत इक्को गल नूं दो वारी तां कह नहीं सकदी,
ਕਹਿੰਦੇ ਉੱਠੋ ਕਿਵੇਂ? ਕਹਿੰਦੇ ਸਰੀਰ ਕਰਕੇ ਉੱਠੋ, ਜਾਗੋ ਮਨ ਕਰਕੇ ਜਾਗੋ। ਕਹਿੰਦੇ ਉੱਠੋ ਜਾਗੋ ਔਰ ਉਤਨੀ ਦੇਰ ਮਤ ਰੁਕੋ। ਅਸੀਂ ਤਾਂ ਵਾਹਿਗੁਰੂ ਵਾਹਿਗੁਰੂ 2-4 ਦਿਨ ਕੀਤਾ, ਅੱਗੇ ਇਕਾਗਰਤਾ ਬਣਦੀ ਨਹੀਂ, ਆਪਾਂ ਛੱਡ ਜਾਂਦੇ ਸਤਸੰਗੀ ਜਨੋਂ। ਮੈਂ ਜ਼ਿਆਦਾ ਵਿਸਤਾਰ ਵਿੱਚ ਨਾ ਜਾਵਾਂ। ਜਦੋਂ ਇਨਸਾਨ ਫਿਰ ਵੀ ਸਤਸੰਗੀ ਜਨੋਂ ਕਰੀ ਜਾਂਦਾ ਹੈ, ਉਦਮ ਕਰੀ ਜਾਂਦਾ ਹੈ, ਰੋਜ਼ ਅੰਮ੍ਰਿਤ ਵੇਲਾ ਸੰਭਾਲਦਾ, ਗੁਰੂ ਦਾ ਦਿੱਤਾ ਹੋਇਆ ਗੁਰਮੰਤਰ ਦੀ ਕਮਾਈ ਕਰਦਾ, ਫਿਰ ਉਹ ਬੈਖੜੀ ਬਾਣੀ ਤੋਂ ਸਤਸੰਗੀ ਜਨੋਂ ਮੈਂ ਬੇਨਤੀ ਕਰਾਂ, ਪਹਿਲਾਂ ਰਸਨਾ ਤੇ ਸੀ, ਕੰਨਾਂ ਤੇ ਸੀ, ਫਿਰ ਮਧਮਾ ਬਾਣੀ ਕੰਠ ਵਿੱਚ ਚਲੀ ਜਾਂਦੀ ਹੈ। ਪਹਿਲੀ ਬਾਣੀ ਨੂੰ ਕਬੀਰ ਜੀ ਕਹਿੰਦੇ ਹਨ, ਕਬੀਰ ਜੀ ਆਪਣੇ ਬਚਨਾਂ ਦੇ ਹਨ, ਕਹਿੰਦੇ ਐ ਇਨਸਾਨ, ਕਹਿੰਦੇ ਮੇਰੀ ਸਿਮਰਨੀ ਰਸਨਾ ਉੱਪਰ ਨਾ। ਕਹਿੰਦੇ ਮੇਰੀ ਮਾਲਾ ਹੀ ਇੱਕ ਜਿਹੜਾ ਰਸਨਾ ਤੇ ਮੈਂ ਵਾਹਿਗੁਰੂ ਵਾਹਿਗੁਰੂ ਰੱਬ ਦਾ ਨਾਮ ਜਪਦਾ। ਜਦੋਂ ਕੰਠ 'ਚ ਚਲੀ ਜਾਂਦੀ ਹੈ, ਫਿਰ ਗੁਰੂ ਸਾਹਿਬ ਨੇ ਕੰਠੇ ਮਾਲਾ ਜਿਹਬਾ ਰਾਮ। ਕਹਿੰਦੇ ਜਿਹੜਾ ਜੇਬਾਂ ਨਾਲ ਰਾਮ ਜਪਣਾ ਸ਼ੁਰੂ ਕੀਤਾ ਸੀ, ਕਹਿੰਦੇ ਆਹਿਸਤਾ ਆਹਿਸਤਾ ਕੰਠ ਵਿੱਚ ਆ ਗਿਆ। ਉਸ ਤੋਂ ਬਾਅਦ ਹਿਰਦੇ 'ਚ ਆ ਜਾਂਦਾ ਹੈ, ਗੁਰਮੁਖ ਜਪੀਏ ਹਿਰਦੇ ਨਾਮ, ਫਿਰ ਹਿਰਦੇ 'ਚ ਉਤਰ ਜਾਂਦਾ। ਉਸ ਤੋਂ ਬਾਅਦ ਸਤਸੰਗ ਧੁਨੀ 'ਚ ਚਲੇ ਜਾਂਦਾ। ਜਿਹੜੀ ਧੁਨ ਵਾਹਿਗੁਰੂ ਸ਼ਬਦ ਦੀ ਸ਼ੁਰੂ ਕੀਤੀ ਸੀ, ਫਿਰ ਉਹਨੂੰ ਗੁਰੂ ਸਾਹਿਬ ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਗਤ ਕਹਾਣੀ। ਧੁਨ ਤੋਂ ਨਾਮ ਧੁਨੀ ਪਿਆ ਸਤਸੰਗੀ ਜਨੋਂ, ਕਿਉਂਕਿ ਇਨਸਾਨ ਦਾ ਜਿਹੜੀ ਲਾਈਫ ਸੋਰਸ ਹੈ, ਜੀਵਨ ਹੈ, ਉਹ ਧੁਨੀ ਦੇ ਵਿੱਚ ਹੈ। ਰਾਵਣ ਜਦੋਂ ਨਹੀਂ ਸੀ ਮਰਦਾ, ਉਹਦੇ ਭਰਾ ਨੇ ਕਿਹਾ ਸੀ ਨਾ, ਰਾਮਚੰਦਰ ਜੀ ਨੇ ਐਵੇਂ ਨਹੀਂ ਮਰਨਾ, ਧੁਨੀ 'ਚ ਅੰਮ੍ਰਿਤ ਦਾ ਕਿਹਾ ਸੀਗਾ, ਅੰਮ੍ਰਿਤ ਦਾ ਕੁੰਡ ਹੈ। ਮੈਂ ਬੇਨਤੀ ਕਰਾਂ, ਹਰੇਕ ਦੀ ਧੁਨੀ 'ਚ ਅੰਮ੍ਰਿਤ ਦਾ ਕੁੰਡ ਹੈ। ਜਦੋਂ ਮਾਂ ਦੇ ਗਰਭ 'ਚ ਧੁਨੀ ਨਾਲ ਧੁਨੀ ਜੁੜੀ ਹੋਈ ਸੀ ਸਤਸੰਗੀ ਜਨੋਂ, ਨਾੜੂਏ ਦੇ ਰਾਹੀਂ ਮਾਂ ਦੇ ਪੇਟ ਜਦੋਂ ਸਿਮਰਨ ਕੀਤਾ ਹੋਇਆ ਸੀਗਾ, ਮੈਂ ਬੇਨਤੀ ਕਰਾਂ ਅੰਮ੍ਰਿਤ ਦਾ ਕੁੰਡ ਹੀ ਤਾਂ ਹੈ ਸਿਮਰਨ, ਹੋਰ ਕੀ ਹੈ। ਲਾਈਫ ਸੋਰਸ ਜਿਹੜੀ ਸਾਡੀ ਧੁਨੀ 'ਚ ਹੈ, ਜਦੋਂ ਉਹ ਫਿਰ ਵਾਹਿਗੁਰੂ ਸ਼ਬਦ ਆ ਜਾਂਦਾ ਸਤਸੰਗ, ਫਿਰ ਉਹਨੂੰ ਕਿਹਾ ਹੈ ਪਰਾ ਬਾਣੀ ਹੈ। ਗੁਰੂ ਰਹਿਮਤ ਕਰੇ ਇਸ ਅਵਸਥਾ ਤੇ ਆਪਾਂ ਪਹੁੰਚੀਏ, ਤਾਂ ਗੁਰੂ ਸਾਹਿਬ ਨੇ ਕਿ ਇਹਦੀ ਸ਼ੁਰੂਆਤ ਕਿੱਥੋਂ ਹੋਵੇਗੀ? ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ, ਕਹੋ ਨਾਨਕ ਸੁਨ ਰੇ ਮਨਾ, ਪਰੇ ਨ ਚਮਕੇ ਤਾਮ। ਜੋ ਪ੍ਰਾਨੀ ਮਮਤਾ ਤਜੇ, ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੇ ਔਰਨ ਲੇਤ ਉਦਾਰ। ਆਪ ਜੀ ਨੇ ਮਮਤਾ ਦੀ ਗੱਲ ਵੀ ਪਹਿਲਾਂ ਸ਼ਲੋਕ 'ਚ ਸੁਣੀ, ਤਜਣ ਦੀ ਗੱਲ ਵੀ ਸੁਣੀ, ਲੋਭ ਦੀ ਵੀ ਸੁਣੀ, ਮੋਹ ਦੀ ਵੀ ਸੁਣੀ, ਅਹੰਕਾਰ ਦੀ ਵੀ ਸੁਣੀ। ਹੁਣ ਇਸ ਪੰਕਤੀ ਦੇ ਵਿੱਚ, ਇਸ ਸ਼ਲੋਕ 22ਵੇਂ ਸ਼ਲੋਕ ਦੀ ਦੂਸਰੀ ਪੰਕਤੀ 'ਚ ਕਹਿੰਦੇ ਹਨ, ਜਿਹੜੇ ਕਹਿੰਦੇ ਇਸ ਅਵਸਥਾ 'ਚ ਪਹੁੰਚਦੇ ਹਨ, ਕਹਿੰਦੇ ਆਪ ਤਾਂ ਤਰਦੇ ਹੀ ਤਰਦੇ ਹਨ, ਉਹ ਦੂਜਿਆਂ ਨੂੰ ਵੀ ਤਾਰ ਦਿੰਦੇ ਹਨ। ਜਪਜੀ ਸਾਹਿਬ ਦੇ ਪਾਠ ਦੀ ਸਮਾਪਤੀ ਤੇ ਕੀ ਪੜ੍ਹਦੇ ਹੋ? ਬਸ ਉਹੀ ਤਾਂ ਗੱਲ ਦੀ ਗੁਰੂ ਸਾਹਿਬ ਨੇ ਪੁਸ਼ਟੀ ਕੀਤੀ ਹੈ, ਜਿਨੀ ਨਾਮ, ਗੱਜ ਵੱਜ ਕੇ ਦਾਸ ਦੇ ਨਾਲ ਬੋਲੋ, ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ। ਹਾਂ, ਆਹੀ ਗੱਲ ਤਾਂ ਗੁਰੂ ਸਾਹਿਬ ਇੱਥੇ ਕਹਿ ਰਹੇ ਆ, ਕਹਿੰਦੇ ਔਰਨ ਲੇਤ ਉਦਾਰ। ਕਹਿੰਦੇ ਜਿਹੜਾ ਗੁਰਮੁਖ ਪਿਆਰਾ, ਤਾਂ ਹੀ ਤਾਂ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਆਪ ਨਾਮ ਜਪਿਆ, ਜਿਨ੍ਹਾਂ ਦੇ ਅੰਦਰ ਇਹ ਸਮਰੱਥ ਹੈ ਕਿ ਦੂਜਿਆਂ ਦਾ ਵੀ ਉਤਾਰਨ ਕਰਨ ਦੀ, ਗੁਰੂ ਸਾਹਿਬ ਕਹਿੰਦੇ ਹਨ, ਕਹਿੰਦੇ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਚਾਹੁੰਦਾ ਹਾਂ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਕਹਿੰਦੇ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਚਾਹੁੰਦਾ ਹਾਂ। ਮੈਂ ਬੇਨਤੀ ਕਰਾਂ ਸਤਸੰਗੀ ਜਨੋਂ, ਜਿਹੜੇ ਨਾਮ ਜਪਣ ਵਾਲੇ ਹੁੰਦੇ ਹਨ, ਧੰਨ ਧੰਨ ਬਾਬਾ ਨੰਦ ਸਿੰਘ ਜੀ ਪੂਰਨਮਾਸ਼ੀ ਤੇ ਦੀਵਾਨ ਸਜਿਆ ਹੋਇਆ ਸੀ, ਤੇ ਜਦੋਂ ਬਾਬਾ ਜੀ ਬਚਨਾਂ ਦੀ ਸਮਾਪਤੀ ਕਰਦੇ ਸਨ ਨਾ, ਤੇ ਇੱਕ ਨਿਤਨੇਮ ਜ਼ਰੂਰ ਦਿੰਦੇ ਸਨ। ਨਿਤਨੇਮ ਮੈਂ ਬਾਅਦ 'ਚ ਮਹਾਂਪੁਰਸ਼ਾਂ ਨੂੰ ਕਹਾਂਗਾ, ਉਹ ਦੱਸ ਦੇਣਗੇ। ਉਹ ਕਹਿੰਦੇ ਸਨ, ਪੰਜਾਂ ਬਾਣੀ ਤੋਂ ਬਾਅਦ ਜਿਹੜਾ ਇੱਕ ਗੁਰੂ ਪਾਤਸ਼ਾਹ ਨੇ ਨਿਤਨੇਮ ਸਾਡੀ ਝੋਲੀ 'ਚ ਪਾਇਆ, ਉਸ ਤੋਂ ਬਾਅਦ ਉਹ ਕਹਿੰਦੇ ਸਨ ਕਿ ਸਹਿਜ ਪਾਠ ਪਿਆਰਿਓ, ਕਿਉਂਕਿ ਬਾਬਾ ਜੀ ਕਹਿੰਦੇ ਸਨ ਜਿਹੜਾ ਉਹ ਨਿਤਨੇਮ ਹੈ, ਬਹੁਤਾ ਕਹੀਏ ਬਹੁਤਾ ਹੋਏ, ਕਹਿੰਦੇ ਉਸ ਤੋਂ ਵੱਧ ਵੀ ਕਰੋ। ਕਹਿੰਦੇ ਸਨ ਕਿ ਸਹਿਜ ਪਾਠ ਮਹੀਨੇ 'ਚ ਇੱਕ ਆਪ ਕਰ ਲਿਆ ਕਰੋ। ਕਹਿੰਦੇ ਜਿਹੜੇ ਨਹੀਂ ਕਰ ਸਕਦੇ, ਕੁਝ ਐਸੇ ਹਨ। ਇੱਕ ਗੱਲ ਦਾ ਧਿਆਨ ਰੱਖਣਾ, ਕਈ ਗੁਰਮੁਖ ਪਿਆਰੇ ਮਿਲਦੇ, ਕਹਿੰਦੇ ਜੀ ਅਸੀਂ ਤਾਂ ਬਾਣੀ ਪੜ੍ਹਨ ਨਹੀਂ ਜਾਣਦੇ। ਪਿਆਰਿਓ, ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਹਾਂ, ਅੱਛੀ ਗੱਲ ਹੈ, ਬਾਣੀ ਪੜ੍ਹਨਾ ਸਿੱਖੋ, ਗੁਰੂ ਦਾ ਹੁਕਮ ਹੈ, ਮੇਰੇ ਸਿੱਖ ਨੂੰ ਬਾਣੀ ਪੜ੍ਹਨੀ ਆਣੀ ਚਾਹੀਦੀ ਹੈ। ਜੇ ਗੁਰੂ ਦੇ ਘਰ ਦੇ ਵਿੱਚ ਜਨਮ ਹੋਇਆ ਤੇ ਉਹਦੀ ਭਾਸ਼ਾ ਹੀ ਨਹੀਂ ਸਾਨੂੰ ਪੜ੍ਹਨੀ ਸੁਣਨੀ ਆਉਂਦੀ, ਫਿਰ ਕਾਹਦਾ ਮਨੁੱਖਾ ਜੀਵਨ ਦਾ ਲਾਭ ਹੋਇਆ? ਅਸੀਂ ਅੰਗਰੇਜ਼ੀ ਤਾਂ ਸਿੱਖ ਜਾਂਦੇ ਹਾਂ, ਫ੍ਰੈਂਚ ਤਾਂ ਸਿੱਖ ਜਾਂਦੇ ਹਾਂ, ਡੁੱਚ ਤਾਂ ਸਿੱਖ ਜਾਂਦੇ ਹਾਂ, ਹੋਰ ਤਾਂ ਮੈਂ ਇਹ ਨਹੀਂ ਕਹਿੰਦਾ ਉਹਨਾਂ ਸਿੱਖੋ, ਉਹ ਵੀ ਸਿੱਖੋ, ਪਰ ਜਿਹੜੀ ਸਾਡੀ ਗੁਰੂ ਦੀ ਭਾਸ਼ਾ ਹੈ, ਜਿਹ 'ਚ ਬਾਣੀ ਉਚਾਰਨ ਕੀਤੀ, ਉਹ ਭਾਸ਼ਾ ਸਾਨੂੰ ਨਾ ਆਵੇ ਤਾਂ ਕਿੰਨੇ ਮੰਦ ਭਾਗੇ ਹਾਂ ਸਤਸੰਗੀ ਜਨੋਂ ਅਸੀਂ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਜਿਹੜੇ ਬਜ਼ੁਰਗ ਹੋ ਗਏ ਨਹੀਂ ਪੜ੍ਹ ਸਕਦੇ, ਗੁਰੂ ਸਾਹਿਬ ਕਹਿੰਦੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਕੋਈ ਕਬੀਰ ਜੀ ਜ਼ਿਆਦਾ ਨਹੀਂ ਪੜ੍ਹੇ, ਪਰ ਜਦੋਂ ਕਿਰਪਾ ਹੋ ਗਈ ਤਾਂ ਉਹਨਾਂ ਦੀ ਬਾਣੀ ਪੜ੍ਹ ਕੇ ਦੇਖਣਾ,
रविदास जी कोई संसारी पढ़ाई ज़्यादा नहीं पढ़े, पर जदों प्रसाद वरत गया तो फिर उन्होंने बाणी तो पढ़ के देखो सत्संगी नूं। अज उन्होंने बाणी के उपर PhD हो रही हैं, थोड़ी इत्थे पंजाब पटियाला यूनीवर्सिटी च हो रही हैं, उन्होंने बचनों के उपर जिहड़े संसारी तौर पर बिल्कुल ही नहीं पढ़े हुए। इस करके गुरु पातशाह कहते हैं, मैं बेनती कर बाबा नंद सिंह जी क्या करते सन, जेड़े वो भी नहीं कर सकते कहते 50 पाठ सुखमनी साहब जी के कर लिया करो, कहते जेड़े वो भी नहीं कर सकते 250 पाठ जपजी साहब का महीने च कर लिया करो, कहते जेड़े वो भी नहीं कर सकते फिर कहते सन मूल मंत्र दियाँ 80 माला कर लिया करो, कहते जेड़े मूल मंत्र भी नहीं जानते, क्योंकि बाबा जी के वक्त बड़ियां बीबियां भाई इहो जे सन जेड़े बेचारे मूल मंत्र कहते सन वाहिगुरू शब्द दियाँ 160 माला कर लिया करो। फिर जेड़े कुछ सहजधारी आते सन, कुछ इस्लाम धर्म नाल संबंधित आते सन, वाहिगुरू शब्द के 4 अखर, राम ते अल्लाह के 2 अखर सत्संग नूं कहते सन, फिर की 160 माला कर लिया करो। ते बाबा जी ने फिर एक पूर्णमाशी ते यह बचन किया, आपां बचन कर रहे हाँ औरन लेत उदार। बाबा जी ने बचन किया भी जिहड़ा ये नितनेम करता होएगा कि बांह तां गुरु नानक देव सच्चे पातशाह पकड़न की बाणी उन्हां दी है। ते बाबा जी ने बचन किया, संगे बैठे कहते दास उन्हां दी गवाही भरेगा। तो कोई संगत च बाबा जी की उम्र तो ज़्यादा का बैठा से, वो कहता भी जे मैं पहला चल गया मेरी गवाही किवें भरनगे। तो बाबा जी कट कट दी जन हार उत्थे संगत च बैठे, चेहरे ते हथ फेरिया, कहते प्यारिओ किसी के मन च फुरना बन गया कि जे असी बाबा जी तो पहला दरगाह च चले गए फिर मेरी किवें गवाही भरनगे। बाबा जी ने कहा, कहते गुरु साहब की हजूरी च बैठे मैं बेनती करा एक गल का ध्यान रखना, जिन्हों ने नाम जपिया हुंदा उन्होंने इन्ना कॉन्फिडेंस हुंदा, इन्ना कॉन्फिडेंस हुंदा। कबीर जी कहते कबीर मेरी बुद्ध को जम न करे तिस्कार। कबीर जी कहते मैनू अपने आप से इन्ना कॉन्फिडेंस है, कहते मैनू जम भी फटकार नहीं सकते। कहते क्यों, कहते जिन ए जमुआ सिरजिया सो जपिया परवतगार। कहते आखिरकार जम भी तो किसी ने पैदा किए हैं, कहते मैं तो वह नाम जपिया, कहते किवें मैनू फटकार सकते हैं, किवें मैनू दुरकार। मैं बेनती करा कबीर जी तो ध्यान जा गया, कबीर जी जिंदगी भर बनारस विच रहे। मैं गल करदा कॉन्फिडेंस की, इन्ना उन्होंने अंदर कॉन्फिडेंस। कबीर जी जिंदगी भर बनारस विच रहे, जिन्होंने शिवपुरी कहा जाता अजे भी। तो उदों कहावत सी, अजे भी एक गल थोड़ी बहुती सनातन धर्म च चलती है कि जिहड़े इंसान ने जिंदगी भर पाप किए, सब गलत किया, और शिवपुरी च मर जाए, कांसी विच मर जाए, बनारस मर जाए तो स्वर्ग नूं चले जाता। तो दूजे पासे कहते जिन्ना मर्जी नाम जपिया होवे, कि जप तप किया होवे, दान किया होवे, वो मगहर की धरती ते मर जाए तो खोते की जून च पै जाता। कबीर जी ने इन्ना कॉन्फिडेंस सी, सारी जिंदगी उन्होंने जप तप बनारस की धरती रह के किया, जो मरण की वारी आई ना बनारस छड़ के मगहर की धरती ते चले गए। गुरु साहब ने बाणी च 3-4 जगह ते गल अंकित की है, बहुत बरस तप किया काशी, मरण पिया मगहर की बासी। मैं बेनती कर रहा इन्ना कॉन्फिडेंस होंदा, वो कहते मैं नाम जपिया, ये नाम की महानता है, मैं कित्थे भी बैठ जावां, कहते उत्थों ही मैनू परमात्मा, कहते मैं दरगाह च जावांगा, रे दरगे कहे ना को आओ बैठ आदर शब्द हो, कहते मैनू पता है कि धर्मराज भी उठ के खड़ा हो जाएगा, क्योंकि मैं अपना लक्ष्य पूरा करके चलिया हाँ, उस रब दे विच अभेद होके चलिया हाँ। गुरु साहब कहते हैं, कहते जिहड़े इस तरह के हुंदे हन ना, कल भी दास ने थोड़ा जिहा दृष्टांत दिता सी, औरन लेत उदार। राजा जनक जदों गया कहता सी ना धर्मराज नूं कि कर नरक खाली, तो कहता जी कुछ देना पवेगा, कहता मैं 2 घड़ी का सिमर देना। तो भाई साहब भाई गुरदास जी ने पासिंग पाप न पूजनी, गुरमुख नाउ तुल न तुलासी, मुक्त जुगत नामे की दासी। भाई गुरदास जी कहते तुसीं चाहते हो ना मुक्त हो जाइए, विकारां तो मुक्त हो जाइए, बुराइयां तो मुक्त हो जाइए, बाद जम्मण मरण तो मुक्त हो जाइए, कहते बस ये सारी मुक्ति कहते नाम की दासी है। तत्त की गल साडी झोली च पा दी, कहो नानक एहो तत्त विचारा बिन हर भजन, बस गुरु नानक का सिद्धांत है, तत्त की गल है। गुरु साहब कहते मैं थानू तत्त की गल कहता हाँ। मक्खण बड़ा ज़्यादा हुंदा सत्संगी जनों, घ्यो किन्ना क निकलदा, बड़ा वड्डा बहल हुंदा, उन्हें वेच के हीरा खरीदे जाए किन्ना क हुंदा सत्संगी जनों। गुरु साहब कहते हैं कि तत्त की गल है कि बस परमात्मा के नाम का जाप करो, समाप्ति वाले पासे आइए।
ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਜੋ ਪ੍ਰਾਣੀ, ਅਗਲੇ ਸਰੋਜ ਕਹਿੰਦੇ ਹਨ, ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਅਹੰਕਾਰ ਕੋਹ ਨਾਨਕ ਆਪਨ ਤਰੇ ਔਰਨ ਲੇਤ ਉਦਾਰ। ਅਖੀਰਲਾ ਸ਼ਲੋਕ ਜੋ ਦਾਸ ਨੂੰ ਹੁਕਮ ਹੋਇਆ ਸੀ, ਜੋ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਨ, ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਕਹਿੰਦੇ ਸੁਪਨਾ ਔਰ ਪੇਖਣਾ, ਮੈਂ ਬੇਨਤੀ ਕਰਾਂ, ਸੁਪਨਾ ਸਾਨੂੰ ਸੁੱਤੇ ਪਿਆ ਨੂੰ ਆਉਂਦਾ ਹੈ, ਪੇਖਣਾ ਜਿਹੜਾ ਹੈ ਸਾਨੂੰ ਖੁੱਲੀ ਅੱਖ ਦੇ ਨਾਲ ਸੰਬੰਧ ਰੱਖਦਾ ਹੈ। ਪੇਖਣਾ ਅੱਖ ਦੇ ਨਾਲ ਸੰਬੰਧ ਰੱਖਦਾ ਹੈ। ਅੱਖ ਦੇ ਵਾਸਤੇ ਵੈਸੇ ਤੁਸੀਂ ਨਿਤਨੇਮ ਕਰਦੇ ਹੋ, ਪੜ੍ਹਦੇ ਹੋ, ਇਹ ਨੇਤਰੋ ਮੇਰਿਓ ਹਰ ਤੁਮੈ ਹਰ ਬਿਨ ਅਵਰ ਨਾ ਦੇਖੋ ਕੋਈ। ਬਸ ਕਹਿੰਦੇ ਥੋੜਾ ਜਿਹਾ ਆਪਣੀ ਚਿਤਵਨੀ ਇਹੋ ਜਿਹੀ ਬਣਾ ਕਿ ਜਦੋਂ ਬਾਜ਼ਾਰ 'ਚ ਨਿਕਲੇ ਕੁਝ ਗਲਤ ਦੇਖੇ ਤਾਂ ਆਪਣੇ ਮਨ ਨੂੰ ਸੋਚ। ਦਸ ਤਕਰੀਬਨ ਬੇਨਤੀ ਕਰਿਆ ਕਰਦਾ, ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ। ਹਾਂ, ਮਨ ਤਾਂ ਸਾਡਾ ਸਤਸੰਗੀ ਜਦੋਂ ਬੁਰਾਈਆਂ ਲੋਚੇਗਾ, ਬੁਰਾਈਆਂ ਦਾ ਚਿੰਤਨ ਕਰੇਗਾ, ਪਰ ਗੁਰੂ ਦਾ ਸ਼ਬਦ ਇਸੇ ਵਾਸਤੇ ਹੈ। ਕਿੰਨਾ ਸੋਹਣਾ ਗੁਰੂ ਸਾਹਿਬ ਨੇ ਬਣ ਕੇ, ਜੋ ਮੰਦਰ ਕੋ ਥਾਮੈ ਥਮਨ ਤਿਉ ਗੁਰ ਕਾ ਸ਼ਬਦ। ਕਹਿੰਦੇ ਪਿੱਲਰ ਹੈ ਬਿਲਡਿੰਗ ਖੜੀ ਕਰਨ ਵਾਸਤੇ, ਕਹਿੰਦੇ ਮਨ ਨੂੰ ਖੜਾ ਕਰਨ ਵਾਸਤੇ, ਮਨ ਨੂੰ ਸਥਿਰ ਬਣਾਉਣ ਵਾਸਤੇ, ਮਨ ਨੂੰ ਕਹਿੰਦੇ ਗੁਰੂ ਦੇ ਬਚਨਾਂ ਦੇ ਉੱਪਰ, ਕਹਿੰਦੇ ਗੁਰੂ ਦਾ ਬਚਨ ਹੈ ਤਾਂ ਕਿ ਤੂੰ ਪਹਿਰਾ ਦੇ ਕੇ ਗੁਰੂ ਦੇ ਬਚਨਾਂ ਮੁਤਾਬਕ ਆਪਣੇ ਮਨ ਨੂੰ ਚਲਾ ਸਕੇ। ਕਹਿੰਦੇ ਸੁਪਨਾ ਕਹਿੰਦੇ ਰਾਤ ਨੂੰ ਸੁੱਤੇ ਪਿਆ ਆਉਂਦਾ ਹੈ। ਕਹਿੰਦੇ ਜਦੋਂ ਸਵੇਰ ਇਨਸਾਨ ਉੱਠਦਾ, ਕਹਿੰਦੇ ਉਹ ਲੱਗਦਾ ਕਿ ਇਹ ਤਾਂ ਸਭ ਕੁਝ ਝੂਠ ਸੀ, ਰਾਤ ਨੂੰ ਤਾਂ ਮੌਤ ਹੋ ਗਈ ਸੀ, ਜਦੋਂ ਸਵੇਰ ਉੱਠਿਆ ਤਾਂ ਜਿਉਂਦਾ ਸੀ। ਸਤਸੰਗੀ ਜਨੋ, ਰਾਤੀ ਤਾਂ ਕਿਸੇ ਦਾ ਕਤਲ ਕਰ ਦਿੱਤਾ ਸੀ, ਗੁਆਂਢੀ ਦਾ ਚਿਤਵਨੀ ਇਹੋ ਜਿਹੀ ਸੀ। ਕਿਉਂਕਿ ਮੈਂ ਇਹ ਵੀ ਬੇਨਤੀ ਕਰਦੇ, ਮੈਂ ਜਿਹੜੇ ਸੁਪਨੇ ਕੋਈ ਵੈਸੇ ਨਹੀਂ ਆਉਂਦੇ ਸਤਸੰਗੀ ਜਨੋ, ਦਿਨ ਭਰ ਦੀ ਚਿਤਵਨੀ ਰਾਤ ਨੂੰ ਸੁਪਨਿਆਂ ਨੂੰ ਜਨਮ ਦਿੰਦੀ ਹੈ। ਇੱਕ ਗੱਲ ਦਾ ਧਿਆਨ ਰੱਖ ਲੈਣਾ। ਤੇ ਅਗਲੀ ਗੱਲ ਮੈਂ ਆਪ ਜੀ ਨੂੰ ਕਹਾਂ, ਜ਼ਿੰਦਗੀ ਭਰ ਦੀ ਚਿਤਵਨੀ ਮਰਨ ਲੱਗੇ ਸਾਹਮਣੇ ਆ ਕੇ ਖੜੀ ਹੋ ਜਾਂਦੀ ਹੈ। ਦਿਨ ਭਰ ਦੀ ਚਿਤਵਨੀ ਰਾਤ ਨੂੰ ਸੁਪਨਿਆਂ ਨੂੰ ਜਨਮ ਦਿੰਦੀ ਹੈ, ਤੇ ਜ਼ਿੰਦਗੀ ਭਰ ਦੀ ਚਿਤਵਨੀ ਮਰਨ ਲੱਗੇ ਸਾਹਮਣੇ ਆ ਕੇ ਖੜੀ ਹੋ ਜਾਂਦੀ ਹੈ। ਤਾਂ ਹੀ ਕਹਿ ਕਿ ਜਿਹੜੇ ਨਾਮ ਜਪਿਆ ਨਹੀਂ ਜ਼ਿੰਦਗੀ ਭਰ 'ਚ, ਤੇ ਮਰਨ ਲੱਗੇ ਕਿਵੇਂ ਨਾਮ ਯਾਦ ਆਵੇਗਾ, ਕਿਵੇਂ ਰਸਨਾ ਤੇ ਆਵੇਗਾ। ਜੋ ਪੈ ਰਸਨਾ ਰਾਮ ਨਾ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ। ਕਹਿੰਦੇ ਜੰਮਣ ਮਰਨ ਦੇ ਚੱਕਰ 'ਚ ਪਿਆ ਰਹੇਗਾ, ਜੇ ਰਸਨਾ ਦੇ ਨਾਲ ਨਾਮ ਨਹੀਂ ਜਪਿਆ, ਕਹਿੰਦੇ ਫਿਰ ਮਰਨ ਲੱਗੇ ਰਸਨਾ ਦੇ ਉੱਪਰ ਨਾਮ ਕੋਈ ਨਹੀਂ ਆਉਣ ਵਾਲਾ। ਗੁਰੂ ਸਾਹਿਬ ਕਹਿੰਦੇ ਇਹ ਇਨਸਾਨ ਬਸ ਜਿਵੇਂ ਸੁਪਨਾ ਤੈਨੂੰ ਝੂਠਾ ਲੱਗਿਆ ਨਾ, ਕਹਿੰਦੇ ਸੰਸਾਰ ਵੀ ਝੂਠਾ ਹੀ ਤਾਂ ਹੈ ਨਾ, ਬਿਨਸ ਜਾਂਦਾ ਨਾ। ਸੁਨਾਮੀ ਆਉਂਦੀ ਹੈ ਜਿਹਨੂੰ ਆਪਾਂ ਸੱਚਾ ਕਹਿ ਰਹੇ ਨੇ, ਛਿੰਨ ਦੇ ਵਿੱਚ ਝੂਠਾ ਕਰ ਜਾਂਦੀ ਹੈ ਨਾ। ਭੁਚਾਲ ਆਉਂਦੇ ਹਨ, ਜਦੋਂ ਤੈਸ਼ ਨੈਸ਼ ਹੁੰਦੇ ਆ, ਸ਼ਹਿਰਾਂ ਦੇ ਸ਼ਹਿਰ ਗਰਕ ਹੋ ਜਾਂਦੇ ਹਨ। ਜਾਪਾਨ ਦੇ ਵਿੱਚ ਅਜੇ ਤੱਕ ਇੱਕ ਹੈ ਨਾ ਜਿੱਥੇ ਬੰਬ ਮਾਰਿਆ ਸੀਗਾ, ਤੈਸ਼ ਨੈਸ਼ ਹੈ ਨਾ ਸਤਸੰਗੀ ਜਨੋ, ਹੀਰੋਸ਼ੀਮਾ ਸ਼ਾਇਦ ਉਸ ਸ਼ਹਿਰ ਦਾ ਨਾਮ ਹੈ। ਤਾਂ ਉਹ ਵੀ ਝੂਠ ਹੋ ਗਿਆ ਕਿ ਛਿੰਨ ਦੇ ਵਿੱਚ। ਪਤਨੀ ਜਿਹੜੀ ਲਾਵਾਂ ਵੇਲੇ ਫੋਨ ਦੇ ਉੱਪਰ ਕਿਹਾ ਸੀਗਾ ਜ਼ਿੰਦਗੀ ਨਿਭਾਵਾਂਗੀ, ਤੁਰ ਗਈ ਨਾ ਪਹਿਲਾਂ ਸਤਸੰਗੀ ਜਨੋ। ਪਤੀ ਤੁਰ ਗਿਆ ਨਾ ਪਹਿਲਾਂ, ਜਿਹੜਾ ਕਹਿੰਦਾ ਸੀ ਜ਼ਿੰਦਗੀ ਨਿਭਾਵਾਂਗਾ। ਤੇ ਕਈ ਵਾਰੀ ਤਾਂ ਅਸੀਂ ਇਤਨੀਆਂ ਆਤਰ ਕਥਨੀਆਂ ਕਹਿ ਜਾਂਦੇ ਹਾਂ 7 ਜਨਮ ਨਿਭਾਵਾਂਗੇ, ਪਤਾ ਨਹੀਂ ਕਿਹੋ ਜਿਹੇ। ਕਿਉਂਕਿ ਜਿਨ੍ਹਾਂ ਨੂੰ ਗੁਰਮਤਿ ਦਾ ਸੰਗ ਨਹੀਂ ਨਾ, ਉਹ ਇਹੋ ਜਿਹੀਆਂ ਗੱਲਾਂ ਕਰਦੇ ਹਨ। ਮੈਂ ਇਹ ਵੀ ਬੇਨਤੀ ਕਰ ਦੇਵਾਂ, ਜਿਨ੍ਹਾਂ ਨੂੰ ਗੁਰਮਤਿ ਦਾ ਸੰਗ ਆ, ਉਹਨਾਂ ਨੂੰ ਪਤਾ ਕਿ ਇੱਥੇ ਨਹੀਂ ਪਤਾ 7 ਜਨਮ ਕਿਹੜੇ ਦੇਖੇ ਸਤਸੰਗੀ ਜਨੋ। ਜੇ ਤੁਸੀਂ ਸਤਸੰਗ ਕਰਦੇ ਹੋ, ਇਹੋ ਜਿਹੀਆਂ ਗੱਲਾਂ ਤੋਂ ਬਚਣਾ ਤੋਂ ਥੋੜਾ ਜਿਹਾ ਸੰਕੋਚ ਕਰਿਆ ਕਰੋ। ਗੁਰੂ ਸਾਹਿਬ ਕਹਿੰਦੇ ਜੋ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਨ, ਇਨਮੈ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਕਹਿੰਦੇ ਬਸ ਇੱਕ ਪਰਮਾਤਮਾ ਹੀ ਸੱਚਾ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਬਸ ਉਸ ਸੱਚ ਦੇ ਵਿੱਚ ਅਭੇਦ ਹੋਣ ਵਾਸਤੇ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ। ਅਗਲੇ ਸ਼ਲੋਕ ਦੀ ਮੈਂ ਪੂਰੀ ਵਿਚਾਰਤਾ ਨਹੀਂ ਕਰਾਂਗਾ, ਪਰ ਅਗਲੇ ਸ਼ਲੋਕ ਦੇ ਵਿੱਚ ਇੱਕ ਗੁਰੂ ਸਾਹਿਬ ਨੇ ਗੱਲ ਕਹੀ ਜੋ ਸੰਤਾਂ ਨੇ ਹੁਕਮ ਕੀਤਾ, ਉਹਦੇ ਨਾਲ ਜੁੜਦੀ ਹੈ। ਨਿਸਤਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ। ਸੰਤਾਂ ਨੇ ਕਿਹਾ ਸੀ ਬਾਬਾ ਰਾਮ ਸਿੰਘ ਜੀ ਦੀ ਗੱਲ ਜ਼ਰੂਰ ਕਰ ਦੇਣਾ। ਥੋੜਾ ਜਿਹਾ ਸਮਾਂ ਆਪਣੇ ਮਨ ਨੂੰ ਉਵੇਂ ਦਾ ਬਣਾ ਲਿਓ, ਬਸ 2-4 ਮਿੰਟ ਦੇ ਵਿੱਚ ਹੀ। ਮਾਇਆ ਦੇ ਵਾਸਤੇ ਇਨਸਾਨ ਬੜਾ ਡੋਲਦਾ ਫਿਰਦਾ ਹੈ। ਗੁਰੂ ਸਾਹਿਬ ਦੇ ਬਾਣੀ 'ਚ ਕਹਿੰਦੇ ਜਿਵੇਂ ਕੁੱਤਾ ਡੋਲਦਾ ਫਿਰਦਾ ਹੈਗਾ, ਉਵੇਂ ਕਹਿੰਦੇ ਇਹਦੀ ਸੁਰਤੀ ਬਿਰਤੀ ਡੋਲਦੀ ਫਿਰਦੀ ਆ। ਅੱਗੇ ਜਾ ਕੇ ਕਹਿੰਦੇ ਕੋਟਨ ਮੈਂ ਨਾਨਕੋ ਨਰਾਇਣ ਜਹ ਚੀਤ। ਬਾਬਾ ਰਾਮ ਸਿੰਘ ਜੀ ਦਾ ਜਨਮ
ਜਿਸ ਤਰ੍ਹਾਂ ਦੀ ਸ਼ਹਾਦਤ ਉਹਨਾਂ ਨੇ ਪ੍ਰਾਪਤ ਕੀਤੀ ਹੈ ਨਾ ਸਤਸੰਗੀ ਨੂੰ, ਉਹ ਵੀ ਕੋਟਨ ਮੈਂ ਨਾਨਕੋ ਵਾਲੀ ਗੱਲ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਸ਼ਹਾਦਤਾਂ ਤਾਂ ਹੋਰ ਵੀ ਬੜੀਆਂ ਹੁੰਦੀਆਂ ਹਨ। ਕਈ ਇਨਸਾਨ ਇਹਨੂੰ ਕਹਿੰਦੇ ਹਨ ਜੀ ਸੁਸਾਈਡ ਹੈ। ਸੁਸਾਈਡ ਹੁੰਦਾ ਸਤਸੰਗੀ ਜਿਹੜੀਆਂ ਆਪਣੀਆਂ ਲੋੜਾਂ ਵਾਸਤੇ, ਆਪਣੇ ਪਰਿਵਾਰ ਤੋਂ ਦੁਖੀ ਹੋ ਜਾਵੇ, ਆਪਣੇ ਪੇਟ ਤੋਂ ਆਵਾਜ਼ਾਰ ਹੋ ਜਾਵੇ, ਜਿਹੜਾ ਆਪਣੇ ਵਾਸਤੇ ਕੀਤਾ ਜਾਵੇ, ਆਪਣੀਆਂ ਚਿੰਤਾਵਾਂ ਕਰਕੇ ਕੀਤਾ ਜਾਵੇ, ਉਹ ਸੁਸਾਈਡ ਹੁੰਦਾ ਹੈ। ਜਿਹੜੇ ਆਪਣੇ ਦੁੱਖਾਂ ਕਰਕੇ ਕੀਤਾ ਜਾਵੇ। ਸੰਤ ਤਾਂ ਜਿਉਂਦਾ ਹੀ ਅੰਦਰ ਭਗਵਾਨ ਸਿੰਘ ਜੀ ਨਾਲ ਬੈਠੇ ਸਨ, ਮਹਾਂਪੁਰਸ਼ ਬੈਠੇ ਸਨ। ਸੰਤ ਤਾਂ ਆਂਦਾ ਵੀ ਪਰ ਉਪਕਾਰ ਵਾਸਤੇ ਹੈ, ਜੀਵਨ ਵੀ ਪਰ ਉਪਕਾਰ ਵਾਸਤੇ ਜਿੰਦਾ, ਤੇ ਜਦੋਂ ਜਾਂਦਾ ਤਾਂ ਵੀ ਪਰ ਉਪਕਾਰ ਵਾਸਤੇ ਜਾਂਦਾ ਹੈ। ਮੈਂ ਜ਼ਿਆਦਾ ਵਿਸਥਾਰ ਨਹੀਂ, ਪਰ ਮੈਂ ਆਪ ਜੀ ਨੂੰ ਬੇਨਤੀ ਕਰਦਾ, ਸ਼ਹੀਦ ਲਫ਼ਜ਼ ਜਿਹੜਾ ਇਹ ਅਰਬੀ ਦਾ ਲਫ਼ਜ਼ ਹੈ, ਜਿਹਦੇ ਅਰਥ ਹਨ ਸਤਸੰਗ ਨੂੰ ਗਵਾਹੀ, ਗਵਾਹ। ਇਸ ਤੋਂ ਬਾਅਦ ਕੋਈ ਅਰਥ ਨਹੀਂ ਹੈ, ਗਵਾਹ। ਹੁਣ ਜਦੋਂ ਕਦੀ ਕਿਸਾਨ ਅੰਦੋਲਨ ਦਾ ਇਤਿਹਾਸ ਲਿਖਿਆ ਗਿਆ, ਮੈਂ ਬੇਨਤੀ ਕਰਾਂ, ਅੱਜ ਵੀ ਤਾਂ ਤੁਸੀਂ ਮੀਡੀਆ 'ਤੇ ਦੇਖ ਰਹੇ ਹੋ ਨਾ, ਹੁਣ ਵੀ ਬੰਗਾਲ ਤੋਂ ਆ ਕੇ ਲੋਕੀ ਉਹ ਸਟੈਚੂ ਬਣਾ ਰਹੇ ਹਨ ਸਤਸੰਗੀ ਜੀ ਨੂੰ, ਜਿਹਦੇ ਵਿੱਚ ਉਹ ਕਾਨੂੰਨ ਬਣਾਉਣ ਵਾਲੇ ਦੇ ਉਹਨਾਂ ਸਟੈਚੂ ਬਣਾ ਰਿਹਾ, ਤੇ ਇੱਕ ਮੋਢੇ ਤੇ ਹੱਲ, ਕਿਉਂਕਿ ਉਹਨੇ ਕਾਨੂੰਨ ਬਣਾਇਆ ਸੀ, ਛੋਟੂ ਰਾਮ ਕੇ ਛੋਟੂ ਕੁਛ ਇਸ ਤਰ੍ਹਾਂ ਦਾ ਨਾਮ ਹੈ। ਉਹਨੇ ਕਾਨੂੰਨ ਇਹ ਬਣਾਇਆ ਸੀਗਾ ਕਿ ਜਿਹੜਾ ਜ਼ਿਮੀਂਦਾਰ ਕਿਸੇ ਆੜਤੀ ਦੇ ਕੋਲੋਂ, ਕਿਸੇ ਬੈਂਕ ਦੇ ਕੋਲੋਂ ਲੱਖ ਰੁਪਈਆ ਲੈ ਚੁੱਕਾ ਤੇ ਉਸ ਦਾ ਵਿਆਜ ਦਿੰਦਾ 2 ਲੱਖ ਦੇ ਚੁੱਕਾ, ਉਸ ਤੋਂ ਬਾਅਦ ਉਹਦਾ ਕੁਝ ਦੇਣਦਾਰ ਨਹੀਂ ਹੈ। ਇਹ ਕਾਨੂੰਨ ਪਾਸ ਕਰੋ, ਪਰ ਸਾਡੀਆਂ ਸਰਕਾਰਾਂ ਨੇ ਨਹੀਂ ਪਾਸ ਕੀਤਾ। ਤੇ ਜਿਹੜਾ ਬੰਗਾਲ ਤੋਂ ਆਰਟਿਸਟ ਆਇਆ, ਉਹਨੇ ਉਹਦਾ ਸਟੈਚੂ ਬਣਾਇਆ ਕਿ ਆਹ ਕਾਨੂੰਨ ਬਣਾਉਣ ਵਾਲਾ ਹੈ, ਪਰ ਉਹ ਕਾਨੂੰਨ ਦੀ ਕੀ ਦੁਰਦਸ਼ਾ ਹੋ ਰਹੀ ਹੈ ਉਹ ਉਹਨੇ ਵਰਣਨ ਕੀਤੀ ਹੈ ਕਿ ਇੱਕ ਮੋਢੇ ਤੇ ਉਹਨੇ ਵਿਚਾਰੇ ਨੇ ਹਲ ਰੱਖਿਆ ਤੇ ਦੂਜੇ ਮੋਢੇ ਤੇ ਉਹਨੇ ਬਾਬਾ ਰਾਮ ਸਿੰਘ ਦੀ ਲਾਸ਼ ਰੱਖੀ ਹੋਈ ਹੈ। ਗਵਾਹੀ ਹੁਣੀ ਭਰਨੀ ਸ਼ੁਰੂ ਹੋ ਗਈ ਨਾ, ਇਹ ਗਵਾਹੀ ਭਰੀ ਜਾ ਰਹੀ ਹੈ ਨਾ ਕਿ ਜਿਹੜੀ ਸ਼ਹਾਦਤ ਹੋਈ, ਤਾਂ ਜਿੱਦਣ ਇਤਿਹਾਸ ਲਿਖਿਆ ਗਿਆ ਉਦੋਂ ਗਵਾਹੀ ਵਿੱਚ ਲਿਖਿਆ ਜਾਏਗਾ ਕਿ ਬਾਬਾ ਰਾਮ ਸਿੰਘ ਦੀ ਸ਼ਹਾਦਤ ਇਹ ਗਵਾਹੀ ਭਰਦੀ ਹੈ ਕਿ ਉਸ ਵਕਤ ਦੀ ਗੌਰਮੈਂਟ ਨੇ ਜਿਹੜੇ ਕਾਨੂੰਨ ਬਣਾਏ ਉਹ ਕਾਨੂੰਨ ਗਲਤ ਸਨ। ਇਹ ਗਵਾਹੀ ਹੈ ਇਸ ਗੱਲ ਦੀ। ਮੈਂ ਬੇਨਤੀ ਕਰਾਂ ਕਿ ਅੱਜ ਜਿਹੜੇ ਤੁਸੀਂ ਗਵਾਹੀਆਂ ਦਿੰਦੇ ਹੋ ਕਚਹਿਰੀਆਂ 'ਚ, ਇਹ ਤਾਂ ਕਾਜ ਕੋਈ ਵੀ ਫਾੜ ਕੇ ਸੁੱਟ ਦੇਵੇ, ਇਹ ਤਾਂ ਕੋਈ ਵੀ ਕੰਪਿਊਟਰ 'ਚ ਕੱਢ ਦੇਵੇ। ਪਾਸਵਰਡ ਚਾਹੀਦਾ ਹੈ ਨਾ, ਉਸ ਤੋਂ ਉਦੋਂ ਹੀ ਨਿਕਲ ਜਾਂਦੇ ਹਨ। ਪਾਸਵਰਡ ਖੋਲ੍ਹਣ ਵਾਲੇ ਵੀ ਬੜੇ ਪਏ ਹਨ ਜਿਨ੍ਹਾਂ ਨੂੰ ਪਾਸਵਰਡ ਦੀ ਵੀ ਲੋੜ ਨਹੀਂ ਹੈ। ਪਰ ਜਿਹੜੀਆਂ ਇਹੋ ਜਿਹੀਆਂ ਗਵਾਹੀਆਂ ਹਨ ਸਤਸੰਗੀ ਜਨੋ, ਗਵਾਹੀ ਤਾਂ ਤੁਸੀਂ ਦੇ ਕੇ ਆਉਂਦੇ ਹੋ, ਕੱਲ ਤੁਹਾਡੀ ਗਵਾਹੀ ਕਿਸੇ ਨੇ ਦਿੱਤੀ, ਦੂਜੇ ਦਿਨ ਉਹ ਮੁੱਕਰ ਜਾਂਦਾ ਸਤਸੰਗੀ ਨੂੰ। ਇਹ ਸ਼ਹਾਦਤ ਦੀ ਗਵਾਹੀ ਤੋਂ ਕੋਈ ਮੁੱਕਰ ਸਕਦਾ? ਮੈਂ ਬੇਨਤੀ ਕਰਾਂ, ਬਾਬਾ ਦੀਪ ਸਿੰਘ ਨੇ ਸ਼ਹਾਦਤ ਦਿੱਤੀ, ਕੋਈ ਮੁੱਕਰ ਸਕਦਾ ਹੈ? ਮੈਂ ਕੋਈ ਕੰਪੈਰੀਜ਼ਨ ਨਹੀਂ ਕਰ ਰਿਹਾ ਸਤਸੰਗੀ ਜਨੋ। ਫਿਰ ਉਹਨਾਂ ਨੇ ਆਪਣੀ ਲਿਖਤ ਵਿੱਚ ਲਿਖ ਕੇ ਦੇ ਦਿੱਤਾ, ਕੋਈ ਕਿਵੇਂ ਰੋਸ ਪ੍ਰਗਟ ਕਰ ਰਿਹਾ, ਕੋਈ ਕਿਵੇਂ ਰੋਸ ਪ੍ਰਗਟ ਕਰ ਰਿਹਾ। ਸ਼ੰਕਾ ਤਾਂ ਸਾਨੂੰ ਤਾਂ ਰਹਿ ਜਾਏ ਨਾ ਜੇ ਉਹਨਾਂ ਨੇ ਆਪਣੇ ਬਚਨਾਂ 'ਚ ਨਾ ਕੁਝ ਕਿਹਾ ਹੋਵੇ। ਉਹ ਤਾਂ ਆਪ ਲਿਖ ਕੇ ਰੱਖ ਗਏ। ਕਹਿੰਦੇ ਮੇਰਾ ਰੋਸ ਕਰਨ ਦਾ ਆਪਣਾ ਢੰਗ ਹੈ, ਕਹਿੰਦੇ ਮੈਂ ਸ਼ਹਾਦਤ ਦੇ ਕੇ ਰੋਸ ਪ੍ਰਗਟ ਕਰ ਰਿਹਾ ਹਾਂ। ਇਹੋ ਜਿਹੀਆਂ ਸ਼ਹਾਦਤਾਂ ਵੀ ਜੋ ਇੱਥੇ ਨੌਵੇਂ ਪਾਤਸ਼ਾਹ ਕਹਿ ਰਹੇ ਹਨ, ਕਹਿੰਦੇ ਮਾਇਆ ਦੇ ਪਿੱਛੇ ਲੋਕੀ ਡੋਲਦੇ ਫਿਰਦੇ ਹਨ, ਕਹਿੰਦੇ ਪ੍ਰਾਣੀ ਡੋਲਤ ਨੀਤ। ਪਰ ਮੈਂ ਬੇਨਤੀ ਕਰਾਂ, ਇਹੋ ਜਿਹੀਆਂ ਸ਼ਹਾਦਤਾਂ ਉਹ ਦੇ ਸਕਦੇ ਹਨ ਜਿਹੜੇ ਮਾਇਆ ਪਿੱਛੇ ਕੋਈ ਨਹੀਂ ਡੋਲਦੇ ਫਿਰਦੇ। ਹੁਣ ਅੰਦਰ ਮਹਾਂਪੁਰਸ਼ਾਂ ਦੀ ਗੱਲ ਚੱਲ ਰਹੀ ਸੀ। ਮੈਂ ਬੇਨਤੀ ਕਰਾਂ, 47 ਸਾਲ ਦਾਸ ਉਹਨਾਂ ਦੇ ਨਾਲ ਰਿਹਾ। ਸੰਨ 1973 'ਚ ਦਾਸ ਬਾਬਾ ਸਾਧੂ ਸਿੰਘ ਜੀ ਦੇ ਕੋਲ ਬੇਹੰਗਮ ਬਣ ਗਿਆ ਸੀ। ਬਾਬਾ ਰਾਮ ਸਿੰਘ ਜੀ ਵੀ ਉਹਨਾਂ ਦੇ ਕੋਲ ਰਹਿ ਕੇ ਕੀਰਤਨ ਕਰਦੇ ਸਨ। ਬਾਬਾ ਈਸ਼ਰ ਸਿੰਘ ਜੀ ਦੇ ਬਚਨਾਂ ਨਾਲ ਜਨਮ ਹੋਇਆ, ਤੇ ਹੋਇਆ ਉਸ ਵਕਤ ਜਦੋਂ ਨਾਨਸਰ ਜਗਰਾਉਂ ਦਾ ਅਸਥਾਨ ਬਣ ਰਿਹਾ ਸੀ। ਬਸ ਮਾਂ ਬਾਪ ਦੀ ਸੇਵਾ ਦੇ ਉੱਪਰ ਪ੍ਰਸੰਨ ਹੋ ਗਏ, ਕਿਉਂਕਿ ਮਾਂ ਬਾਪ ਨੇ ਵੀ ਨਿਸ ਦਿਨ ਸਤਸੰਗੀ ਜਿਹਨੂੰ ਸੇਵਾ ਦੇ ਵਿੱਚ ਲਗਾਇਆ ਹੋਇਆ ਸੀ। ਤੇ ਬਾਬਾ ਈਸ਼ਰ ਸਿੰਘ ਜੀ ਪ੍ਰਸੰਨ ਹੋ ਗਏ। ਪ੍ਰਸੰਨ ਹੋ ਕੇ ਸਰਦਾਰ ਲਛਮਣ ਸਿੰਘ ਜੀ ਨੂੰ ਪੁੱਛਦੇ, ਮੰਗ ਕੀ ਮੰਗਦਾ? ਜਿਹੜਾ ਸੇਵਾ ਕਰਦਾ ਉਹ ਆਪ ਤਾਂ ਰੱਜਿਆ ਹੀ ਹੁੰਦਾ, ਪਰ ਫਿਰ ਵੀ ਜਦੋਂ ਦੂਜੀ ਤੀਜੀ ਵਾਰੇ ਪੁੱਛਿਆ, ਉਹਨਾਂ ਨੇ ਕਹਿ ਦਿੱਤਾ ਕਿ ਬਾਬਾ ਜੀ ਜੇ ਕੁਝ ਦੇਣਾ ਚਾਹੁੰਦੇ ਤਾਂ ਪੁੱਤਰ ਦੀ ਦਾਤ ਦੇ ਦਿਓ। ਬੇਟੀਆਂ ਦਾ ਘਰ 'ਚ ਹਨ, ਗ੍ਰਸਤੀ ਦੀ ਇੱਕ ਤੜਪ ਰਹਿੰਦੀ ਹੋਈ। ਮੈਂ ਬੇਨਤੀ ਕਰਾਂ ਸਤਸੰਗੀ ਜੀ ਨੂੰ, ਗੁਰੂ ਸਾਹਿਬ ਨੇ ਵੀ ਕਹਿ ਦਿੱਤਾ ਪੁੱਤੀ ਗੰਢ ਪਵੇ ਸੰਸਾਰ, ਪਰ ਇੱਥੇ ਸੀਮਤ ਨਾ ਰਹਿ ਜਾਓ। ਸ਼ਬਦ ਦੇ ਅਖੀਰ 'ਚ ਕਿਹਾ ਸਿਫਤੀ ਗੰਢ ਪਵੇ। ਕਹਿੰਦੇ ਜਦੋਂ ਸਿਫਤਾਂ ਰੱਬ ਦੀਆਂ ਕਰੋਗੇ ਨਾ, ਕਹਿੰਦੇ ਫਿਰ ਕਹਿੰਦੇ ਨਿਰੰਕਾਰ ਨਾਲ ਗੰਢ ਪਵੇਗੀ, ਦਰਬਾਰ ਨਾਲ ਗੰਢ ਪੈ ਜਾਵੇਗੀ। ਸੰਸਾਰ ਨਾਲ ਵੀ ਗੰਢਾਂ ਪਾਵੋ, ਪਰ ਜੋ ਅਖੀਰ 'ਚ ਗੁਰੂ ਸਾਹਿਬ ਨੇ ਤੱਤ ਦੀ ਗੱਲ ਕਹੀ ਹੈ, ਰੱਬ ਦੀਆਂ ਸਿਫਤਾਂ ਕਰਿਆ ਕਰੋ, ਉਹਦੇ ਗੁਣ ਗਾਇਆ ਕਰੋ। ਮੈਂ ਬੇਨਤੀ ਕਰਾਂ, ਗੁਣ ਕਹਿ ਗੁਣੀ ਸਮਾਵਣਿਆਂ ਦਾ ਵੀ ਇੱਕ ਸਿਧਾਂਤ ਹੈ ਗੁਰਮਤਿ ਦੇ ਵਿੱਚ ਰੱਬ ਨੂੰ ਮਿਲਣ ਦਾ। ਕੁਛ ਨਾ ਕਰੋ, ਬਸ ਉਹਦੇ ਗੁਣ ਗਾਣੇ ਸ਼ੁਰੂ ਕਰ ਦਿਓ।
ਗੁਣ ਕਹਿ ਗੁਣੀ ਸਮਾ ਬਣਿਆ। ਗੁਣ ਗਾਉਂਦੇ ਗਾਉਂਦੇ ਉਸ ਗੁਣਾਂ ਦੇ ਭੰਡਾਰ ਦੇ ਵਿੱਚ ਅਭੇਦ ਹੋ ਜਾਵੋਗੇ ਇੱਕ ਦਿਨ। ਬਾਬਾ ਜੀ ਦਾ ਜਨਮ ਹੋਇਆ, ਦਾਸ ਤਾਂ ਕਈ ਵਾਰੀ ਉਹਨਾਂ ਨਾਲ ਬੈਠਾ ਮੈਂ ਕਿਹਾ ਕਰਦੇ ਬਾਬਾ ਜੀ ਰੱਬ ਨੇ ਸਾਰੀ ਕਿਰਪਾ ਤੁਹਾਡੇ ਦੀ ਕਰਤੀ। ਮੈਂ ਕਿਹਾ ਸੁਹੱਪਣ ਵੀ ਸਾਰਾ ਤੁਹਾਨੂੰ ਦੇ ਦਿੱਤਾ। ਤੁਸੀਂ ਦੇਖਿਆ ਕਿੰਨਾ ਨੂਰ, ਕਿੰਨਾ ਜਲਾਲ, ਕਿੰਨਾ ਨੈਣ ਨਕਸ਼ ਰੱਬ ਨੇ ਕਿੰਨੇ ਸੋਹਣੇ ਦਿੱਤੇ। ਮੈਂ ਕਿਹਾ ਜੀ ਫਿਰ ਕੀਰਤਨ ਦੇ ਵਿੱਚ ਤੁਹਾਨੂੰ ਮੈਂ ਕਿਹਾ ਪ੍ਰਧਾਨਤਾ ਦੇ ਦਿੱਤੀ, ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਬੜਾ ਪ੍ਰਸੰਨ ਕਰਨ ਦਾ ਢੰਗ ਹੈ ਇੱਕ ਕੀਰਤਨ ਸਤਸੰਗੀ ਜਿਹਨੂੰ ਰਾਗ ਵਿਦਿਆ ਝੋਲੀ 'ਚ ਪਾ ਦਿੱਤੀ। ਤਾਂ ਗਿਆਨ ਦੀ ਚਰਚਾ ਜਦੋਂ ਉਹ ਕਰਦੇ ਸਨ, ਕਿਤੇ ਸਾਧੂ ਸਮਾਜ ਦੇ ਵਿੱਚ ਬਹਿ ਜਾਂਦੇ ਸਨ ਤਾਂ ਇੱਕ ਵੱਖਰੇ ਹੀ ਚੰਦਰਮਾ ਦੀ ਤਰ੍ਹਾਂ ਚਮਕ ਰਹੇ ਹੁੰਦੇ ਸਨ। ਮੈਂ ਕਿਹਾ ਸਾਰਾ ਕੁਝ ਰੱਬ ਨੇ ਤੁਹਾਨੂੰ ਹੀ ਦੇ ਦਿੱਤਾ। ਮੈਂ ਕਿਹਾ ਤੇ ਮੈਂ ਬੇਨਤੀ ਕਰਾਂ ਸਤਸੰਗੀ ਨੂੰ, ਮੈਂ ਜਿੰਨਾ ਚਿਰ ਮੈਂ ਦੇਖਿਆ ਕੋਈ ਹੰਕਾਰ ਨਹੀਂ ਸਨ ਕਰਦੇ, ਕਿਉਂਕਿ ਇੱਕ ਵਾਰੀ ਦਾਸਰੇ ਗਏ, ਕਈ ਗੱਲਾਂ ਬੜੀਆਂ ਤੱਥ ਦੀਆਂ ਹੁੰਦੀਆਂ ਹਨ। ਬਾਬਾ ਜੀ ਤਕਰੀਬਨ ਜਿਵੇਂ ਕੋਈ ਸੰਗਤ ਮੱਥਾ ਟੇਕਦੀ, ਮਾਇਆ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਸਤਸੰਗੀ ਨੂੰ। ਮੈਂ ਇਹ ਵੀ ਬੇਨਤੀ ਕਰ ਦੇਵਾਂ, ਕਬੀਰ ਜੀ ਨੇ ਇੱਕ ਬੜੀ ਸੋਹਣੀ ਗੱਲ ਕਹਿ ਦਿੱਤੀ, ਕਹਿੰਦੇ ਰੱਬ ਨੇ ਜਿਹਨੂੰ ਪੇਟ ਲਾਤਾ ਉਹਨੂੰ ਮਾਇਆ ਲਾ ਹੀ ਦਿੱਤੀ। ਭਾਈ ਮਾਇਆ ਵਿੱਚ ਗਲਤਾਨ ਕੋਈ ਕਿੰਨਾ, ਗੱਲ ਇਸ ਤੇ ਡਿਪੈਂਡ ਹੁੰਦੀ ਹੈ। ਇੱਕੋ ਨਜ਼ਰ ਕਰ ਵੇਖਿਆ ਸਭ ਉੱਪਰ ਜਿਹਾ ਪਾਓ। ਮਾਇਆ ਦੇ ਨਾਲ ਵਿਵਹਾਰ ਕੋਈ ਕਿਸ ਤਰ੍ਹਾਂ ਦਾ ਕਰ ਰਿਹਾ, ਉਹ ਜਿਹਾ ਹੀ ਉਹ ਪ੍ਰਵਾਨ ਚੜੇਗਾ। ਜਿਹਦੀ ਸੁਰਤੀ ਬਿਰਤੀ ਹਰ ਵਕਤ ਹੀ ਮਾਇਆ 'ਚ ਹੈ। ਤੇ ਬਾਬਾ ਜੀ ਨੂੰ ਇੱਕ ਉੱਥੇ ਮਹਾਂਪੁਰਸ਼ ਸਨ, ਇਸਤਰੀ ਜਾਮੇ 'ਚ ਸੀ ਮਹਾਂਪੁਰਸ਼, ਉਲਾਸਨਗਰ ਸਿੰਧੀਆਂ 'ਚ। ਤੋਂ ਆ ਕੇ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਮੇਰੀ ਵੱਲੋਂ ਸੇਵਾ। ਬਾਬਾ ਜੀ ਕਹਿੰਦੇ ਤੁਸੀਂ ਰੱਖ ਦਿਓ। ਕਹਿੰਦੇ ਨਹੀਂ ਬਾਬਾ ਜੀ ਮੈਂ ਤਾਂ ਹੱਥ 'ਚ ਫੜਾਣੀ ਹੈ। ਬਾਬਾ ਜੀ ਨੇ ਦੂਜੀ ਤੀਜੀ ਵਾਰੀ ਉਸ ਬੀਬੀ ਨੇ ਮਹਾਂਪੁਰਸ਼ ਹੋਈ, ਉਹਨੇ ਪਤਾ ਕੀ ਕਿਹਾ, ਕਹਿੰਦੇ ਬਾਬਾ ਜੀ ਅੱਜ ਤਿਆਗ ਦਾ ਵੀ ਤਿਆਗ ਕਰ ਦਿਓ। ਕਹਿੰਦੇ ਜਿਹੜੇ ਤਿਆਗ ਹੀ ਹੈ ਨਾ ਮਾਈ, ਕਹਿੰਦੇ ਬਾਬਾ ਜੀ ਨੇ ਚੁੱਪ ਕਰਕੇ ਹੱਥ ਅੱਗੇ ਕੀਤੇ ਤਾਂ ਫੜ ਲਈ ਸਤਸੰਗੀ ਜੀ ਨੂੰ। ਪਰ ਮੈਂ ਬੇਨਤੀ ਕਰਦਾ, ਵੈਸੇ ਜੇਬ 'ਚੋਂ ਬਿਲਕੁਲ ਮਾਇਆ ਨਹੀਂ ਸੀ ਰੱਖਦੇ, ਸਿਰਫ ਉਹਨਾਂ ਦੀ ਜੇਬ 'ਚ ਇੱਕ ਮਾਲਾ ਹੀ ਹੁੰਦੀ ਸੀ ਸਤਸੰਗੀ ਨੂੰ, ਹੋਰ ਕੁਛ ਨਹੀਂ ਸੀ ਹੁੰਦਾ। ਕਦੀ ਏਅਰਪੋਰਟ ਤੇ ਜਾਣਾ, ਜਦੋਂ ਉਹਨਾਂ ਕਹਿਣਾ ਜੀ ਜੇਬ 'ਚ ਜੋ ਕੁਛ ਚਾਹੀਦਾ ਕੱਢ ਦਿਓ, ਉਹਨਾਂ ਨੇ ਮਾਲਾ ਕੱਢ ਕੇ ਕਹਿਣਾ ਮੇਰੀ ਜੇਬ 'ਚ ਤਾਂ ਆਹੀ ਹੈ ਭਾਈ, ਆਹ ਦੇਖ ਲਿਓ। ਰਹਿੰਦੇ ਬਿਲਕੁਲ ਰਾਜਿਆਂ ਦੀ ਤਰ੍ਹਾਂ ਸੀ, ਸ਼ਾਹੀ ਠਾਠ ਨਾਲ ਰਹਿੰਦੇ ਸਨ, ਪਰ ਅੰਦਰੋਂ ਬਿਲਕੁਲ ਤਿਆਗੀ ਸਨ। ਮੈਂ ਬੇਨਤੀ ਕਰਾਂ 10 ਸਾਲ ਦੇ ਵਿੱਚ ਮੈਨੂੰ ਲੱਗਦਾ ਕਾਫੀ ਕੰਟਰੀਆਂ 'ਚ ਯਾਤਰਾ ਕਰਕੇ ਆਉਂਦਾ ਸੀ। ਮੈਨੂੰ ਬਾਬਾ ਰਾਮ ਸਿੰਘ, ਮੈਂ ਬਿਲਕੁਲ ਤੁਹਾਨੂੰ ਗੁਰੂ ਦੀ ਹਜ਼ੂਰ 'ਚ ਕਹਿ ਰਿਹਾ, ਕੋਈ ਝੂਠ ਨਹੀਂ ਕਹਿ ਰਿਹਾ, ਮੈਨੂੰ ਕਦੀ ਵਾਪਸ ਆਏ ਨੂੰ ਇਹ ਨਹੀਂ ਸੀ ਪੁੱਛਿਆ ਭੋਲੇ ਕੀ ਲੈ ਕੇ ਆਏ। ਐਵੇਂ ਗੱਲਾਂ ਕਰ ਦੇਣੀਆਂ ਸੌਖੀਆਂ ਜੀਆਂ, ਨਹੀਂ ਤਾਂ ਤੁਸੀਂ ਵੀ ਜਾਣਦੇ ਹੋ ਅਸਥਾਨਾਂ ਦੀ ਸਤਸੰਗ ਨੂੰ ਕਿਸ ਤਰ੍ਹਾਂ ਦੀਆਂ ਹਾਲਾਤਾਂ ਹਨ। ਹਾਂ ਜੋ ਸੇਵਾ ਲਿਆਂਦੀ ਉਹ ਮੇਰਾ ਫਰਜ਼ ਬਣਦਾ ਸੀ, ਮੈਂ ਮੱਥਾ ਟੇਕ ਦਿੰਦਾ ਸੀ। ਜਿਹੜਾ ਸੇਵਾਦਾਰ ਸੀ, ਜਿਵੇਂ ਹੁਣ ਪਿਛਲੇ ਦਿਨਾਂ 'ਚ ਸੰਤ ਰੋਚਨ ਸਿੰਘ ਜੀ ਸਨ, ਜਿਨ੍ਹਾਂ ਨੂੰ ਹੁਣ ਸੇਵਾ ਦਾਸਰੇ ਨੇ ਸਾਰੇ ਰਲ ਕੇ ਸੌਂਪੀ ਹੈ। ਮੈਂ ਬੇਨਤੀ ਕਰਾਂ ਸਤਸੰਗ ਨੂੰ, ਮੈਂ ਕੋਈ ਮਾਣ ਨਹੀਂ ਕਰ ਰਿਹਾ, ਪਰ ਇਹ ਵੀ ਉਹਨਾਂ ਦੀ ਸੰਗਤ ਦਾ ਹੀ ਅਸਰ ਹੈ ਕਿ ਅਸੀਂ ਵੱਡਿਆਂ ਨੇ ਹੱਥ ਜੋੜ ਕੇ ਆਏ ਹੋਏ ਜਿਹੜੇ ਬੱਚੇ ਨੂੰ ਦਾਸ ਆਪ ਫਿਰੋਜ਼ਪੁਰ ਤੋਂ ਆਪ ਬਿਹੰਗਮ ਬਣਾਇਆ। ਮੈਂ ਬਾਬਾ ਰਾਮ ਸਿੰਘ ਜੀ ਕੋਲ ਮੱਥਾ ਲਿਆ ਕੇ ਟਿਕਾਇਆ, ਉਸੇ ਬੱਚੇ ਨੂੰ ਦਾਸ ਨੇ ਉਹ ਜਗ੍ਹਾ ਉਹਨਾਂ ਤੇ ਬਿਠਾ ਦਿੱਤਾ ਕਿ ਵੀ ਤੂੰ ਸਾਂਭ। ਇਹ ਕੋਈ ਸਾਡੇ ਤਿਆਗ ਦੀ ਕੋਈ ਹੰਕਾਰ ਨਹੀਂ ਮੈਂ ਗੱਲ ਕਰ ਰਿਹਾ, ਸਾਨੂੰ ਮਾਣ ਹੈ, ਸਵੈ ਮਾਣ ਹੈ ਕਿ ਬਾਬਾ ਰਾਮ ਸਿੰਘ ਦੀ ਸੰਗਤ ਕਰਕੇ ਸਾਡੀ ਵੀ ਅਵਸਥਾ ਬਣ ਗਈ। ਨਹੀਂ ਤਾਂ ਆਹ ਡੇਰਿਆਂ ਦੀਆਂ ਪੱਗਾਂ ਦਿੱਤੀਆਂ ਜਾਂਦੀਆਂ, ਤੁਸੀਂ ਦੇਖਦੇ ਹੋ ਕੀ ਹਾਲਤਾਂ ਹੁੰਦੀਆਂ ਹਨ, ਗੋਲੀਆਂ ਚੱਲਦੀਆਂ ਹਨ, ਸਤਸੰਗ ਸਭ ਹੁੰਦਾ। ਕਿਸੇ ਸਾਧੂ ਦੀ ਸੰਗਤ ਕੀਤੀ ਜਿਹੜਾ ਅੱਜ ਆਪਾਂ ਬਚਨ ਵੀ ਲਿਆ ਸੀ, ਦੂਜਿਆਂ ਨੂੰ ਵੀ ਸਤਸੰਗ ਨੂੰ ਉਤਾਰ ਦਿੰਦਾ ਹੈ। ਤਾਂ ਹੀ ਤਾਂ ਕਿਹਾ ਕਿ ਸੰਤਾਂ ਦੇ ਵਿੱਚ ਤੇ ਪਾਰਸ ਦੇ ਵਿੱਚ ਬੜਾ ਵੱਡਾ ਅੰਤਰ ਹੁੰਦਾ। ਪਾਰਸ ਮੇਂ ਔਰ ਸੰਤਨ ਮੇਂ ਬੜੋ ਅੰਤਰੋਂ ਜਾਨ। ਕਹਿੰਦੇ ਉਹ ਲੋਹਿਓ ਕੰਚਨ ਕਰੇ ਉਹ ਕਰੇ ਆਪ ਸਮਾਨ। ਕਹਿੰਦੇ ਸੰਤ ਤਾਂ ਆਪਣੇ ਵਰਗੇ ਬਣਾ ਜਾਂਦਾ। ਤਾਂ ਉਹਨਾਂ ਦਾ ਜੀਵਨ ਸਤਸੰਗੀ ਜਿਹਨੂੰ ਜਿਹੜਾ ਸੀ ਬਿਲਕੁਲ ਨਿਰਲੇਪਤਾ ਦਾ, ਜਿਵੇਂ ਗੁਰੂ ਸਾਹਿਬ ਨੇ ਕਿਹਾ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ, ਮੇਰੀ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਖ ਨਾ ਪੀਜੈ। ਗੁਰੂ ਸਾਹਿਬ ਕਹਿੰਦੇ ਮੇਰੇ ਰੱਬ ਦੇ ਠਾਕੁਰ ਦੇ ਕਹਿੰਦੇ ਜਨ ਪਿਆਰੇ ਇਹੋ ਜਿਹੇ ਹਨ, ਕਹਿੰਦੇ ਜਿਵੇਂ ਮੁਰਗਾਬੀ ਜਿਹੜੀ ਹੈ, ਕਹਿੰਦੇ ਪਾਣੀ 'ਚ ਚੁੱਭੀ ਤਾਂ ਮਾਰਦੀ, ਸ਼ਾਇਦ ਉਦੋਂ ਥੋੜੀ ਵਿਚਾਰ ਵਿੱਚ ਰਹਿ ਗਈ ਸੀ, ਪਾਣੀ 'ਚ ਚੁੱਭੀ ਮਾਰ ਕੇ ਬਾਹਰ ਨਿਕਲਦੀ ਹੈ, ਉਹ ਫੰਗਾਂ ਨੂੰ ਥੋੜਾ ਜਿਹਾ ਫੜਾਂਦੀ ਹੈ, ਫਿਰ ਸੁੱਕੀ ਦੀ ਸੁੱਕੀ। ਬਾਬਾ ਰਾਮ ਸਿੰਘ ਜੀ ਆਏ ਸੰਸਾਰ ਦੇ ਵਿੱਚ ਕੀਰਤਨ ਦੁਆਰਾ, ਕਥਾ ਦੁਆਰਾ ਸਭ ਸੰਗਤਾਂ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪ੍ਰਚਾਰ ਪ੍ਰਸਾਰ ਕਰਦੇ ਕਰਦੇ ਇਸ ਸੰਸਾਰ ਦੇ ਵਿੱਚੋਂ ਸ਼ਹਾਦਤ ਪ੍ਰਾਪਤ ਕਰਕੇ
ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਬਰਾਜੇ ਹਨ। ਸੋ ਇਤਨੀਆਂ ਹਾਜ਼ਰੀਆਂ ਕਬੂਲ ਕਰਨਾ। ਵਿਚਾਰ ਕਰਦਿਆਂ ਹੋਇਆਂ ਅਨੇਕ ਗਲਤੀਆਂ ਹੋ ਗਈਆਂ ਹਨਗੀਆਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਮਹਾਂਪੁਰਸ਼ਾਂ ਦਾ ਬੜਾ ਸੋਹਣਾ, 2 ਮਿੰਟ ਬੈਠ ਜਾਓ। ਮਹਾਂਪੁਰਸ਼ਾਂ ਦਾ ਬੜਾ ਸੋਹਣਾ ਉਪਰਾਲਾ ਹੈ ਸੰਤ ਹਰਚਰਨ ਸਿੰਘ ਜੀ ਦਾ। ਛੋਟਾ ਨਾਮ ਲਾਡੀ ਜੀ, ਜਿਵੇਂ ਦਾਸ ਨੂੰ ਭੋਲਾ ਜੀ ਕਹਿੰਦੇ, ਉਵੇਂ ਚੱਲ ਪੈਂਦੇ ਹਨ ਨਾਮ। ਇੰਨੇ ਦਿਨ ਸਤਸੰਗ ਨੂੰ ਸਤਸੰਗ ਕਰਨਾ, ਇਹ ਸਾਰੇ ਉਪਰਾਲੇ ਆਪ ਰੱਬ ਵਰਗੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੁੰਦੇ ਹਨ। ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇੰਨੇ ਦਿਨ ਸਮਾਗਮ ਕੁਝ ਗੁਰਮੁਖ ਪਿਆਰੇ ਦਾਸ ਦੀ ਦ੍ਰਿਸ਼ਟੀ ਵਿੱਚ ਆਏ ਹਨ ਕਿ ਜਿਹੜੇ ਹਰ ਰੋਜ਼ ਹੀ ਆ ਕੇ ਹਾਜ਼ਰੀਆਂ ਭਰਦੇ ਹਨ, ਜਿਨ੍ਹਾਂ ਦੀ ਇਕਾਗਰਤਾ ਬੜੀ ਸੋਹਣੀ, ਜਿਨ੍ਹਾਂ ਦੀ ਅੰਦਰ ਦੀ ਅਵਸਥਾ ਬੜੀ ਸੋਹਣੀ। ਸਤਸੰਗੀ ਜਨੋਂ, ਇਹੀ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਭ ਦੇ ਉੱਪਰ, ਮਹਾਂਪੁਰਸ਼ਾਂ ਦੇ ਉੱਪਰ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣੀ। ਆਪ ਸਭ ਸੰਗਤਾਂ ਨੇ ਮਹਾਂਪੁਰਸ਼ਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਇਸੇ ਤਰ੍ਹਾਂ ਚੱਲਦੇ ਰਹਿਣਾ, ਸਹਿਯੋਗ ਦੇਣਾ, ਤਾਂ ਕਿ ਸਤਸੰਗੀ ਜਨੋਂ ਇਸ ਅਸਥਾਨ ਤੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰ ਘਰ ਦਾ ਸੰਦੇਸ਼, ਕਲਗੀਧਰ ਸੱਚੇ ਪਾਤਸ਼ਾਹ ਦੇ ਦਰ ਘਰ ਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਘਰ ਦਾ ਸੰਦੇਸ਼, ਪ੍ਰਚਾਰ ਤੇ ਪ੍ਰਸਾਰ ਆਪ ਸਭ ਸੰਗਤਾਂ ਤੱਕ ਇਸੇ ਤਰ੍ਹਾਂ ਹੀ ਪਹੁੰਚਦਾ ਰਹੇ। ਕੋਟਾਨ ਕੋਟਾਨ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹੜੇ ਆਪਣੀ ਗੋਦ ਵਿੱਚ ਬਿਠਾ ਕੇ ਆਪਣੇ ਗੁਣ ਗਵਾਉਂਦੇ ਹਨ। ਆਪ ਰੱਬ ਵਰਗੀਆਂ ਸੰਗਤਾਂ ਦਾ, ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ। ਹੋਵੇ ਭੁੱਲ ਖਿਮਾ ਸਭ ਕਰਨਾ, ਬਿਰਧ ਖਾਲਸੇ ਸੰਦਾ, ਬਖਸ਼ਣ ਹਾਰ ਗੁਰੂ ਤੇ ਸੰਗਤ, ਭੁੱਲਣ ਹਾਰ ਇਹ ਬੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਜਨਾ ਮਿਲ ਹਰ ਜਸ ਗਾਇਓ।